ਵਾਹਿਗੁਰੂ ਜੀ। ਸਤਨਾਮ ਸ਼੍ਰੀ ਵਾਹਿਗੁਰੂ। ਗੁਰੂ ਗਰੀਬ ਨਵਾਜ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ। ਡੰਡੌਤ ਬੰਦਨ ਅਨਕ ਬਾਰ ਸਰਬ ਕਲਾ ਸਮਰੱਥ। ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। हम सर दीन दयाल न तुम सर अब पत्यार क्या कीजै। बचनी तोर मोर मन मानै जन को पूरन दीजै। हूँ बल बल जाऊँ रमैया कारने कारण कवने अबोर। बहुत जन्म बिछरे थे माधो एहो जन्म तुम्हारे लेखे। कह रविदास आस लग जीवो चिर प्यो दर्शन देखे। लेखे विच लालो जी जन्म तुम्हारे लेखे। 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 जन्म तुम्हारे लेखे 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 जन्म तुम्हारे लेखे। लेखे विच लालो जी 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 जन्म तुम्हारे लेखे। हम सर दीन दयाल न तुम सर अब पत्यार क्या कीजै। बचनी तोर मोर मन मानै जन को पूरन दीजै। हों बल बल जाओ रमैया कारने कारण कवने अबोल। बहुत जन्म बिछरे थे माधो एहो जन्म तुम्हारे लेखे। लेखे विच लालो जी जन्म तुम्हारे लेखे। लेखे
लेखे विच लालो जी जन्म तुम्हारे लेखे। 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 जन्म तुम्हारे लेखे जन्म तुम्हारे लेखे। जन्म तुम्हारे लेखे जन्म तुम्हारे लेखे। जन्म तुम्हारे लेखे जन्म तुम्हारे लेखे। लेखे विच लालो जी 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 जन्म तुम्हारे लेखे। बहुत जन्म बिछरे थे माधो एहो जन्म तुम्हारे लेखे। कह रविदास आस लग जीवो चिर प्यो दर्शन देखे। चिर प्यो दर्शन देखे जी मैं आसा कर कर जीवा। चिर प्यो दर्शन देखे जी मैं आसा कर कर जीवा। चिर प्यो दर्शन देखे जी मैं आशा कर कर जीवा। चिर प्यो दर्शन देखे जी मैं आशा कर कर जीवा। चिर प्यो दर्शन देखे जी मैं आशा कर कर जीवा। चिर प्यो दर्शन देखे जी मैं आशा कर कर जीवा। आसा कर कर जीवा जी मैं आसा कर कर जीवा। आसा कर कर जीवा जी मैं आसा कर कर जीवा। आशा कर कर जीवा जी मैं आशा कर कर जीवा। आशा कर कर जीवा जी मैं आशा कर कर जीवा। आशा कर कर जीवा जी मैं आशा कर कर जीवा। आशा कर कर जीवा जी मैं आशा कर कर जीवा। आसा कर कर जीवा जी मैं आसा कर कर जीवा। आसा कर कर जीवा जी मैं आसा कर कर जीवा। आशा कर कर जीवा जी मैं आशा कर कर जीवा। आशा कर कर जीवा जी मैं आशा कर कर जीवा। आशा कर कर जीवा जी मैं आशा कर कर जीवा। आशा कर कर जीवा जी मैं आशा कर कर जीवा। चिर प्यो दर्शन देखे जी मैं आसा कर कर जीवा। चिर प्यो दर्शन देखे जी मैं आसा कर कर जीवा। चिर प्यो दर्शन देखे जी मैं आशा कर कर जीवा। चिर प्यो दर्शन देखे जी मैं आशा कर कर जीवा। चिर प्यो दर्शन देखे जी मैं आशा कर कर जीवा। चिर प्यो दर्शन देखे जी मैं आशा कर कर जीवा। बहुत जन्म बिछरे थे माधो जन्म तुम्हारे लेखे। कह
ਰਵਿਦਾਸ ਆਸ ਲਗ ਜੀਵੋ, ਚਿਰ ਪਇਓ ਦਰਸ਼ਨ ਦੇਖੇ। ਸਤਿਗੁਰਾਂ ਦੀ ਸਾਜੀ ਨਵਾਜੀ। ਪਰਮ ਸਨਮਾਨਯੋਗ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ, ਬੜਭਾਗੇ ਹੋ ਦੀਨ ਦੁਨੀਆ ਦੇ ਮਾਲਕ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਗੋਦ ਵਿੱਚ ਜੁੜ ਬੈਠੇ ਹੋ, ਔਰ ਧੰਨ ਧੰਨ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪਾਵਨ ਪਵਿੱਤਰ ਅਸਥਾਨ ਖੁਰਾਲਗੜ੍ਹ ਸਾਹਿਬ ਵਿਖੇ ਹਾਜ਼ਰੀ ਭਰ ਰਹੇ ਹੋ। ਸੋ ਸਾਧ ਸੰਗਤ ਜੀ, ਆਓ ਸਭ ਤੋਂ ਪਹਿਲਾਂ ਸਤਿਗੁਰੂ ਮਹਾਰਾਜ ਜੀ ਦੀ ਬਖਸ਼ਿਸ਼ ਦੁਹਰਾਈਏ। ਕੋਈ ਰਸਨਾ ਵਾਂਝੀ ਨਾ ਰਵੇ, ਸਾਰੀ ਸੰਗਤ ਪਿਆਰ ਵਿੱਚ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਸ ਸਥਾਨ ਤੇ ਸਾਧ ਸੰਗਤ ਜੀ ਅੱਜ ਤੁਸੀਂ ਹਾਜ਼ਰੀਆਂ ਭਰ ਰਹੇ ਹੋ, ਇਸ ਅਸਥਾਨ ਤੇ ਸਾਹਿਬ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ 4 ਸਾਲ 2 ਮਹੀਨੇ 11 ਦਿਨ ਰਹੇ। ਗੁਰੂ ਰਵਿਦਾਸ ਮਹਾਰਾਜ ਜੀ ਹੋਰ ਪਿੰਡਾਂ ਵਿੱਚ ਵੀ ਆ ਸਕਦੇ ਸੀ, ਇਸ ਪਿੰਡ ਵਿੱਚ ਹੀ ਮਹਾਰਾਜ ਨੇ ਕਿਉਂ ਚੰਨ ਪਾਏ? ਆਓ ਆਪਾਂ ਇਹ ਜਿਹੜਾ ਇਤਿਹਾਸ ਹੈ ਖੁਰਾਲਗੜ੍ਹ ਸਾਹਿਬ ਦਾ, ਸੰਗਤਾਂ ਦੇ ਸਾਹਮਣੇ ਰਲ ਮਿਲ ਕੇ ਮਹਾਰਾਜ ਜੀ ਦੇ ਚਰਨਾਂ ਵਿੱਚ ਹਾਜ਼ਰੀਆਂ ਭਰੀਏ। ਤੁਸੀਂ ਹੁਣ ਗੁਰੂ ਰਵਿਦਾਸ ਮਹਾਰਾਜ ਜੀ ਦਾ ਸ਼ਬਦ ਸਰਵਣ ਕੀਤਾ ਹੈ, ਜਿਹਦੇ ਵਿੱਚ ਗੁਰੂ ਰਵਿਦਾਸ ਮਹਾਰਾਜ ਜੀ ਬਚਨ ਕਰਦੇ ਨੇ, ਹਮਸਰ ਦੀਨ ਦਿਆਲ ਨਾ ਤੁਮਸਰ, ਅਬ ਪਤਿਆਰ ਕਿਆ ਕੀਜੈ, ਬਚਨੀ ਤੋਰ ਮੋਰ ਮਨ ਮਾਨੈ, ਜਨ ਕੋ ਪੂਰਨ ਦੀਜੈ। ਹਉ ਬਲ ਬਲ ਜਾਉ ਰਮਈਆ, ਕਾਰਨੇ ਕਾਰਨ ਕਵਨ ਅਬੋਲ ਰਹਾਉ। ਬਹੁਤ ਜਨਮ ਵਿਛਰੇ ਥੇ ਮਾਧੋ, ਇਹੋ ਜਨਮ ਤੁਮਾਰੇ ਲੇਖੇ। ਕਹਿ ਰਵਿਦਾਸ ਆਸ ਲਗ ਜੀਵੋ, ਚਿਰ ਪਿਓ ਦਰਸ਼ਨ ਦੇਖੇ। ਸੋ ਗੁਰੂ ਰਵਿਦਾਸ ਮਹਾਰਾਜ ਜੀ ਪ੍ਰਮਾਤਮਾ ਦੀ ਬੰਦਗੀ ਵਿੱਚ ਲੀਨ ਸਨ। ਅਕਾਲ ਪੁਰਖ ਨੇ ਪਿਆਰ ਵੇਖਦਿਆਂ ਹੋਇਆਂ, ਸ਼ਰਧਾ ਵੇਖਦਿਆਂ ਹੋਇਆਂ ਗੁਰੂ ਰਵਿਦਾਸ ਮਹਾਰਾਜ ਜੀ ਨੂੰ ਦਰਸ਼ਨ ਦਿੱਤੇ। ਸਾਹਮਣੇ ਰੱਬ ਆ ਕੇ ਆਪ ਖੜ ਗਿਆ। ਗੁਰੂ ਰਵਿਦਾਸ ਮਹਾਰਾਜ ਜੀ ਨੇ ਪਰਮਾਤਮਾ ਨੂੰ ਨਮਸਕਾਰ ਕੀਤੀ, ਬੁਲਾਣਾ ਕੀਤਾ, ਪਰ ਰੱਬ ਬੋਲੇ ਨਾ। ਜਦੋਂ ਰੱਬ ਬੋਲਿਆ ਨਾ, ਉਸ ਸਮੇਂ ਫਿਰ ਗੁਰੂ ਰਵਿਦਾਸ ਮਹਾਰਾਜ ਜੀ ਨੇ ਇਹ ਸ਼ਬਦ ਉਚਾਰਨ ਕੀਤਾ। ਮਹਾਰਾਜ ਕਹਿੰਦੇ, ਹਮਸਰ ਦੀਨ ਦਿਆਲ ਨਾ ਤੁਮਸਰ, ਅਬ ਪਤਿਆਰ ਕਿਆ ਕੀਜੈ। ਐ ਮੇਰੇ ਦਾਤਾ ਜੀ, ਮੇਰੇ ਵਰਗਾ ਦੀਨ ਭਿਖਾਰੀ ਕੋਈ ਨਹੀਂ, ਤੇਰੇ ਵਰਗਾ ਦਿਆਲੂ ਦਾਤਾ ਕੋਈ ਨਹੀਂ। ਅਬ ਪਤਿਆਰ ਕਿਆ ਕੀਜੈ, ਤੁਸੀਂ ਹੁਣ ਮੇਰੀਆਂ ਕਿਹੜੀਆਂ ਪਰਖਾਂ ਕਰਦੇ ਹੋ? ਜੇ ਦਰਸ਼ਨ ਦਿੱਤੇ ਤੇ ਕਿਰਪਾ ਕਰਕੇ ਬੋਲੋ। ਬਚਨੀ ਤੋਰ ਮੋਰ ਮਨ ਮਾਨੈ, ਜਨ ਕੋ ਪੂਰਨ ਦੀਜੈ। ਤੁਹਾਡੇ ਬਚਨਾਂ ਕਰਕੇ ਮੇਰਾ ਮਨ ਮੰਨਿਆ ਭਜਨ ਕਰਨ। ਭਜਨ ਕਰਦਿਆਂ ਸਦਕਾ ਤੁਸੀਂ ਮੈਨੂੰ ਦਰਸ਼ਨ ਦਿੱਤੇ। ਹੁਣ ਮਹਾਰਾਜ ਪੂਰਨ ਗਿਆਨ ਬਖਸ਼ੋ। ਤੁਸੀਂ ਮੈਨੂੰ ਦਰਸ਼ਨ ਦਿੱਤੇ, ਮੈਂ ਤੁਹਾਡੇ ਤੋਂ ਬਲਿਹਾਰੇ ਜਾਨਾ। ਹਉ ਬਲ ਬਲ ਜਾਉ ਰਮਈਆ, ਕਾਰਨੇ ਕਾਰਨ ਕਵਨ ਅਬੋਲ। ਐ ਮੇਰੇ ਰੱਬ ਜੀ, ਮੈਂ ਤੁਹਾਡੇ ਤੋਂ ਬਲਿਹਾਰ ਜਾਨਾ ਕਿ ਤੁਸੀਂ ਮੈਨੂੰ ਦਰਸ਼ਨ ਦਿੱਤੇ। ਹਉ ਬਲ ਬਲ ਜਾਉ ਰਮਈਆ, ਕਾਰਨੇ ਕਾਰਨ ਕਵਨ ਅਬੋਲ। ਪਰ ਕਾਰਨ ਤੇ ਦੱਸੋ, ਤੁਸੀਂ ਮੇਰੇ ਨਾਲ ਬੋਲਦੇ ਕਿਉਂ ਨਹੀਂ? ਆਖੋ ਸਤਿਨਾਮ ਵਾਹਿਗੁਰੂ। ਕਾਰਨ ਤੇ ਦੱਸੋ, ਬੋਲਦੇ ਕਿਉਂ ਨਹੀਂ? ਉਸ ਸਮੇਂ ਫਿਰ ਗੁਰੂ ਰਵਿਦਾਸ ਮਹਾਰਾਜ ਜੀ ਅੱਗੇ ਬਚਨ ਕੀਤਾ। ਮਹਾਰਾਜ ਕਹਿੰਦੇ, ਬਹੁਤ ਜਨਮ ਵਿਛਰੇ ਥੇ ਮਾਧੋ, ਇਹੋ ਜਨਮ ਤੁਮਾਰੇ ਲੇਖੇ। ਐ ਮੇਰੇ ਦਾਤਾ ਜੀ, ਕਈ ਜਨਮਾਂ ਦੇ ਆਪਾਂ ਵਿਛੜਿਆ, ਹੁਣ ਆ ਮੇਲਾ ਹੋਇਆ, ਮਾਨਸ ਦੇਹੀ ਮਿਲੀ, ਭਜਨ ਕੀਤਾ, ਤੁਹਾਡੀ ਪ੍ਰਾਪਤੀ ਹੋਈ। ਇਹ ਸਾਰਾ ਜਨਮ ਹੀ ਮੈਂ ਤੁਹਾਡੇ ਲੇਖੇ ਵਿੱਚ ਲਾ ਦਿੱਤਾ ਭਜਨ ਕਰਦਿਆਂ। ਮਹਾਰਾਜ ਜੀ ਦਰਸ਼ਨ ਦਿੱਤੇ, ਕਿਰਪਾ ਕਰਕੇ ਬੋਲੋ। ਸੋ ਸਾਧ ਸੰਗਤ ਜੀ, ਗੁਰੂ ਰਵਿਦਾਸ ਮਹਾਰਾਜ ਜੀ ਜਨਮ ਲੇਖੇ ਵਿੱਚ ਲਾਣਾ ਕੋਈ ਛੋਟੀ ਗੱਲ ਨਹੀਂ। ਕਹਿਣਾ ਸੌਖਾ ਇਹ ਜਨਮ ਲੇਖੇ ਵਿੱਚ ਲਾ ਦੇਣਾ, ਪਰ ਧੰਨ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ, ਜਿਨ੍ਹਾਂ ਨੇ ਸਾਰਾ ਜਨਮ ਪਰਮਾਤਮਾ ਦੀ ਬੰਦਗੀ ਕਰਦਿਆਂ ਤੇ ਗਰੀਬਾਂ ਲੋਕਾਂ ਦਾ ਭਲਾ ਕਰਦਿਆਂ ਸਾਰਾ ਜਨਮ ਲੇਖੇ ਵਿੱਚ ਲਾਇਆ। ਆਖੋ ਸਤਿਨਾਮ ਵਾਹਿਗੁਰੂ। ਸੋ ਗੁਰੂ ਰਵਿਦਾਸ ਮਹਾਰਾਜ ਜੀ ਪਰਮਾਤਮਾ ਦੇ ਨਾਲ ਗੱਲਾਂ ਕਰ ਰਹੇ ਨੇ, ਬਚਨ ਹੋ ਰਹੇ ਨੇ। ਇਹ ਜਨਮ ਤੁਹਾਡੇ ਲੇਖੇ ਵਿੱਚ ਲਾ ਦਿੱਤਾ ਰੱਬ ਜੀ, ਜੇ ਦਰਸ਼ਨ ਦਿੱਤੇ ਕਿਰਪਾ ਕਰਕੇ ਬੋਲੋ। ਕਹਿ ਰਵਿਦਾਸ ਆਸ ਲਗ ਜੀਵੋ, ਚਿਰ ਪਿਓ ਦਰਸ਼ਨ ਦੇਖੇ। ਮੈਂ ਤੇ ਆਪਣੇ ਮਨ ਵਿੱਚ ਆਸ ਹੀ ਲਾਈ ਰੱਖਦਾ ਮਹਾਰਾਜ ਜੀ, ਤੁਹਾਡੇ ਕਦੋਂ ਦਰਸ਼ਨ ਹੋਣ। ਮਹਾਰਾਜ ਕਾਫੀ ਸਮਾਂ ਬੀਤ ਗਿਆ, ਚਿਰ ਪਿਓ ਦਰਸ਼ਨ ਦੇਖੇ। ਪਹਿਲਾਂ ਦਰਸ਼ਨ ਹੋਏ ਸੀ, ਆ ਮੁੜ ਕੇ ਹੁਣ ਤੁਸੀਂ ਦਰਸ਼ਨ ਦਿੱਤੇ। ਜੇ ਮਹਾਰਾਜ ਜੀ ਕਿਰਪਾ ਕੀਤੀ, ਇਹ ਦਰਸ਼ਨ ਦਿੱਤੇ, ਹੁਣ ਕਿਰਪਾ ਕਰਕੇ ਬੋਲੋ, ਕੋਈ ਬਚਨ ਕਰੋ। ਉਸ ਸਮੇਂ ਫਿਰ ਕਹਿੰਦੇ ਰੱਬ ਬੋਲੇ। ਆਖੋ ਸਤਿਨਾਮ ਵਾਹਿਗੁਰੂ।
ਪਰਮਾਤਮਾ ਕਹਿਣ ਲੱਗਾ ਰਵਿਦਾਸ ਜੀ, ਮੈਂ ਤੁਹਾਡੇ ਨਾਲ ਤਾਂ ਨਹੀਂ ਬੋਲਦਾ। ਮਹਾਰਾਜ ਕਹਿੰਦੇ ਕਿਉਂ? ਮੈਂ ਤੁਹਾਡੇ ਨਾਲ ਤਾਂ ਨਹੀਂ ਬੋਲਦਾ, ਦੁਨੀਆ ਦੇ ਲੋਕ ਮੇਰੀਆਂ ਆਰਤੀਆਂ ਕਰਦੇ ਨੇ, ਦੁਨੀਆ ਦੇ ਲੋਕ ਮੇਰੇ ਨਾਂ ਦਾ ਆਸਣ ਲਾਉਂਦੇ ਨੇ, ਮੇਰੇ ਨਾਮ ਦੇ ਦੀਵੇ ਬਾਲਦੇ ਨੇ, ਕੋਈ ਮੇਰੇ ਨਾਂ ਦੀਆਂ ਜੋਤਾਂ ਬਾਲਦਾ, ਕੋਈ ਗੰਗਾ ਤੇ ਇਸ਼ਨਾਨ ਕਰਨ ਜਾਂਦਾ, ਤੁਸੀਂ ਕਦੇ ਇਸ਼ਨਾਨ ਕਰਨ ਨਹੀਂ ਗਏ, ਨਾ ਮੇਰੇ ਨਾਂ ਦੀ ਕਦੇ ਤੁਸੀਂ ਆਰਤੀ ਕੀਤੀ, ਨਾ ਕਦੇ ਤੁਸੀਂ ਮੇਰੇ ਨਾਂ ਦਾ ਆਸਣ ਵਿਛਾਇਆ, ਨਾ ਕਦੇ ਤੁਸੀਂ ਦੀਵਾ ਬਾਲਿਆ, ਨਾ ਕਦੇ ਜੋਤ ਬਾਲੀ, ਨਾ ਕਦੇ ਫੁੱਲਾਂ ਦੇ ਹਾਰ ਚੜਾਏ, ਇਸ ਲਈ ਮੈਂ ਤੁਹਾਡੇ ਨਾਲ ਬੋਲਦਾ ਨਹੀਂ। ਉਸ ਸਮੇਂ ਫਿਰ ਗੁਰੂ ਰਵਿਦਾਸ ਮਹਾਰਾਜ ਜੀ ਨੇ ਪਰਮਾਤਮਾ ਦੀ ਸਿਫਤੋ ਸਲਾਹ ਕਰਦਿਆਂ ਹੋਇਆਂ ਇਹ ਧਨਾਸਰੀ ਰਾਗ ਦਾ ਸ਼ਬਦ ਉਚਾਰਨ ਕੀਤਾ। ਮਹਾਰਾਜ ਕਹਿੰਦੇ, ਨਾਮ ਤੇਰੋ ਆਰਤੀ ਮਜਨ ਮੁਰਾਰੇ, ਹਰ ਕੇ ਨਾਮ ਬਿਨ ਝੂਠੇ ਸਗਲ ਪਸਾਰੇ। ਐ ਮੇਰੇ ਦਾਤਾ ਜੀ, ਜਦੋਂ ਮੈਂ ਤੁਹਾਡਾ ਨਾਮ ਜਪਦਾ ਨਾ ਜੀ, ਤੁਹਾਡੇ ਨਾਮ ਦਾ ਸਿਮਰਨ ਕਰਕੇ ਹੀ ਸੱਚੀ ਆਰਤੀ ਹੋ ਰਹੀ ਹੁੰਦੀ। ਤੁਹਾਡੇ ਨਾਮ ਜਪਣ ਦਾ ਤੇ ਨਾਮ ਜਪਣੇ ਕਰਕੇ ਤੁਹਾਡੀ ਆਰਤੀ ਹੋ ਰਹੀ ਹੁੰਦੀ। ਮੇਰੇ ਦਾਤਾ ਜੀ, ਮੱਜਨ ਮੁਰਾਰੇ, ਇੱਕ ਹੁੰਦਾ ਸਾਧ ਸੰਗਤ ਜੀ ਨਹਾਉਣਾ, ਦੂਜਾ ਇਸ਼ਨਾਨ ਕਰਨਾ। ਮੱਜਨ ਸ਼ਬਦ ਸਾਧ ਸੰਗਤ ਜੀ ਧਿਆਨ ਦਿਓ, ਪਹਿਲਾ ਸ਼ਬਦ ਇਹ ਨਹਾਉਣਾ ਕਿ ਕੇਸ ਨਹੀਂ ਧੋਤੇ ਸਰੀਰ ਨੂੰ ਨਵਾ ਲਿਆ, ਦੂਜਾ ਕੇਸੀ ਇਸ਼ਨਾਨ ਕਰਨਾ, ਤੇ ਤੀਜਾ ਕਿਤੇ ਤੀਰਥ ਯਾਤਰਾ ਤੇ ਜਾਈਏ ਤੇ ਤੀਰਥ ਵਿੱਚ ਡੁਬਕੀ ਲਾ ਕੇ, ਸਰੋਵਰ ਵਿੱਚ ਡੁਬਕੀ ਲਾ ਕੇ ਇਸ਼ਨਾਨ ਕਰਨ ਨੂੰ ਕਹਿੰਦੇ ਨੇ ਮੱਜਨ ਕਰਨਾ। ਗੁਰੂ ਰਵਿਦਾਸ ਮਹਾਰਾਜ ਜੀ ਕਹਿੰਦੇ, ਜਦੋਂ ਮੈਂ ਤੁਹਾਡਾ ਨਾਮ ਜਪਦਾ ਨਾ ਰੱਬ ਜੀ, ਤੇ ਮੇਰੇ ਤਨ ਤੇ ਮਨ ਦਾ ਮੱਜਨ ਹੋ ਜਾਂਦਾ। ਆਖੋ ਸਤਿਨਾਮ ਵਾਹਿਗੁਰੂ। ਮੈਂ ਤੁਹਾਨੂੰ ਭੇਟਾ ਕੀ ਕਰਾਂ, ਕਿਉਂਕਿ ਹਰ ਕੇ ਨਾਮ ਬਿਨ ਝੂਠੇ ਸਗਲ ਪਸਾਰੇ। ਐ ਮੇਰੇ ਪ੍ਰਮਾਤਮਾ ਜੀ, ਤੇਰੇ ਨਾਮ ਤੋਂ ਬਗੈਰ ਤੇ ਸਾਰਾ ਕੁਝ ਹੀ ਝੂਠ ਹੈ। ਆਖੋ ਸਤਿਨਾਮ ਵਾਹਿਗੁਰੂ। ਤੁਹਾਡੇ ਨਾਂ ਤੋਂ ਬਗੈਰ ਸਾਰਾ ਕੁਝ ਹੀ ਝੂਠ ਹੈ, ਜੇ ਸੱਚਾ ਤੇ ਤੇਰਾ ਨਾਮ। ਇਸ ਲਈ ਮੇਰੇ ਰੱਬ ਜੀ, ਨਾਮ ਤੇਰੋ ਆਸਨੋ, ਨਾਮ ਤੇਰੋ ਉਰਸਾ। ਤੇਰੇ ਨਾਮ ਦਾ ਸਿਮਰਨ ਹੀ ਤੇਰਾ ਆਸਣ ਹੈ, ਨਾਮ ਤੇਰੋ ਉਰਸਾ, ਤੇ ਨਾਮ ਦਾ ਸਿਮਰਨ ਹੀ ਕੇਸਰ ਰਗੜਨ ਦਾ ਪੱਥਰ ਹੈ। ਮੰਦਰਾਂ ਵਿੱਚ ਜਾਈਏ ਨਾ ਤੇ ਉੱਥੇ ਚੰਦਨ ਤੇ ਕੇਸਰ ਰਗੜਨ ਦਾ ਇੱਕ ਗੋਲ ਜਿਹਾ ਪੱਥਰ ਪਿਆ ਹੁੰਦਾ, ਉਹਨੂੰ ਰਗੜ ਕੇ ਪ੍ਰਮਾਤਮਾ ਨੂੰ ਛਿੱਟੇ ਦਿੱਤੇ ਜਾਂਦੇ ਹਨ ਮੂਰਤੀਆਂ ਨੂੰ। ਮਹਾਰਾਜ ਕਹਿੰਦੇ ਨੇ, ਤੁਹਾਡੇ ਨਾਮ ਦਾ ਸਿਮਰਨ ਹੀ ਕੇਸਰ ਰਗੜਨ ਦਾ ਪੱਥਰ ਹੈ। ਐ ਮੇਰੇ ਰੱਬ ਜੀ, ਤੇਰਾ ਸਿਮਰਨ ਹੀ ਕੇਸਰ ਦੇ ਛਿੱਟੇ ਦੇਣ ਦੇ ਬਰਾਬਰ ਹੈ। ਆਖੋ ਸਤਿਨਾਮ ਵਾਹਿਗੁਰੂ। ਅੱਗੇ ਮਹਾਰਾਜ ਬਚਨ ਕਰਦੇ ਨੇ, ਨਾਮ ਤੇਰਾ ਅੰਬੁਲਾ, ਨਾਮ ਤੇਰੋ ਚੰਦਨੋ। ਅੰਬਲਾ ਕਹਿੰਦੇ ਸਾਧ ਸੰਗਤ ਜੀ ਜਲ ਨੂੰ। ਗੁਰੂ ਰਵਿਦਾਸ ਮਹਾਰਾਜ ਕਹਿੰਦੇ, ਪ੍ਰਮਾਤਮਾ ਜੀ, ਤੁਹਾਡਾ ਨਾਮ ਜਪਣਾ, ਤੁਹਾਡਾ ਸਿਮਰਨ ਕਰਨਾ ਹੀ ਤੁਹਾਨੂੰ ਜਲ ਚੜਾਉਣਾ ਹੈ। ਤੇ ਨਾਮ ਤੇਰੋ ਚੰਦਨੋ, ਤੁਹਾਡਾ ਨਾਮ ਹੀ ਚੰਦਨ ਰੂਪ ਹੈ, ਸਿਮਰਨ ਹੀ ਚੰਦਨ ਦਾ ਟਿੱਕਾ ਹੈ। ਮੈਂ ਬਾਹਰਲੇ ਚੰਦਨ ਦੇ ਟਿੱਕੇ ਨਹੀਂ ਲਾਉਂਦਾ, ਤੁਹਾਡੇ ਨਾਮ ਰੂਪੀ, ਤੁਹਾਡੇ ਨਾਮ ਦਾ ਮੈਂ ਟਿੱਕਾ ਆਪਣੇ ਮਨ ਨੂੰ ਲਾਇਆ ਹੋਇਆ ਹੈ। ਆਖੋ ਸਤਿਨਾਮ ਵਾਹਿਗੁਰੂ। ਤੁਹਾਨੂੰ ਮੈਂ ਚੰਦਨ ਹੀ ਭੇਟਾ ਕਰਦਾ ਹਾਂ। ਤੁਹਾਡਾ ਸਿਮਰਨ ਜਿਹੜਾ ਕਰਨਾ, ਇਹ ਚੰਦਨ ਦਾ ਟਿੱਕਾ ਲਾਣਾ ਹੈ ਰੱਬ ਜੀ। ਆਖੋ ਸਤਿਨਾਮ ਵਾਹਿਗੁਰੂ। ਘਸ ਜਪੇ ਨਾਮ ਲੈ ਤੁਝੇ ਕੋ ਚਾਰੇ। ਐ ਮੇਰੇ ਪ੍ਰਮਾਤਮਾ ਜੀ, ਸਿਮਰਨ ਹੀ ਚੰਦਨ ਰਗੜ ਕੇ ਚੜਾਉਣਾ ਹੈ। ਜਦੋਂ ਮੈਂ ਤੁਹਾਡਾ ਭਜਨ ਕਰਦਾ ਤੇ ਉਹ ਚੰਦਨ ਨੂੰ ਚੜਾਉਣਾ ਹੋ ਗਿਆ ਤੁਹਾਨੂੰ। ਅੱਗੇ ਮਹਾਰਾਜ ਬਚਨ ਕਰਦੇ ਨੇ, ਨਾਮ ਤੇਰਾ ਦੀਵਾ, ਨਾਮ ਤੇਰੋ ਬਾਤੀ। ਐ ਮੇਰੇ ਦਾਤਾ ਜੀ, ਲੋਕੀ ਬਾਹਰਲੇ ਦੀਵੇ ਬਾਲਦੇ ਨੇ, ਪਰ ਮੈਂ ਤੇ ਤੇਰਾ ਜਦੋਂ ਨਾਮ ਜਪਦਾ, ਉਸ ਸਮੇਂ ਮੇਰੇ ਮਨ ਦਾ ਦੀਵਾ ਜਗ ਜਾਂਦਾ, ਬਲ ਜਾਂਦਾ। ਨਾਮ ਤੇਰਾ ਦੀਵਾ, ਤੇਰਾ ਨਾਮ ਹੀ ਦੀਵਾ ਹੈ। ਨਾਮ ਤੇਰੋ ਬਾਤੀ, ਤੇ ਤੇਰਾ ਨਾਮ ਹੀ ਉਸ ਦੀਵੇ ਦੀ ਬੱਤੀ ਹੈ, ਬੱਟੀ ਹੈ। ਨਾਮ ਤੇਰੋ ਤੇਲ ਲੈ ਮਾਹੇ ਪਸਾਰੇ। ਐ ਮੇਰੇ ਪ੍ਰਮਾਤਮਾ ਜੀ, ਤੁਹਾਡਾ ਨਾਮ ਰੂਪੀ ਤੇਲ ਵਿੱਚ ਮੈਂ ਪਾਇਆ ਹੋਇਆ ਹੈ, ਕਿਉਂਕਿ ਜਿਹੜਾ ਬਾਹਰੀ ਤੇਲ ਹੈ ਤੇ ਮੁੱਕ ਜਾਂਦਾ, ਤੁਹਾਡਾ ਨਾਮ ਰੂਪੀ ਤੇਲ ਕਦੇ ਮੁੱਕਦਾ ਹੀ ਨਹੀਂ। ਆਖੋ ਸਤਿਨਾਮ ਵਾਹਿਗੁਰੂ। ਤੁਹਾਡੇ ਨਾਮ ਰੂਪੀ ਤੇਲ ਦੇ ਨਾਲ ਹੀ ਮੈਂ ਆਪਣੇ ਮਨ ਦੀ ਜੋਤ ਜਗਾਈ ਹੋਈ ਹੈ। ਤੇ ਮਹਾਰਾਜ, ਮੈਂ ਬਾਹਰਲੀਆਂ ਜੋਤਾਂ ਨਹੀਂ ਬਾਲਦਾ, ਨਾਮ ਤੇਰੇ ਕੀ ਜੋਤ ਲਗਾਈ। ਤੁਹਾਡਾ ਨਾਮ ਜਦੋਂ ਮੈਂ ਮੇਰੇ ਰੱਬ ਜੀ ਜਪਦਾ ਤੇ ਮੇਰੇ ਮਨ ਅੰਦਰ ਜੋਤ ਜਗ ਪੈਂਦੀ। ਤੇ ਮਹਾਰਾਜ, ਮੈਂ ਬਾਹਰਲੀਆਂ ਜੋਤਾਂ ਨਹੀਂ, ਤੁਹਾਡੇ ਨਾਮ ਰੂਪੀ ਹੀ ਜੋਤ ਬਾਲ ਰਿਹਾ। ਆਖੋ ਸਤਿਨਾਮ ਵਾਹਿਗੁਰੂ। ਭਇਓ ਉਜਿਆਰੋ ਭਵਨ ਸਗਲਾਰੇ। ਜਿਵੇਂ ਜੋਤ ਬਾਲਣ ਕਰਕੇ, ਦੀਵਾ ਬਾਲਣ ਕਰਕੇ ਹਨੇਰਾ ਦੂਰ ਹੋ ਜਾਂਦਾ,
ਕਮਰੇ ਅੰਦਰ ਚਾਨਣ ਹੋ ਜਾਂਦਾ। ਮਹਾਰਾਜ ਕਹਿੰਦੇ ਜਦੋਂ ਮੈਂ ਤੁਹਾਡੇ ਨਾਮ ਦੀ ਜੋਤ ਅੰਦਰ ਜਗਾਉਂਦਾ ਨਾ ਜੀ, ਉਹਦੇ ਚਾਨਣ ਦੇ ਨਾਲ ਮੇਰੇ ਜਿਹੜੇ ਮਨ ਦੇ ਬ੍ਰਹਿਮੰਡ ਹਨ, ਸਰੀਰ ਅੰਦਰ ਵੀ ਸਾਧ ਸੰਗਤ ਜੀ ਬ੍ਰਹਿਮੰਡ ਹੁੰਦੇ ਨੇ, ਭਜਨ ਕਰਨ ਵਾਲਿਆਂ ਨੂੰ ਪਤਾ ਹੈ। ਕਹਿੰਦੇ ਜਿਸ ਦੇ ਚਾਨਣ ਨਾਲ ਸਾਰੀ ਬ੍ਰਹਿਮੰਡੀ ਭਵਨਾ ਵਿੱਚ ਚਾਨਣ ਹੋ ਗਿਆ। ਮੇਰੇ ਮਨ ਦੇ ਅੰਦਰ ਤੇਰੇ ਨਾਮ ਜਪਣ ਕਰਕੇ ਮੇਰੇ ਮਨ ਦੇ ਅੰਦਰ ਪੂਰਾ ਚਾਨਣ ਹੋ ਗਿਆ। ਆਖੋ ਸਤਨਾਮ ਵਾਹਿਗੁਰੂ। ਜਿਵੇਂ ਮਹਾਰਾਜ ਦੀ ਬਾਣੀ ਦਾ ਬਚਨ ਹੈ, 9 ਦੁਆਰੇ ਪ੍ਰਗਟ ਕੀਏ 10ਵਾਂ ਗੁਪਤ ਰਖਾਇਆ। ਜਿਹੜਾ 10ਵਾਂ ਦੁਆਰਾ ਹੈ ਤੁਹਾਡੇ ਨਾਮ ਦੀ ਜੋਤ ਬਾਲਣ ਕਰਕੇ, ਤੁਹਾਡਾ ਨਾਮ ਜਪਣ ਕਰਕੇ ਉਹ ਮੇਰਾ ਦੁਆਰਾ ਜਿਹੜਾ ਖੁੱਲ ਗਿਆ ਤੇ ਅੰਦਰ ਗਿਆਨ ਦਾ ਚਾਨਣ ਹੋ ਗਿਆ। ਆਖੋ ਸਤਨਾਮ ਵਾਹਿਗੁਰੂ। ਅੱਗੇ ਗੁਰੂ ਰਵਿਦਾਸ ਮਹਾਰਾਜ ਜੀ ਬਚਨ ਕਰਦੇ ਨੇ, ਕਹਿੰਦੇ ਨਾਮ ਤੇਰੋ ਤਾਗਾ, ਨਾਮ ਫੂਲ ਮਾਲਾ। ਤੇਰੇ ਨਾਮ ਦਾ ਸਿਮਰਨ ਹੀ ਧਾਗਾ ਹੈ ਰੱਬ ਜੀ, ਤੇ ਤੇਰਾ ਨਾਮ ਹੀ ਫੁੱਲਾਂ ਦੀ ਮਾਲਾ। ਭਾਰ 18 ਸਗਲ ਜੁਠਾਰੇ। ਆ ਬਾਕੀ 18 ਬਨਸਪਤੀਆਂ ਦੇ ਭਾਰ ਤੇ ਸਾਰੇ ਝੂਠੇ ਨੇ। ਤੇ ਇਹ ਮੇਰੇ ਰੱਬ ਜੀ, ਇਹ ਸਾਰੀ ਸ੍ਰਿਸ਼ਟੀ ਨੂੰ ਤੁਸੀਂ ਪੈਦਾ ਕੀਤਾ ਹੈ ਜੀ। ਭਾਰ 18 ਸਗਲ ਜੁਠਾਰੇ। ਇਹ 18 ਬਨਸਪਤੀਆਂ ਦੇ ਭਾਰ ਝੂਠੇ ਨੇ। ਤੇਰੋ ਕੀਆ ਤੁਝੈ ਕਿਆ ਅਰਪੂ। ਇਹ ਸਾਰੀ ਬਨਸਪਤੀ ਨੂੰ, ਸਾਰੇ ਜੀਵਾਂ ਨੂੰ ਤੂੰ ਹੀ ਪੈਦਾ ਕੀਤਾ ਮੇਰੇ ਪ੍ਰਮਾਤਮਾ ਜੀ। ਸਾਰੀ ਬਨਸਪਤੀ ਤੁਹਾਡੀ ਪੈਦਾ ਕੀਤੀ ਹੋਈ ਹੈ। ਤੇਰੋ ਕੀਆ ਤੁਝੈ ਕਿਆ ਅਰਪੂ। ਮੈਂ ਤੁਹਾਨੂੰ ਇਹਦੇ ਵਿੱਚੋਂ ਕੀ ਅਰਪਣ ਕਰਾਂ? ਮੈਂ ਫੁੱਲ ਤੋੜ ਕੇ ਬਾਹਰੋਂ ਜੇ ਤੁਹਾਨੂੰ ਚੜਾ ਦਿੱਤੇ ਤੇ ਮੈਂ ਕਹਾਂ ਕਿ ਮੈਂ ਚੜਾਏ ਨਹੀਂ ਮਹਾਰਾਜ, ਉਹ ਤੇ ਫੁੱਲਾਂ ਨੂੰ ਪੈਦਾ ਹੀ ਤੁਸੀਂ ਕੀਤਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਸ ਕਰਕੇ ਮਹਾਰਾਜ ਬਚਨ ਕਰਦੇ ਨੇ, ਕਹਿੰਦੇ ਜੋ ਵੀ ਕੀਤਾ ਕਰਾਇਆ ਤੇਰਾ ਹੀ ਹੈ ਰੱਬ ਜੀ। ਤੇਰੋ ਕੀਆ ਤੁਝੈ ਕਿਆ ਅਰਪੂ। ਮੈਂ ਤੁਹਾਨੂੰ ਕੀ ਭੇਟਾ ਕਰਾਂ? ਨਾਮ ਤੇਰਾ ਤੂੰ ਹੀ ਚਵਰ ਢੁਲਾਰੇ। ਤੁਹਾਡਾ ਨਾਮ ਜਪਣਾ ਹੀ ਤੁਹਾਡੇ ਉੱਤੇ ਮੈਂ ਚੋਰ ਚਲਾਉਂਦਾ ਹਾਂ। ਆਖੋ ਸਤਨਾਮ ਸ੍ਰੀ ਵਾਹਿਗੁਰੂ। 10 8 8 60 ਚਾਰੇ ਖਾਣੀ। ਇਹ ਹੈ ਵਰਤਣ ਹੈ ਸਗਲ ਸੰਸਾਰੇ। 10 ਤੇ 8 18 ਪੁਰਾਣ, 8 60 60 ਤੇ 8 68 ਤੀਰਥ ਅਤੇ ਚਾਰੇ ਖਾਣੀਆਂ। ਚਾਰੇ ਖਾਣੀਆਂ ਸਾਧ ਸੰਗਤ ਜੀ ਅੰਡਜ ਜੇਰਜ ਸੇਤਜ ਤੇ ਉਤਪੁਜ। ਇਹ ਚਾਰੇ ਖਾਣੀਆਂ, ਇਹਦੇ ਵਿੱਚ ਸਾਰਾ ਸੰਸਾਰ ਵਿਚਰ ਰਿਹਾ ਹੈ। ਇਹ ਹੈ ਵਰਤਣ ਹੈ ਸਗਲ ਸੰਸਾਰੇ। ਤੁਹਾਡੀ ਪੈਦਾ ਕੀਤੀ ਬਨਸਪਤੀ, ਤੁਹਾਡੀ ਪੈਦਾ ਕੀਤੀ ਇਹ ਜਨਤਾ, ਇਹ ਮਹਾਰਾਜ ਚਾਰ ਖਾਣੀਆਂ ਅੰਡਜ ਜੇਰਜ ਸੇਤਜ ਤੇ ਉਤਪੁਜ ਵਿੱਚ ਇਹ ਸਾਰਾ ਸੰਸਾਰ ਵਿਚਰ ਰਿਹਾ ਹੈ। ਕਹਿ ਰਵਿਦਾਸ ਨਾਮ ਤੇਰੋ ਆਰਤੀ। ਗੁਰੂ ਰਵਿਦਾਸ ਮਹਾਰਾਜ ਜੀ ਫਰਮਾਉਂਦੇ ਹਨ ਕਿ ਹੇ ਮੇਰੇ ਪ੍ਰਭੂ ਜੀ, ਹੇ ਮੇਰੇ ਮਾਧੋ ਜੀ, ਤੇਰਾ ਨਾਮ ਜਪਣਾ ਹੀ ਤੇਰੀ ਸੱਚੀ ਆਰਤੀ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਤੇ ਮੈਂ ਬਾਹਰਲੇ ਕਿਸੇ ਪਦਾਰਥਾਂ ਦਾ ਤੁਹਾਨੂੰ ਭੋਗ ਨਹੀਂ ਲਵਾਉਂਦਾ। ਸਤਨਾਮ ਹੈ ਹਰ ਭੋਗ ਤੁਹਾਰੇ। ਇਹ ਮੇਰੇ ਹਰੀ ਪਰਮੇਸ਼ਰ ਜੀ, ਤੁਹਾਡਾ ਸੱਚਾ ਨਾਮ ਹੀ ਤੁਹਾਨੂੰ ਭੋਗ ਲਵਾਉਣਾ ਹੈ। ਜਿਹੜਾ ਜੀਵ ਤੁਹਾਡਾ ਨਾਮ ਜਪਦਾ ਹੈ, ਤੁਹਾਡੇ ਉਹਦੇ ਉੱਤੇ ਖੁਸ਼ੀ ਹੋ ਜਾਂਦੀ ਹੈ। ਤੇ ਮਹਾਰਾਜ ਜੀ ਫਿਰ ਤੁਹਾਨੂੰ ਤੇ ਬਾਹਰਲੇ ਪਦਾਰਥਾਂ ਦੀ ਭੁੱਖ ਨਹੀਂ ਰਹਿੰਦੀ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਿਉਂਕਿ ਮਹਾਰਾਜ ਦੀ ਬਾਣੀ ਦੇ ਬਚਨ ਹਨ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਰੱਬ ਨੂੰ ਸਾਧ ਸੰਗਤ ਜੀ ਬਾਹਰਲੇ ਪਦਾਰਥਾਂ ਦੀ ਲੋੜ ਨਹੀਂ, ਸਿਰਫ ਉਹਨਾਂ ਨੂੰ ਇੱਕ ਪ੍ਰੇਮ ਪਦਾਰਥ ਦੀ ਲੋੜ ਹੈ। ਜਿਹਦੀ ਅਵਸਥਾ ਸਾਧ ਸੰਗਤ ਜੀ ਪ੍ਰੇਮ ਬਣ ਗਿਆ ਨਾ, ਫਿਰ ਸਮਝ ਲਓ ਉਹਨੇ ਰੱਬ ਨੂੰ ਪਾ ਲਿਆ। ਸਿੱਧੀ ਜੀ ਗੱਲ ਹੈ। ਜਿਹਦਾ ਮਨ ਰੱਬ ਵੱਲ ਨੂੰ ਸਿੱਧਾ, ਰੱਬ ਉਹਦੇ ਵੱਲ ਨੂੰ ਸਿੱਧਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਉਹ ਤੇ ਸਾਧ ਸੰਗਤ ਜੀ ਪ੍ਰੇਮ ਦਾ ਭੁੱਖਾ ਹੈ ਮਾਧੋ, ਪਦਾਰਥਾਂ ਦਾ ਨਹੀਂ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਤਿਨ ਪ੍ਰਭ ਪਾਇਓ ਹੈ ਜਿਨ ਪ੍ਰੇਮ ਕੀਓ। ਤਿਨ ਪ੍ਰਭ ਪਾਇਓ ਹੈ ਜਿਨ ਪ੍ਰੇਮ ਕੀਓ। ਪ੍ਰਭ ਪਾਇਓ ਹੈ ਜਿਨ ਪ੍ਰੇਮ ਕੀਓ। ਤਿਨ ਪ੍ਰਭ ਪਾਇਓ ਹੈ ਜਿਨ ਪ੍ਰੇਮ ਕੀਓ। ਤਿਨ ਪ੍ਰਭ ਪਾਇਓ ਹੈ ਜਿਨ ਪ੍ਰੇਮ ਕੀਓ। ਤਿਨ ਪ੍ਰਭ ਪਾਇਓ ਹੈ ਜਿਨ ਪ੍ਰੇਮ ਕੀਓ। ਜਿਨ ਪ੍ਰੇਮ ਕੀਓ, ਜਿਨ ਪ੍ਰੇਮ ਕੀਓ, ਜਿਨ ਪ੍ਰੇਮ ਕੀਓ, ਜਿਨ ਪ੍ਰੇਮ ਕੀਓ। 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 ਪ੍ਰੇਮ ਕੀਓ। ਜਿਨ ਪ੍ਰੇਮ ਕੀਓ। ਜਿਨ ਪ੍ਰੇਮ
ਤਿਨ ਪ੍ਰਭ ਪਾਇਓ ਹੈ ਜਿਨ ਪ੍ਰੇਮ ਕੀਓ 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 ਰੱਬ ਨੂੰ ਪਾਇਆ ਉਹਨੇ ਸਾਧ ਸੰਗਤ ਜੀ ਜਿਹਨੇ ਪ੍ਰੇਮ ਕੀਤਾ ਆਖੋ ਸਤਨਾਮ। ਸ਼੍ਰੀ ਵਾਹਿਗੁਰੂ। ਜਦੋਂ ਸਾਹਿਬ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਨੇ ਧਨਾਸਰੀ ਰਾਗ ਦਾ ਸ਼ਬਦ ਉਚਾਰਨ ਕੀਤਾ ਕਹਿੰਦੇ ਫਿਰ ਪ੍ਰਮਾਤਮਾ ਨੇ ਗੁਰੂ ਰਵਿਦਾਸ ਮਹਾਰਾਜ ਨੂੰ ਆਪਣੀ ਗਲਵਕੜੀ ਵਿੱਚ ਲੈ ਲਿਆ ਆਖੋ ਸਤਨਾਮ। ਸ਼੍ਰੀ ਵਾਹਿਗੁਰੂ। ਤੇ ਇਹ ਵਰ ਦਿੱਤਾ ਕਿਹਾ ਰਵਿਦਾਸ ਜੀ ਜਿਹੜਾ ਵੀ ਜੀਵ ਤੁਹਾਡੀ ਬਾਣੀ ਨੂੰ ਗਾਏਗਾ ਪੜ੍ਹੇਗਾ ਸੁਣੇਗਾ ਮਹਾਰਾਜ ਕਹਿੰਦੇ ਉਹ ਮੁਕਤ ਹੋ ਜਾਊਗਾ ਆਖੋ ਸਤਨਾਮ। ਸ਼੍ਰੀ ਵਾਹਿਗੁਰੂ। ਉਹ ਸਾਧ ਸੰਗਤ ਜੀ ਧੁਰ ਕੀ ਬਾਣੀ ਦਾ ਕੀਰਤਨ ਕਰਨਾ ਧੁਰ ਕੀ ਬਾਣੀ ਨੂੰ ਸੁਣਨਾ ਤੇ ਧੁਰ ਕੀ ਬਾਣੀ ਨੂੰ ਗਾਉਣਾ ਤੇ ਧੁਰ ਕੀ ਬਾਣੀ ਦਾ ਸਤਿਕਾਰ ਕਰਨਾ। ਗੁਰੂ ਰਵਿਦਾਸ ਮਹਾਰਾਜ ਜੀ ਦੀ ਧੁਰ ਕੀ ਬਾਣੀ ਦੇ 40 ਸ਼ਬਦ ਇੱਕ ਸ਼ਲੋਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਬਾਣੀ ਵਿੱਚ ਦਰਜ ਹੈ। ਗੁਰੂ ਨਾਨਕ ਪਾਤਸ਼ਾਹ ਨੇ ਗੁਰੂ ਰਵਿਦਾਸ ਮਹਾਰਾਜ ਜੀ ਦੀ ਧੁਰ ਕੀ ਬਾਣੀ ਲਿਆਂਦੀ ਤੇ ਸਾਧ ਸੰਗਤ ਜੀ ਦੂਜੇ ਪਾਤਸ਼ਾਹ ਦੇ ਕੋਲ ਇਸੇ ਤਰ੍ਹਾਂ ਫਿਰ ਇਹ ਮਹਾਂਪੁਰਖਾਂ ਦੀ ਬਾਣੀ ਸਤਿਪੁਰਸ਼ਾਂ ਦੀ ਬਾਣੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਪੋਥੀ ਸਾਹਿਬ ਪੋਥੀ ਪਰਮੇਸ਼ਰ ਕਾ ਥਾਨ ਵਿੱਚ ਦਰਜ ਕੀਤੀ। ਪੰਜਵੇਂ ਜਾਮੇ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਨੇ ਸੋਨੇ ਦੇ ਹਰਮੰਦਰਾਂ ਵਿੱਚ ਸਾਧ ਸੰਗਤ ਜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਕੀਤਾ ਆਖੋ ਸਤਨਾਮ। ਸ਼੍ਰੀ ਵਾਹਿਗੁਰੂ। ਜਿੱਥੇ ਅਸੀਂ ਗੁਰੂ ਨਾਨਕ ਸਾਹਿਬ ਜੀ ਨੂੰ ਮੱਥਾ ਟੇਕਦੇ ਹਾਂ ਜਿੱਥੇ ਅਸੀਂ ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ ਨਮਸਕਾਰ ਕਰਦੇ ਹਾਂ ਸਾਧ ਸੰਗਤ ਜੀ ਉੱਥੇ ਬਰੋਬਰ ਹੀ ਗੁਰੂ ਰਵਿਦਾਸ ਮਹਾਰਾਜ ਜੀ ਨੂੰ ਕਬੀਰ ਮਹਾਰਾਜ ਨੂੰ ਮੱਥਾ ਟੇਕਿਆ ਜਾਂਦਾ ਆਖੋ ਸਤਨਾਮ। ਸ਼੍ਰੀ ਵਾਹਿਗੁਰੂ। ਸਾਨੂੰ ਲੋਕਾਂ ਨੂੰ ਗੁਰੂ ਰਵਿਦਾਸ ਮਹਾਰਾਜ ਬਾਰੇ ਨਹੀਂ ਸੀ ਪਤਾ ਲੱਗਣਾ ਪਰ ਇਹ ਤੇ ਗੁਰੂ ਨਾਨਕ ਮਹਾਰਾਜ ਜੀ ਨੇ ਕਿਰਪਾ ਕੀਤੀ ਹੈ ਜਿਨ੍ਹਾਂ ਨੇ ਸਤਿਪੁਰਖਾਂ ਦੀ ਬਾਣੀ ਸਾਂਭ ਕੇ ਰੱਖੀ। ਅਸੀਂ ਲੋਕ ਗੁਰੂ ਨਾਨਕ ਪਾਤਸ਼ਾਹ ਜੀ ਦਾ ਦੇਣ ਨਹੀਂ ਦੇ ਸਕਦੇ ਆਖੋ ਸਤਨਾਮ। ਸ਼੍ਰੀ ਵਾਹਿਗੁਰੂ। ਆਓ ਸਾਧ ਸੰਗਤ ਜੀ ਵਿਚਾਰ ਚੱਲ ਰਹੀ ਹੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਜਿਸ ਸਥਾਨ ਤੇ ਅੱਜ ਤੁਸੀਂ ਬਹਿ ਕੇ ਹਾਜ਼ਰੀਆਂ ਭਰ ਰਹੇ ਹੋ ਇਹ ਖੁਰਾਲਗੜ੍ਹ ਸਾਹਿਬ ਦੀ ਧਰਤੀ ਹੈ। ਪਹਿਲਾਂ ਨਾਂ ਪਿੰਡ ਦਾ ਖੁਰਾਲੀ ਸੀ। ਜਦੋਂ ਇੱਥੇ ਗੁਰੂ ਰਵਿਦਾਸ ਮਹਾਰਾਜ ਜੀ ਨੇ ਚਰਨ ਪਾਏ ਤੇ ਇਸ ਨਗਰ ਨੂੰ ਖੁਰਾਲਗੜ੍ਹ ਸਾਹਿਬ ਬਣਾਤਾ ਆਖੋ ਸਤਨਾਮ। ਸ਼੍ਰੀ ਵਾਹਿਗੁਰੂ। ਸੋ ਗੁਰੂ ਰਵਿਦਾਸ ਮਹਾਰਾਜ ਜੀ ਇੱਥੇ ਆਏ ਕਿਵੇਂ ਆਓ ਆਪਾਂ ਸਾਰੀਆਂ ਸੰਗਤਾਂ ਰਲ ਮਿਲ ਕੇ ਇਤਿਹਾਸ ਦੇ ਨਾਲ ਜੁੜੀਏ। ਵੇਖੋ ਸਾਧ ਸੰਗਤ ਜੀ 4 ਸਾਲ 2 ਮਹੀਨੇ 11 ਦਿਨ ਮਹਾਰਾਜ ਇੱਥੇ ਰਹੇ। ਅਸੀਂ ਕਿਸੇ ਦੇ ਘਰ ਜਾਂਦੇ ਹਾਂ ਰਿਸ਼ਤੇਦਾਰੀ ਦੇ ਵਿੱਚ ਕੋਈ ਸਾਧ ਸੰਗਤ ਜੀ 2 ਦਿਨ ਵਾਸਤੇ ਵੱਧ ਤੋਂ ਵੱਧ 1 ਹਫ਼ਤੇ ਵਾਸਤੇ ਇੱਦਾਂ ਮੰਨ ਲਓ ਕਿ ਕੋਈ ਮਹੀਨਾ ਹੀ ਰਹਿ ਲਓ ਬਹੁਤਾ ਕਿਸੇ ਦੇ ਘਰ ਜਾ ਕੇ ਜੇ ਜ਼ਿਆਦਾ ਪ੍ਰੇਮ ਹੋਵੇ ਤੇ ਵੱਧ ਤੋਂ ਵੱਧ ਬੰਦਾ ਮਹੀਨਾ ਰਹਿ ਲੈਂਦਾ। ਪਰ ਬਾਬਾ ਧੰਨਾ ਜੀ ਦੇ ਨਾਲ ਗੁਰੂ ਰਵਿਦਾਸ ਮਹਾਰਾਜ ਜੀ ਦਾ ਕਿੰਨਾ ਪਿਆਰ ਹੋਣਾ ਜਿਨ੍ਹਾਂ ਦੇ ਘਰ ਮਹਾਰਾਜ 4 ਸਾਲ 2 ਮਹੀਨੇ 11 ਦਿਨ ਰਹੇ ਆਖੋ ਸਤਨਾਮ। ਸ਼੍ਰੀ ਵਾਹਿਗੁਰੂ। ਜੇ ਤੁਸੀਂ ਇਸ ਸਥਾਨ ਤੇ ਹਾਜ਼ਰੀ ਭਰੇ ਹੋ ਨਾ ਤੇ ਸੰਗਤ ਜੀ 4 ਸਾਲ 2 ਮਹੀਨੇ 11 ਦਿਨ ਮਹਾਰਾਜ ਇੱਥੇ ਰਹੇ ਤੇ ਤੁਸੀਂ ਥੋੜਾ ਜਿਹਾ ਸਮਾਂ ਹੁਣ ਇੱਥੇ ਹਾਜ਼ਰੀ ਭਰ ਕੇ ਜਾਇਆ ਕਰੋ ਆਖੋ ਸਤਨਾਮ। ਸ਼੍ਰੀ ਵਾਹਿਗੁਰੂ। ਆਓ ਸਾਧ ਸੰਗਤ ਜੀ ਹੁਣ ਆਪਾਂ ਇਸ ਖੁਰਾਲਗੜ੍ਹ ਸਾਹਿਬ ਦੇ ਇਤਿਹਾਸ ਦੇ ਨਾਲ ਜੁੜਨਾ ਕਰੀਏ। ਸੰਤ ਮੀਰਾਂ ਜੀ ਜਿਨ੍ਹਾਂ ਨੂੰ ਸੰਤ ਬਣਾਇਆ ਸਾਹਿਬ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਨੇ। ਮੀਰਾਂ ਇੱਕ ਐਸੀ ਸੰਤ ਹੋਈ ਜਿਹਨੇ ਗੁਰੂ ਰਵਿਦਾਸ ਮਹਾਰਾਜ ਜੀ ਦੇ ਨਾਲ ਅਨੇਕਾਂ ਸੰਗਤਾਂ ਨੂੰ ਜੋੜਿਆ। ਸਾਡਾ ਇਲਾਕਾ ਜਿਹੜਾ ਇਹ ਬੀਤ ਇਹਦੇ 22 ਪਿੰਡ ਨੇ ਤੇ ਰਾਜੇ ਬੈਨ ਦੀ ਰਿਆਸਤ ਸੀ। ਇਹ 22 ਪਿੰਡਾਂ ਦਾ ਮਾਲਕ ਸੀ ਰਾਜਾ ਬੈਨ। ਰਾਜਾ ਬੈਨ ਮੀਰਾਂ ਬਾਈ ਦਾ ਰਿਸ਼ਤੇ ਵਿੱਚ ਮਾਸੜ ਲੱਗਦਾ ਸੀ। ਮੀਰਾਂ ਬਾਈ ਅਕਸਰ ਇੱਥੇ ਆਇਆ ਜਾਇਆ ਕਰਦੀ ਸੀ। ਗੜੀ ਮਾਨਸਵਾਲ ਨਗਰ ਸਾਧ ਸੰਗਤ ਜੀ ਜਿੱਥੇ ਰਾਜੇ ਬੈਨ ਦੀ ਰਿਹਾਇਸ਼ ਸੀ। ਸੋ ਰਾਜੇ ਬੈਨ ਦੇ ਘਰ ਮੀਰਾਂ ਨੇ ਆਉਣਾ ਤੇ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਹੱਥ ਵਿੱਚ ਤੂੰਬਾ ਫੜ ਕੇ ਸਾਹਿਬ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਧੁਰ ਕੀ ਬਾਣੀ ਦਾ ਕੀਰਤਨ ਕਰਨਾ, ਧੁਰ ਕੀ ਬਾਣੀ ਗਾਉਣੀ। ਹੁਣ ਸਾਧ ਸੰਗਤ ਜੀ ਕਹਿੰਦੇ ਮੀਰਾਂ ਨੇ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕੀਤਾ ਆਪਣੇ ਮਾਸੜ ਰਾਜੇ ਬੈਨ ਦੇ ਘਰ। ਅੰਮ੍ਰਿਤ ਵੇਲੇ ਉੱਠ ਕੇ ਚੌਂਕੜਾ ਮਾਰਿਆ, ਭਜਨ ਕੀਤਾ, ਹੱਥ ਵਿੱਚ ਤੂੰਬਾ ਫੜਿਆ ਤੇ ਸਾਹਿਬ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਇਹ ਧੁਰ ਕੀ ਬਾਣੀ ਦਾ ਸ਼ਬਦ ਪੜ੍ਹੇ। ਆਖੋ ਸਤਨਾਮ। ਸ਼੍ਰੀ ਵਾਹਿਗੁਰੂ।
ਜੋੜੀ ਮਾਲਕਾ ਸੱਚੀ ਪ੍ਰੀਤ ਜੀ ਮੈਂ ਤੇਰੇ ਨਾਲ, ਜੋੜੀ ਸਾਹਿਬ ਜੀ ਸੱਚੀ ਪ੍ਰੀਤ ਜੀ ਮੈਂ ਤੇਰੇ ਨਾਲ। ਜੋੜੀ ਮਾਲਕਾ ਸੱਚੀ ਪ੍ਰੀਤ ਜੀ ਮੈਂ ਤੇਰੇ ਨਾਲ, ਜੋੜੀ ਸਾਹਿਬ ਜੀ ਸੱਚੀ ਪ੍ਰੀਤ ਜੀ ਮੈਂ ਤੇਰੇ ਨਾਲ। ਜੋੜੀ ਮਾਲਕਾ ਸੱਚੀ ਪ੍ਰੀਤ ਜੀ ਮੈਂ ਤੇਰੇ ਨਾਲ, ਜੋੜੀ ਸਾਹਿਬ ਜੀ ਸੱਚੀ ਪ੍ਰੀਤ ਜੀ ਮੈਂ ਤੇਰੇ ਨਾਲ। ਪ੍ਰੀਤ ਜੀ ਮੈਂ ਤੇਰੇ ਨਾਲ, ਪ੍ਰੀਤ ਜੀ ਮੈਂ ਤੇਰੇ ਨਾਲ, ਪ੍ਰੀਤ ਜੀ ਮੈਂ ਤੇਰੇ ਨਾਲ, ਪ੍ਰੀਤ ਜੀ ਮੈਂ ਤੇਰੇ ਨਾਲ। ਪ੍ਰੀਤ ਜੀ ਮੈਂ ਤੇਰੇ ਨਾਲ, ਪ੍ਰੀਤ ਜੀ ਮੈਂ ਤੇਰੇ ਨਾਲ, ਪ੍ਰੀਤ ਜੀ ਮੈਂ ਤੇਰੇ ਨਾਲ, ਪ੍ਰੀਤ ਜੀ ਮੈਂ ਤੇਰੇ ਨਾਲ। ਪ੍ਰੀਤ ਜੀ ਮੈਂ ਤੇਰੇ ਨਾਲ, ਪ੍ਰੀਤ ਜੀ ਮੈਂ ਤੇਰੇ ਨਾਲ, ਪ੍ਰੀਤ ਜੀ ਮੈਂ ਤੇਰੇ ਨਾਲ, ਪ੍ਰੀਤ ਜੀ ਮੈਂ ਤੇਰੇ ਨਾਲ। ਜੋੜੀ ਮਾਲਕਾ ਸੱਚੀ ਪ੍ਰੀਤ ਜੀ ਮੈਂ ਤੇਰੇ ਨਾਲ, ਜੋੜੀ ਸਾਹਿਬ ਜੀ ਸੱਚੀ ਪ੍ਰੀਤ ਜੀ ਮੈਂ ਤੇਰੇ ਨਾਲ। ਜੋੜੀ ਮਾਲਕਾ ਸੱਚੀ ਪ੍ਰੀਤ ਜੀ ਮੈਂ ਤੇਰੇ ਨਾਲ, ਜੋੜੀ ਸਾਹਿਬ ਜੀ ਸੱਚੀ ਪ੍ਰੀਤ ਜੀ ਮੈਂ ਤੇਰੇ ਨਾਲ। ਜੋੜੀ ਮਾਲਕਾ ਸੱਚੀ ਪ੍ਰੀਤ ਜੀ ਮੈਂ ਤੇਰੇ ਨਾਲ, ਜੋੜੀ ਸਾਹਿਬ ਜੀ ਸੱਚੀ ਪ੍ਰੀਤ ਜੀ ਮੈਂ ਤੇਰੇ ਨਾਲ। ਸਾਚੀ ਪ੍ਰੀਤ ਹਮ ਤੁਮ ਸਿਓ ਜੋਰੀ, ਤੁਮ ਸਿਓ ਜੋਰ ਅਵਰ ਸੰਗ ਤੋਰੀ। ਇਹ ਮੀਰਾ ਨੇ ਜਦੋਂ ਧੁਰ ਕੀ ਬਾਣੀ ਦਾ ਸ਼ਬਦ ਪੜ੍ਹਿਆ, ਰਾਜੇ ਬੈਨ ਦੇ ਘਰ ਦਾ ਕੰਮਕਾਜ ਕਰਿਆ ਕਰਦੀ ਸੀ ਮਾਈ ਗੁਰਦਾਸੀ, ਗੜੀ ਮਾਨਸਵਾਲ ਨਗਰ ਦੀ ਰਹਿਣ ਵਾਲੀ ਬਜ਼ੁਰਗ ਮਾਤਾ। ਰਾਜੇ ਬੈਨ ਦੇ ਘਰ ਦਾ ਕੰਮਕਾਜ ਕਰਨਾ, ਜਦੋਂ ਕੰਨਾਂ ਦੇ ਵਿੱਚ ਆਵਾਜ਼ ਪਈ ਧੁਰ ਕੀ ਬਾਣੀ ਦੀ, ਮੀਰਾ ਦੇ ਕੋਲ ਮਾਈ ਗੁਰਦਾਸੀ ਗਈ ਤੇ ਉਹਨੇ ਕਿਹਾ, ਬੱਚੀਏ ਮੀਰਾ, ਇਹ ਤੂੰ ਕੀ ਗਾਉਨੀ ਏ, ਕੀ ਸ਼ਬਦ ਪੜ੍ਹਦੀ ਏ, ਮਨ ਨੂੰ ਖਿੱਚ ਜਿਹੀ ਪੈਂਦੀ ਏ, ਇਹਦੇ ਵਿੱਚ ਬੜਾ ਰਸ ਏ, ਬੜਾ ਡੂੰਘਾ ਗਿਆਨ ਏ। ਮੀਰਾ ਤੂੰ ਕਿਸ ਦੀ ਬਾਣੀ ਗਾਉਨੀ ਏ? ਗੁਰੂ ਰਵਿਦਾਸ, ਗੁਰੂ ਰਵਿਦਾਸ ਜਪਦੀ ਏ। ਮੀਰਾ, ਇਹ ਗੁਰੂ ਰਵਿਦਾਸ ਹੈ ਕੌਣ ਨੇ? ਉਸ ਸਮੇਂ ਫਿਰ ਮੀਰਾ ਨੇ ਕਿਹਾ, ਮਾਈ ਗੁਰਦਾਸੀ, ਗੁਰੂ ਰਵਿਦਾਸ ਮਹਾਰਾਜ ਮੇਰੇ ਗੁਰੂ ਨੇ, ਸੀਰ ਗਵਰਧਨਪੁਰ ਰਹਿੰਦੇ ਨੇ ਤੇ ਤੁਹਾਡੀ ਕੁਲ ਦੇ ਵਿੱਚੋਂ ਨੇ। ਆਖੋ ਸਤਿਨਾਮ। ਸ੍ਰੀ ਵਾਹਿਗੁਰੂ। ਮਾਈ ਗੁਰਦਾਸੀ ਦੀ ਲਗਨ ਲਾ ਦਿੱਤੀ ਮੀਰਾ ਨੇ। ਮੀਰਾ ਨੇ ਗੁਰੂ ਰਵਿਦਾਸ ਮਹਾਰਾਜ ਜੀ ਦੀ ਉਸਤਤ ਵਡਿਆਈ ਸੋਭਾ ਸੁਣਾਈ ਤੇ ਮਾਈ ਗੁਰਦਾਸੀ ਦੀ ਲਗਨ ਲੱਗ ਗਈ। ਮਾਈ ਗੁਰਦਾਸੀ ਨੇ ਬੇਨਤੀ ਕੀਤੀ, ਕਹਿੰਦੇ ਮੀਰਾ, ਜਿਵੇਂ ਤੂੰ ਸਤਿਗੁਰਾਂ ਦੀ ਧੁਰ ਕੀ ਬਾਣੀ ਗਾਉਂਦੀ ਹੈ ਨਾ, ਤੇ ਇਹ ਮੈਨੂੰ ਵੀ ਸ਼ਬਦ ਕੰਠ ਕਰਾ ਦੇ, ਮੈਂ ਵੀ ਧੁਰ ਕੀ ਬਾਣੀ ਗਾਇਆ ਕਰੂੰਗੀ। ਮੀਰਾ ਨੇ ਕਿਹਾ, ਜਿਹੜਾ ਵੀ ਜੀਵ ਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਨੂੰ ਗਾਉਂਦਾ ਏ, ਪੜ੍ਹਦਾ ਏ, ਵਿਚਾਰਦਾ ਤੇ ਇਸ ਬਾਣੀ ਦੀ ਵਿਚਾਰ ਨੂੰ ਮੰਨਦਾ ਏ, ਉਹ ਅਕਾਲ ਪੁਰਖ ਦੀ ਕਿਰਪਾ ਸਦਕਾ, ਗੁਰੂ ਰਵਿਦਾਸ ਮਹਾਰਾਜ ਜੀ ਦੀ ਕਿਰਪਾ ਸਦਕਾ ਉਹ ਜੀਵ ਮੁਕਤ ਹੋ ਜਾਂਦਾ। ਆਖੋ ਸਤਿਨਾਮ। ਸ੍ਰੀ ਵਾਹਿਗੁਰੂ। ਨਖਿੱਧ ਜੂਨਾਂ 'ਚ ਉਹਨੂੰ ਭਟਕਣਾ ਨਹੀਂ ਪੈਂਦਾ। ਹੁਣ ਮਾਈ ਗੁਰਦਾਸੀ ਦੀ ਲਗਨ ਲੱਗ ਗਈ। ਮਾਈ ਗੁਰਦਾਸੀ ਨੇ ਜੰਗਲ ਦੇ ਵਿੱਚੋਂ ਲੱਕੜਾਂ ਲੈਣ ਜਾਣਾ। ਜਦੋਂ ਕੋਈ ਵੀ ਘਰ ਦਾ ਕੰਮਕਾਜ ਕਰਨਾ ਰਾਜੇ ਬੈਨ ਦੇ ਮਹਿਲਾਂ ਦਾ, ਉਸ ਸਮੇਂ ਮਾਈ ਗੁਰਦਾਸੀ ਨੇ ਧੁਰ ਕੀ ਬਾਣੀ ਗਾਉਣੀ। ਤੇ ਬਾਬਾ ਧੰਨਾ ਜੀ ਦਾ ਘਰ ਏ, ਜਿੱਥੇ ਤੁਸੀਂ ਸਾਧ ਸੰਗਤ ਜੀ ਖੁਰਾਲਗੜ੍ਹ ਸਾਹਿਬ ਹਾਜ਼ਰੀ ਭਰਦੇ ਹੋ। ਇੱਕ ਤੇ ਬਾਬਾ ਧੰਨਾ ਜੀ ਉਹ ਹੋਏ ਜੱਟ ਘਰਾਣੇ ਵਿੱਚੋਂ, ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਦਰਜ ਹੈ। ਪਰ ਇਹ ਬਾਬਾ ਧੰਨਾ ਜੀ ਆਪਣੀ ਬਰਾਦਰੀ ਦੇ ਸਨ ਸੂਦ ਗੋਤ ਦੇ। ਇਹ ਸਾਰਾ ਵਿਹੜਾ ਹੀ ਸੂਦ ਗੋਤ ਦਾ ਏ। ਬਾਬਾ ਧੰਨਾ ਜੀ, ਬਾਬਾ ਦੇਵੀਆ ਜੀ ਦੇ ਅੰਸ਼ ਵੰਸ਼ ਨੇ ਸਾਰੇ। ਇਹ ਬਾਬਾ ਧੰਨਾ ਜੀ ਦਾ ਘਰ ਏ, ਜਿੱਥੇ ਆ ਬਰਾਂਡੇ ਦੇ ਵਿੱਚ ਛੋਟਾ ਨਿਸ਼ਾਨ ਸਾਹਿਬ ਲੱਗਾ ਏ। ਇੱਥੇ ਪਹਿਲਾਂ ਪਿੱਪਲ ਦਾ ਦਰਖਤ ਹੁੰਦਾ ਸੀ। ਇਸ ਪਿੱਪਲ ਦੇ ਦਰਖਤ ਦੇ ਕੱਚੇ ਚੌਂਤੇ ਦੇ ਉੱਪਰ ਬਹਿ ਕੇ ਬਾਬਾ ਧੰਨਾ ਜੀ ਨੇ ਜੋੜੇ ਗੰਢਣ ਦੀ ਕਿਰਤ ਕਰਨੀ। ਜਦੋਂ ਸਮਾਂ ਬਣੇ ਤੇ ਜੰਗਲ ਦੇ ਵਿੱਚੋਂ ਲੱਕੜਾਂ ਲੈਣ ਜਾਣਾ ਤੇ ਮਾਈ ਗੁਰਦਾਸੀ ਜੀ ਪਾਸੋਂ ਗੁਰੂ ਰਵਿਦਾਸ ਮਹਾਰਾਜ ਦੀ ਉਪਮਾ ਸੁਣੀ, ਵਡਿਆਈ ਸੁਣੀ, ਧੁਰ ਕੀ ਬਾਣੀ ਦਾ ਕੀਰਤਨ ਸੁਣਿਆ ਤੇ ਮਨ ਨੂੰ ਬੜਾ ਆਨੰਦ ਆਇਆ। ਤੇ ਬਾਬਾ ਧੰਨਾ ਜੀ ਨੇ ਕਿਹਾ, ਮਾਈ ਗੁਰਦਾਸੀ, ਤੂੰ ਧੁਰ ਕੀ ਬਾਣੀ ਜਦੋਂ ਪੜ੍ਹਦੀ ਏ ਤੇ ਮਨ ਨੂੰ ਬੜਾ ਆਨੰਦ ਆਉਂਦਾ। ਇਹ ਕਿਹਨਾਂ ਦੇ ਬੋਲ ਨੇ ਤੇ ਕਿਹਨਾਂ ਦੀ ਬਾਣੀ ਏ?
ਉਸ ਸਮੇਂ ਮਾਈ ਗੁਰਦਾਸੀ ਨੇ ਕਿਹਾ ਬਾਬਾ ਧੰਨਾ ਜੀ ਨੂੰ ਕਿ ਇਹ ਜਿਹੜੀ ਬਾਣੀ ਹੈ ਇਹ ਗੁਰੂ ਰਵਿਦਾਸ ਮਹਾਰਾਜ ਜੀ ਦੀ ਧੁਰ ਕੀ ਬਾਣੀ ਹੈ। ਸੰਤ ਮੀਰਾ ਜੀ ਨੇ ਮੇਰੀ ਲਗਨ ਲਗਾਈ। ਇਹ ਧੁਰ ਕੀ ਬਾਣੀ ਨੂੰ ਜਿਹੜਾ ਜੀਵ ਗਾਉਂਦਾ ਏ, ਪੜ੍ਹਦਾ ਏ, ਵਿਚਾਰਦਾ ਤੇ ਵਿਚਾਰ ਨੂੰ ਮੰਨਦਾ, ਉਹ ਮੁਕਤ ਹੋ ਜਾਂਦਾ, ਨਖਿੱਧ ਜੂਨਾਂ 'ਚ ਨਹੀਂ ਪੈਂਦਾ। ਤੇ ਬਾਬਾ ਧੰਨਾ ਜੀ ਨੂੰ ਮਾਈ ਗੁਰਦਾਸੀ ਨੇ ਕਿਹਾ ਗੁਰੂ ਰਵਿਦਾਸ ਮਹਾਰਾਜ ਸਾਡੀ ਕੌਮ ਦੇ ਰਹਿਬਰ ਨੇ, ਸਾਡੀ ਕੌਮ ਦੇ ਮਾਲਕ ਨੇ, ਇਹ ਗੁਰੂ ਰਵਿਦਾਸ ਮਹਾਰਾਜ ਜੀ ਦੀ ਧੁਰ ਕੀ ਬਾਣੀ ਹੈ। ਬਾਬਾ ਧੰਨਾ ਜੀ ਦੀ ਲਗਨ ਫਿਰ ਮਾਈ ਗੁਰਦਾਸੀ ਨੇ ਲਾ ਦਿੱਤੀ। ਜਿਵੇਂ ਮੀਰਾ ਨੇ ਮਾਈ ਗੁਰਦਾਸੀ ਦੀ ਲਗਨ ਲਾਈ ਤੇ ਮਾਈ ਗੁਰਦਾਸੀ ਨੇ ਬਾਬਾ ਧੰਨਾ ਜੀ ਦੀ ਲਗਨ ਲਗਾ ਦਿੱਤੀ। ਹੁਣ ਬਾਬਾ ਧੰਨਾ ਜੀ ਨਾਲ ਨਾਲ ਜੋੜੇ ਗੰਢਣ ਦੀ ਵੀ ਕਿਰਤ ਕਰਦੇ ਨੇ, ਨਾਲ ਨਾਲ ਗੁਰੂ ਰਵਿਦਾਸ ਮਹਾਰਾਜ ਜੀ ਦੀ ਧੁਰ ਕੀ ਬਾਣੀ ਵੀ ਪੜ੍ਹਦੇ ਨੇ। ਜਿਹੜਾ ਜੀਵ ਇਸ ਬਾਣੀ ਨੂੰ ਪੜ੍ਹਦਾ ਗਾਉਂਦਾ ਤੇ ਬਾਣੀ ਉਸ ਜੀਵ ਦਾ ਮਨ ਬੈਰਾਗੀ ਕਰ ਦਿੰਦੀ। ਜਦੋਂ ਮਨ ਨੂੰ ਬੈਰਾਗ ਲੱਗ ਜਾਂਦਾ ਤੇ ਮਨ ਦੇ ਵਿੱਚ ਇੱਛਾ ਪ੍ਰਗਟ ਹੋ ਜਾਂਦੀ ਕਿ ਇਹ ਮੇਰੇ ਰੱਬ ਜੀ, ਇਹ ਮੇਰੇ ਗੁਰੂ ਜੀ, ਮੈਨੂੰ ਤੁਹਾਡੇ ਦਰਸ਼ਨ ਹੋ ਜਾਣ। ਬਾਬਾ ਧੰਨਾ ਜੀ ਦਾ ਮਨ ਬੈਰਾਗੀ ਹੋ ਗਿਆ ਬਾਣੀ ਪੜ੍ਹ ਪੜ੍ਹ ਕੇ, ਬਾਣੀ ਗਾ ਗਾ ਕੇ। ਬਾਬਾ ਧੰਨਾ ਜੀ ਦੇ ਮਨ ਵਿੱਚ ਇੱਛਾ ਜਾਗੀ ਕਿ ਮਨਾ ਗੁਰੂ ਰਵਿਦਾਸ ਮਹਾਰਾਜ ਜੀ ਦੇ ਦਰਸ਼ਨ ਹੋ ਜਾਣ ਤੇ ਮੇਰੇ ਮਨ ਨੂੰ ਆਨੰਦ ਆ ਜਾਏਗਾ, ਮੇਰੇ ਮਨ ਦੀ ਜਿਹੜੀ ਭੁੱਖ ਹੈ ਉਹ ਪੂਰੀ ਹੋ ਜਾਏਗੀ। ਮਨ ਦੀ ਤ੍ਰਿਸ਼ਨਾ, ਮਨ ਦੇ ਵਿੱਚ ਸਾਧ ਸੰਗਤ ਜੀ ਇਹ ਚਾਹਤ ਜਾਗ ਪਈ, ਇਹ ਪ੍ਰੇਮ ਜਾਗ ਪਿਆ ਕਿ ਗੁਰੂ ਰਵਿਦਾਸ ਮਹਾਰਾਜ ਜੀ ਦੇ ਦਰਸ਼ਨ ਕਰਨੇ। ਤੁਸੀਂ ਕਿਸੇ ਬੰਦੇ ਦੀ ਉਸਤਤ ਵਡਿਆਈ ਕਰੀ ਜੋ, ਤੁਹਾਡੇ ਮਨ ਵਿੱਚ ਇਹ ਇੱਛਾ ਪੈਦਾ ਹੋ ਜਾਏਗੀ ਕਿ ਫਲਾਨਾ ਬੰਦਾ ਬੜਾ ਸੋਹਣਾ ਹੈ, ਬੜਾ ਚੰਗਾ, ਮੈਂ ਉਹਦੇ ਦਰਸ਼ਨ ਕਰਾਂ। ਇਸ ਲਈ ਸਾਧ ਸੰਗਤ ਜੀ ਗੁਰੂ ਰਵਿਦਾਸ ਮਹਾਰਾਜ ਜੀ ਜਦੋਂ ਉਪਮਾ ਵਡਿਆਈ ਸੁਣੀ ਤੇ ਬਾਬਾ ਧੰਨਾ ਜੀ ਦੇ ਮਨ ਵਿੱਚ ਇੱਛਾ ਪ੍ਰਗਟ ਹੋ ਗਈ ਕਿ ਗੁਰੂ ਰਵਿਦਾਸ ਮਹਾਰਾਜ ਜੀ ਦੇ ਦਰਸ਼ਨ ਕਰਨੇ। ਮਨ ਵਿੱਚ ਬੈਰਾਗ ਜਾਗਿਆ। ਸਾਰੀ ਰਾਤ ਚੌਂਕੜਾ ਮਾਰ ਕੇ ਬੈਠੇ ਰਹਿਣਾ, ਗੁਰੂ ਰਵਿਦਾਸ ਮਹਾਰਾਜ ਜੀ ਦੇ ਨਾਲ ਲਿਵ ਜੋੜ ਲੈਣੀ। ਹਰ ਸਮੇਂ ਗੁਰੂ ਰਵਿਦਾਸ ਮਹਾਰਾਜ ਜੀ ਨੂੰ ਧਿਆਉਣਾ। ਬਾਬਾ ਦੇਵੀਆ ਜੀ ਦਾ ਜ਼ਿਕਰ ਨਾਲ ਆਇਆ ਇਤਿਹਾਸ ਦੇ ਵਿੱਚ। ਬਾਬਾ ਦੇਵੀਆ ਜੀ ਪਿੰਡ ਖੁਰਾਲੀ ਦੇ ਚੌਕੀਦਾਰ ਸਨ। ਉਹਨਾਂ ਨੇ ਸਾਰੇ ਪਿੰਡ ਦੇ ਵਿੱਚ ਗੇੜਾ ਦੇਣਾ। ਜਦੋਂ ਪਿੰਡ ਵਿੱਚ ਗੇੜਾ ਦੇ ਕੇ ਜਾਗਦੇ ਰਹੋ, ਹੋਕਾ ਦੇ ਕੇ ਆਉਣਾ। ਬਾਬਾ ਧੰਨਾ ਜੀ ਨੂੰ ਵੇਖਣਾ ਕਿ ਜਿੱਥੇ ਹੁਣ ਮੈਂ ਬੇਨਤੀ ਕੀਤੀ ਕਿ ਬਰਾਂਡੇ ਅੰਦਰ ਛੋਟਾ ਨਿਸ਼ਾਨ ਸਾਹਿਬ ਲੱਗਾ, ਇੱਥੇ ਪਿੱਪਲ ਦਾ ਦਰਖਤ ਹੁੰਦਾ ਸੀ। ਕੱਚੇ ਚੌਂਤੇ ਤੇ ਬਾਬਾ ਧੰਨਾ ਜੀ ਨੇ ਬਹਿ ਜਾਣਾ ਤੇ ਗੁਰੂ ਰਵਿਦਾਸ ਮਹਾਰਾਜ ਜੀ ਦੇ ਨਾਲ ਲਿਵ ਜੋੜ ਕੇ ਸਾਰੀ ਰਾਤ ਚੌਂਕੜਾ ਮਾਰ ਕੇ ਬੈਠੇ ਰਹਿਣਾ। ਬਾਬਾ ਦੇਵੀਆ ਜੀ ਨੇ ਇੱਕ ਦਿਨ ਵੇਖਿਆ, 2 ਦਿਨ ਵੇਖਿਆ, ਵੇਖਦਿਆਂ 8-9 ਦਿਨ ਬੀਤ ਗਏ। ਇੱਕ ਦਿਨ ਫਿਰ ਬਾਬਾ ਦੇਵੀਆ ਜੀ ਕੋਲ ਆਏ ਤੇ ਕਹਿਣ ਲੱਗੇ ਬਾਬਾ ਧੰਨਾ ਜੀ ਨੂੰ, ਕਹਿੰਦੇ ਬਜ਼ੁਰਗੋ ਮੈਨੂੰ ਇਹ ਗੱਲ ਦੱਸੋ ਕਿ ਮੈਨੂੰ ਕਈ ਦਿਨ ਹੋ ਗਏ ਵੇਖਦਿਆਂ, ਤੁਸੀਂ ਸਾਰੀ ਰਾਤ ਨਹੀਂ ਸੌਂਦੇ, ਇਹਦਾ ਕਾਰਨ ਕੀ ਹੈ? ਉਸ ਸਮੇਂ ਫਿਰ ਬਾਬਾ ਧੰਨਾ ਜੀ ਕਹਿੰਦੇ ਦੇਵੀਆ, ਜਦੋਂ ਦਾ ਮੈਂ ਗੁਰੂ ਰਵਿਦਾਸ ਮਹਾਰਾਜ ਬਾਰੇ ਸੁਣਿਆ ਨਾ, ਮੇਰੇ ਮਨ ਵਿੱਚ ਇੱਛਾ ਪ੍ਰਗਟ ਹੋ ਗਈ ਕਿ ਕਦੋਂ ਸਮਾਂ ਬਣੇ ਤੇ ਕਦੋਂ ਮੈਂ ਗੁਰੂ ਰਵਿਦਾਸ ਮਹਾਰਾਜ ਜੀ ਦੇ ਦਰਸ਼ਨ ਕਰਾਂ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਇਹ ਕਹਿੰਦਿਆਂ ਬਾਬਾ ਧੰਨਾ ਜੀ ਦਾ ਮਨ ਬੈਰਾਗੀ, ਅੱਖਾਂ ਭਰ ਆਈਆਂ। ਆਪਣੀ ਰਸਨਾ ਤੋਂ ਫਿਰ ਬਾਬਾ ਧੰਨਾ ਜੀ ਨੇ ਮਹਾਰਾਜ ਜੀ ਨੂੰ ਯਾਦ ਕੀਤਾ ਤੇ ਇਦਾਂ ਪੜ੍ਹਿਆ, ਉਹ ਕਦੋਂ ਹੋਣਗੇ ਦੀਦਾਰੇ ਤੇਰੇ ਕਾਂਚੀ ਵਿੱਚ ਰਹਿਣ ਵਾਲਿਆ, ਕਦੋਂ ਹੋਣਗੇ ਦੀਦਾਰੇ ਤੇਰੇ ਕਾਂਚੀ ਵਿੱਚ ਰਹਿਣ ਵਾਲਿਆ, ਹੋਣਗੇ ਦੀਦਾਰੇ ਤੇਰੇ ਕਾਂਚੀ ਵਿੱਚ ਰਹਿਣ ਵਾਲਿਆ, ਕਦੋਂ ਹੋਣਗੇ ਦੀਦਾਰੇ ਤੇਰੇ ਕਾਂਚੀ ਵਿੱਚ ਰਹਿਣ ਵਾਲਿਆ, ਕਦੋਂ ਹੋਣਗੇ ਦੀਦਾਰੇ ਤੇਰੇ ਕਾਂਚੀ ਵਿੱਚ ਰਹਿਣ ਵਾਲਿਆ, ਕਦੋਂ ਹੋਣਗੇ ਦੀਦਾਰੇ ਤੇਰੇ ਕਾਂਚੀ ਵਿੱਚ ਰਹਿਣ ਵਾਲਿਆ। ਅਰੇ ਜੀ ਕਾਂਚੀ ਵਿੱਚ ਰਹਿਣ ਵਾਲਿਆ, ਸਾਹਿਬ ਜੀ ਕਾਂਚੀ ਵਿੱਚ ਰਹਿਣ ਵਾਲਿਆ, ਪਿਆਰੇ ਜੀ ਕਾਂਚੀ ਵਿੱਚ ਰਹਿਣ ਵਾਲਿਆ, ਸਾਹਿਬ ਜੀ ਕਾਂਚੀ ਵਿੱਚ ਰਹਿਣ ਵਾਲਿਆ, ਪਿਆਰੇ ਜੀ ਕਾਂਚੀ ਵਿੱਚ ਰਹਿਣ ਵਾਲਿਆ, ਸਾਹਿਬ ਜੀ ਕਾਂਚੀ ਵਿੱਚ ਰਹਿਣ ਵਾਲਿਆ,
ਧੰਨਾ ਜੀ ਦਾ ਮਨ ਬੈਰਾਗੀ ਹੋਇਆ, ਅੱਖਾਂ ਭਰ ਆਈਆਂ। ਅਰਦਾਸ ਕੀਤੀ, ਸੱਚੇ ਪਾਤਸ਼ਾਹ ਕਦੋਂ ਉਹ ਸਮਾਂ ਆਵੇਗਾ ਜਦੋਂ ਮੈਨੂੰ ਤੁਹਾਡੇ ਦਰਸ਼ਨ ਹੋਣਗੇ? ਆਖੋ ਸਤਿਨਾਮ। ਸ੍ਰੀ ਵਾਹਿਗੁਰੂ। ਉਸ ਸਮੇਂ ਫਿਰ ਬਾਬਾ ਦੇਵੀਆ ਜੀ ਨੇ ਕਿਹਾ ਬਾਬਾ ਧੰਨਾ ਜੀ ਨੂੰ, ਕਹਿੰਦੇ ਜੇ ਤੁਹਾਡੇ ਮਨ ਦੇ ਵਿੱਚ ਇੰਨੀ ਇੱਛਾ ਹੈ ਦਰਸ਼ਨਾਂ ਦੀ, ਫਿਰ ਆਪਾਂ ਸਵੇਰੇ ਹੀ ਇੱਥੇ ਆਪਣੇ ਨਗਰ ਤੋਂ, ਪਿੰਡ ਖੁਰਾਲੀ ਤੋਂ ਬਨਾਰਸ ਸ਼ਹਿਰ ਨੂੰ ਚੱਲ ਪੈਂਦੇ ਹਾਂ, ਮਹਾਰਾਜ ਜੀ ਦੇ ਦਰਸ਼ਨ ਕਰਕੇ ਆਵਾਂਗੇ। ਆਖੋ ਸਤਿਨਾਮ। ਸ੍ਰੀ ਵਾਹਿਗੁਰੂ। ਹੁਣ ਸਾਧ ਸੰਗਤ ਜੀ, ਗਰੀਬੀ ਹਾਲਾਤ ਬੜੇ ਨੇ, ਗਰੀਬੀ ਬੜੀ ਹੈ, ਪਰ ਪਰਿਵਾਰ ਵਾਲਿਆਂ ਨਾਲ ਸਲਾਹ ਕੀਤੀ, ਥੋੜ੍ਹੀ ਜਿਹੀ ਮਾਇਆ ਕੋਲ ਲੈ ਲਈ, ਥੋੜ੍ਹੇ ਜਿਹੇ ਪੈਸੇ ਕੋਲ ਲੈ ਕੇ ਬਾਬਾ ਧੰਨਾ ਤੇ ਦੇਵੀਆ ਜੀ ਪਿੰਡ ਖੁਰਾਲੀ ਤੋਂ ਬਨਾਰਸ ਸ਼ਹਿਰ ਨੂੰ ਚੱਲ ਪਏ। ਆਖੋ ਸਤਿਨਾਮ। ਸ੍ਰੀ ਵਾਹਿਗੁਰੂ। ਕਿੱਥੇ ਪਿੰਡ ਖੁਰਾਲੀ ਤੇ ਕਿੱਥੇ ਕਾਂਚੀ ਬਨਾਰਸ। ਸਾਧ ਸੰਗਤ ਜੀ, ਪਰ ਮਨ ਦੇ ਵਿੱਚ ਜੇ ਪਿਆਰ ਹੋਵੇ ਤੇ ਫਿਰ ਬਾਟਾਂ ਨਹੀਂ ਗਿਣੀਆਂ ਜਾਂਦੀਆਂ। ਆਖੋ ਸਤਿਨਾਮ। ਸ੍ਰੀ ਵਾਹਿਗੁਰੂ। ਵੇਖੋ ਬਾਬਾ ਧੰਨਾ ਜੀ ਤੇ ਦੇਵੀਆ ਜੀ ਦਾ ਪਿਆਰ। ਪਿੰਡ ਖੁਰਾਲੀ ਤੋਂ ਤੁਰ ਪਏ ਗੁਰੂ ਰਵਿਦਾਸ ਮਹਾਰਾਜ ਜੀ ਦੇ ਦਰਸ਼ਨਾਂ ਨੂੰ। ਮਨ ਵਿੱਚ ਇੱਛਾ ਹੈ ਕਿ ਦਰਸ਼ਨ ਹੋ ਜਾਣ। ਹੁਣ ਸਾਧ ਸੰਗਤ ਜੀ ਤੁਰੇ ਜਾਂਦੇ ਨੇ, ਦਿਨ ਰਾਤ ਇੱਕ ਪਿਆਰ ਦੇ ਵਿੱਚ ਕਰ ਦਿੱਤਾ। ਰਾਤ ਦੇ ਸਮੇਂ ਥੋੜ੍ਹਾ ਆਰਾਮ ਕਰ ਲੈਣਾ, ਅੰਮ੍ਰਿਤ ਵੇਲੇ ਉੱਠ ਕੇ ਫਿਰ ਤੁਰ ਪੈਣਾ, ਫਿਰ ਗੁਰੂ ਰਵਿਦਾਸ ਮਹਾਰਾਜ ਜੀ ਦੇ ਪਿਆਰ ਨੂੰ ਮਨ ਵਿੱਚ ਰੱਖ ਕੇ ਤੁਰੇ ਜਾਣਾ। ਇਸੇ ਤਰ੍ਹਾਂ ਕਿਤੇ ਜਦੋਂ ਭੁੱਖ ਲੱਗਣੀ ਤੇ ਕੋਲੋਂ ਮਾਇਆ ਦੇ ਕੇ ਕੁਝ ਛਕ ਲੈਣਾ ਤੇ ਸਾਧ ਸੰਗਤ ਜੀ ਫਿਰ ਥੋੜ੍ਹਾ ਆਰਾਮ ਕਰਨਾ, ਫਿਰ ਤੁਰ ਪੈਣਾ। ਬਾਬਾ ਧੰਨਾ ਜੀ ਤੇ ਦੇਵੀਆ ਜੀ ਦੇ ਕੋਲ ਕਹਿੰਦੇ ਮਾਇਆ ਮੁੱਕ ਗਈ ਉਸ ਸਮੇਂ। ਕਈ ਦਿਨ ਫਿਰ ਬਾਬਾ ਧੰਨਾ ਜੀ ਭੁੱਖੇ ਵੀ ਰਹੇ, ਬਾਬਾ ਦੇਵੀਆ ਜੀ ਤੇ ਬਾਬਾ ਧੰਨਾ ਜੀ ਭੁੱਖੇ ਪਿਆਸੇ ਵੀ ਰਹੇ। ਖੂਹਾਂ ਤੋਂ ਪਾਣੀ ਪੀਣਾ ਤੇ ਖੂਹਾਂ ਤੋਂ ਪਾਣੀ ਨਹੀਂ ਸੀ ਪੀਣ ਦਿੱਤਾ ਜਾਂਦਾ। ਲੋਕਾਂ ਨੇ ਦੁਰਕਾਰ ਦੇਣਾ ਕਿ ਤੁਸੀਂ ਤੇ ਸ਼ੂਦਰ ਹੋ, ਤੁਹਾਨੂੰ ਇੱਥੋਂ ਪਾਣੀ ਨਹੀਂ ਮਿਲਣਾ। ਪਰ ਧੰਨ ਬਾਬਾ ਧੰਨਾ ਜੀ ਤੇ ਦੇਵੀਆ ਜੀ ਭੁੱਖੇ ਪਿਆਸੇ ਗੁਰੂ ਰਵਿਦਾਸ ਮਹਾਰਾਜ ਜੀ ਦੇ ਪਿਆਰ ਦੇ ਵਿੱਚ ਤੁਰੇ ਜਾਂਦੇ ਨੇ ਬਨਾਰਸ ਸ਼ਹਿਰ ਨੂੰ, ਮਹਾਰਾਜ ਨੂੰ ਮਿਲਣ ਵਾਸਤੇ। ਆਖੋ ਸਤਿਨਾਮ। ਸ੍ਰੀ ਵਾਹਿਗੁਰੂ। ਉਹ ਸਮਾਂ ਸਾਧ ਸੰਗਤ ਜੀ ਐਸਾ ਸੀ, ਅਸੀਂ ਲੋਕ ਨਾ ਤੇ ਆਪਣੇ ਬੱਚਿਆਂ ਨੂੰ ਪੜ੍ਹਾ ਸਕਦੇ ਸੀ ਤੇ ਨਾ ਪੱਕੇ ਮਕਾਨ ਬਣਾ ਸਕਦੇ ਸੀ, ਤੇ ਸਤਸੰਗ ਸੁਣਨਾ ਤੇ ਬੜੀ ਦੂਰ ਦੀ ਗੱਲ, ਸੰਗਤ ਵਿੱਚ ਕੋਈ ਕਿਸੇ ਨੂੰ ਬੈਠਣ ਨਹੀਂ ਸੀ ਦਿੱਤਾ ਜਾਂਦਾ। ਪਰ ਅੱਜ ਜੇ ਤੁਸੀਂ ਮਖਮਲੀ ਗਦੇਲਿਆਂ ਤੇ ਬਹਿ ਕੇ ਸਤਸੰਗ ਸੁਣਦੇ ਹੋ, ਉੱਚੇ ਉੱਚੇ ਅਹੁਦਿਆਂ ਤੇ ਨੌਕਰੀਆਂ ਕਰਦੇ ਹੋ, ਇਹ ਸਾਰੀ ਕਿਰਪਾ ਗੁਰੂ ਰਵਿਦਾਸ ਮਹਾਰਾਜ ਦੀ ਹੈ। ਆਖੋ ਸਤਿਨਾਮ। ਸ੍ਰੀ ਵਾਹਿਗੁਰੂ। ਗੁਰੂ ਰਵਿਦਾਸ ਮਹਾਰਾਜ ਜੀ ਦਾ ਦੇਣ ਅਸੀਂ ਲੋਕ ਨਹੀਂ ਦੇ ਸਕਦੇ। ਇਹ ਕੌਮ ਦੇਣਾ ਨਹੀਂ ਦੇ ਸਕਦੀ, ਤੇਰੀ ਕੁਰਬਾਨੀ ਦਾ ਦਾਤਿਆ। ਕੌਮ ਦੇਣਾ ਨਹੀਂ ਦੇ ਸਕਦੀ, ਤੇਰੀ ਕੁਰਬਾਨੀ ਦਾ। ਕੌਮ ਦੇਣਾ ਨਹੀਂ ਦੇ ਸਕਦੀ, ਤੇਰੀ ਕੁਰਬਾਨੀ ਦਾ। ਤੇ ਕੌਮ ਦੇਣਾ ਨਹੀਂ ਦੇ ਸਕਦੀ, ਤੇਰੀ ਕੁਰਬਾਨੀ ਦਾ। ਕੌਮ ਦੇਣਾ ਨਹੀਂ ਦੇ ਸਕਦੀ, ਤੇਰੀ ਕੁਰਬਾਨੀ ਦਾ। ਤੇ ਕੌਮ ਦੇਣਾ ਨਹੀਂ ਦੇ ਸਕਦੀ, ਤੇਰੀ ਕੁਰਬਾਨੀ ਦਾ। ਤੇਰੀ ਕੌਮ ਨੂੰ ਸਹਾਰਾ ਦਾਤਾ, ਤੇਰੇ ਹੀ ਨਾਮ ਦਾ। ਤੇਰੀ ਕੌਮ ਨੂੰ ਸਹਾਰਾ ਦਾਤਾ, ਤੇਰੇ ਹੀ ਨਾਮ ਦਾ। ਤੇਰੀ ਕੌਮ ਨੂੰ ਸਹਾਰਾ ਦਾਤਾ, ਤੇਰੇ ਹੀ ਨਾਮ ਦਾ। ਤੇਰੀ ਕੌਮ ਨੂੰ ਸਹਾਰਾ ਦਾਤਾ, ਤੇਰੇ ਹੀ ਨਾਮ ਦਾ। ਤੇਰੀ ਕੌਮ ਨੂੰ ਸਹਾਰਾ ਦਾਤਾ, ਤੇਰੇ ਹੀ ਨਾਮ ਦਾ। ਤੇਰੀ ਕੌਮ ਨੂੰ ਸਹਾਰਾ ਦਾਤਾ, ਤੇਰੇ ਹੀ ਨਾਮ ਦਾ। ਇਹ ਕੌਮ ਦੇਣਾ ਨਹੀਂ ਦੇ ਸਕਦੀ, ਤੇਰੀ ਕੁਰਬਾਨੀ ਦਾ ਮਾਲਕਾ। ਕੌਮ ਦੇਣਾ ਨਹੀਂ ਦੇ ਸਕਦੀ, ਤੇਰੀ ਕੁਰਬਾਨੀ ਦਾ। ਇਹ ਕੌਮ ਦੇਣਾ ਨਹੀਂ ਦੇ ਸਕਦੀ, ਤੇਰੀ ਕੁਰਬਾਨੀ ਦਾ। ਕੌਮ ਦੇਣਾ ਨਹੀਂ ਦੇ ਸਕਦੀ, ਤੇਰੀ ਕੁਰਬਾਨੀ ਦਾ। ਇਹ ਕੌਮ ਦੇਣਾ ਨਹੀਂ ਦੇ ਸਕਦੀ, ਤੇਰੀ ਕੁਰਬਾਨੀ ਦਾ। ਇਹ ਕੌਮ ਦੇਣਾ ਨਹੀਂ ਦੇ ਸਕਦੀ, ਤੇਰੀ ਕੁਰਬਾਨੀ ਦਾ। ਇਹ ਕੌਮ ਦੇਣਾ ਨਹੀਂ ਦੇ ਸਕਦੀ, ਤੇਰੀ ਕੁਰਬਾਨੀ ਦਾ। ਅਸੀਂ ਲੋਕ ਗੁਰੂ ਰਵਿਦਾਸ ਮਹਾਰਾਜ ਜੀ ਦਾ ਦੇਣ ਨਹੀਂ ਦੇ ਸਕਦੇ। ਆਖੋ ਸਤਿਨਾਮ। ਸ੍ਰੀ ਵਾਹਿਗੁਰੂ। ਗੁਰੂ ਰਵਿਦਾਸ ਮਹਾਰਾਜ ਜੀ ਨੇ ਆਪਣੀ ਕੌਮ ਦੀ ਖਾਤਰ ਆਪਣੇ ਸਰੀਰ ਤੇ ਬੜੇ ਕਸ਼ਟ ਸਹੇ।
ਸਾਰਾ ਜਨਮ ਹੀ ਗਰੀਬਾਂ ਦੇ ਭਲੇ ਵਾਸਤੇ ਲਾਇਆ। ਆਖੋ ਸਤਨਾਮ। ਸ੍ਰੀ ਵਾਹਿਗੁਰੂ। ਸਾਧ ਸੰਗਤ ਜੀ ਆਓ ਮਨ ਬਿਰਤੀਆਂ ਜੋੜਿਓ। ਬਾਬਾ ਧੰਨਾ ਤੇ ਦੇਵੀਆ ਜੀ ਭੁੱਖੇ ਪਿਆਸੇ ਚੱਲਦੇ ਚੱਲਦੇ ਬਨਾਰਸ ਸ਼ਹਿਰ ਪਹੁੰਚੇ। ਉੱਥੇ ਪੁੱਛਿਆ ਜੀ ਕਿ ਅਸੀਂ ਸੀਰ ਗੋਵਰਧਨਪੁਰ ਨਗਰ ਜਾਣਾ, ਇੱਥੋਂ ਸੀਰ ਗੋਵਰਧਨਪੁਰ ਨਗਰ ਨੂੰ ਕਿਹੜਾ ਰਾਹ ਜਾਂਦਾ, ਕਿਹੜਾ ਰਸਤਾ ਜਾਂਦਾ। ਫਿਰ ਉੱਥੋਂ ਦੇ ਵਾਸੀਆਂ ਨੇ ਦੱਸਿਆ ਕਿ ਤੁਸੀਂ ਇੱਦਾਂ ਚਲੇ ਜਾਓ, ਸਾਹਮਣੇ ਸੀਰ ਗੋਵਰਧਨਪੁਰ ਨਗਰ ਹੈ। ਜਦੋਂ ਸਾਧ ਸੰਗਤ ਜੀ ਬਾਬਾ ਧੰਨਾ ਤੇ ਦੇਵੀਆ ਜੀ ਬਨਾਰਸ ਸ਼ਹਿਰ ਪੁੱਛ ਕੇ ਉੱਥੋਂ ਫਿਰ ਸੀਰ ਗੋਵਰਧਨਪੁਰ ਨਗਰ ਪਹੁੰਚੇ। ਉੱਥੋਂ ਜਾ ਕੇ ਫਿਰ ਪੁੱਛਿਆ ਉੱਥੋਂ ਦੇ ਵਾਸੀਆਂ ਨੂੰ ਕਿ ਇਹ ਕਿਹੜਾ ਨਗਰ ਹੈ। ਉੱਥੋਂ ਦੇ ਰਹਿਣ ਵਾਲੇ ਵਾਸੀਆਂ ਨੇ ਦੱਸਿਆ ਕਿ ਇਹ ਸੀਰ ਗੋਵਰਧਨਪੁਰ ਨਗਰ ਹੈ। ਜਦੋਂ ਬਾਬਾ ਧੰਨਾ ਜੀ ਨੇ ਸੁਣਿਆ ਨਾ ਸਾਧ ਸੰਗਤ ਜੀ ਕਿ ਸੀਰ ਗੋਵਰਧਨਪੁਰ ਨਗਰ ਹੈ, ਉਸੇ ਸਮੇਂ ਬਾਬਾ ਧੰਨਾ ਜੀ ਨੇ ਉਸ ਪਿੰਡ ਨੂੰ ਮੱਥਾ ਟੇਕਿਆ। ਆਖੋ ਸਤਨਾਮ। ਸ੍ਰੀ ਵਾਹਿਗੁਰੂ। ਬਾਬਾ ਦੇਵੀਆ ਜੀ ਪੁੱਛਦੇ ਨੇ, ਕਹਿੰਦੇ ਬਾਬਾ ਧੰਨਾ ਜੀ ਨੂੰ ਵੀ ਤੁਸੀਂ ਇੱਥੇ ਮੱਥਾ ਕਿਉਂ ਟੇਕਦੇ ਹੋ। ਉਸ ਸਮੇਂ ਫਿਰ ਬਾਬਾ ਧੰਨਾ ਜੀ ਕਹਿੰਦੇ, ਦੇਵੀਆ ਇਸ ਪਿੰਡ ਨੂੰ ਮੈਂ ਤਾਂ ਮੱਥਾ ਟੇਕਦਾ, ਇੱਥੇ ਮੇਰੇ ਗੁਰੂ ਰਵਿਦਾਸ ਮਹਾਰਾਜ ਰਹਿੰਦੇ ਨੇ। ਆਖੋ ਸਤਨਾਮ। ਸ੍ਰੀ ਵਾਹਿਗੁਰੂ। ਸ਼ਰਧਾ ਬੜੀ ਸੀ ਬਾਬਾ ਧੰਨਾ ਜੀ ਦੀ, ਪਿਆਰ ਬੜਾ। ਉਸ ਪਿੰਡ ਨੂੰ ਮੱਥਾ ਟੇਕ ਦਿੱਤਾ ਜਿੱਥੇ ਮਹਾਰਾਜ ਰਹਿੰਦੇ ਨੇ। ਉੱਥੋਂ ਫਿਰ ਪੁੱਛਿਆ ਗੁਰੂ ਰਵਿਦਾਸ ਮਹਾਰਾਜ ਜੀ ਦੇ ਆਸ਼ਰਮ ਨੂੰ ਜਾਣਾ। ਉੱਥੋਂ ਦੇ ਵਾਸੀਆਂ ਨੇ ਦੱਸਿਆ ਕਿ ਐਦਾਂ ਤੁਸੀਂ ਚਲੇ ਜਾਓ, ਸ਼ਾਹੀ ਮੋੜ ਤੇ ਗੁਰੂ ਰਵਿਦਾਸ ਮਹਾਰਾਜ ਜੀ ਦਾ ਆਸ਼ਰਮ ਹੈ। ਗੁਰੂ ਰਵਿਦਾਸ ਮਹਾਰਾਜ ਜੀ ਦਾ ਪਿਆਰ ਮਨ ਵਿੱਚ ਲੈ ਕੇ ਤੁਰੇ ਹੋਏ ਨੇ। ਸਾਧ ਸੰਗਤ ਜੀ ਉਧਰ ਗੁਰੂ ਰਵਿਦਾਸ ਮਹਾਰਾਜ ਜੀ ਆਪਣੀ ਛੱਪਰੀ ਦੇ ਵਿੱਚ, ਆਪਣੇ ਆਸ਼ਰਮ ਦੇ ਵਿੱਚ ਟਹਿਲ ਰਹੇ ਨੇ। ਕਦੇ ਮਹਾਰਾਜ ਇੱਧਰ ਨੂੰ ਜਾਂਦੇ ਨੇ, ਕਦੇ ਇੱਧਰ ਨੂੰ ਵਾਪਸ ਮੁੜਦੇ ਨੇ। ਸਾਦੇ ਦੇ ਵਸਤਰ ਮਹਾਰਾਜ ਨੇ ਪਹਿਨੇ ਹੋਏ। ਆਤਮਾ ਰਾਮ ਗੁਰੂ ਰਵਿਦਾਸ ਮਹਾਰਾਜ ਜੀ ਦਾ ਅਨੰਨ ਸੇਵਕ ਹੋਇਆ। ਆਤਮਾ ਰਾਮ ਨੇ ਗੁਰੂ ਰਵਿਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬੜੀ ਟਹਿਲ ਸੇਵਾ ਕੀਤੀ। 40-42 ਸਾਲ ਸਾਧ ਸੰਗਤ ਜੀ ਆਤਮਾ ਰਾਮ ਗੁਰੂ ਰਵਿਦਾਸ ਮਹਾਰਾਜ ਜੀ ਦੀ ਸ਼ਰਨ ਰਹਿ ਕੇ ਸੇਵਾ ਕੀਤੀ। ਆਤਮਾ ਰਾਮ ਤਨ ਤੇ ਸਰੀਰ ਤੇ ਕੋੜ ਹੋਇਆ ਸੀ। ਆਤਮਾ ਰਾਮ ਨੂੰ ਘਰਦਿਆਂ ਨੇ ਘਰ ਤੋਂ ਬਾਹਰ ਕੱਢ ਦਿੱਤਾ ਸੀ ਤੇ ਪਿੰਡਦਿਆਂ ਨੇ ਪਿੰਡ ਤੋਂ ਬਾਹਰ ਕੱਢ ਦਿੱਤਾ ਸੀ। ਜੇ ਕੋਈ ਜਾਂਦਾ ਸੀ, 2 ਪ੍ਰਸ਼ਾਦੇ ਦੂਰੋਂ ਸੁੱਟ ਆਣੇ, ਲੋਕੀ ਵੇਖ ਕੇ ਥੁੱਕ ਕੇ ਲੰਘਦੇ ਸੀ ਕੋਲੋਂ। ਆਤਮਾ ਰਾਮ ਦੇ ਸਰੀਰ ਤੇ ਕੋੜ ਹੋਇਆ ਸੀ। ਇੱਕ ਦਿਨ ਫਿਰ ਗੁਰੂ ਰਵਿਦਾਸ ਮਹਾਰਾਜ ਜੀ ਉੱਥੋਂ ਦੀ ਲੰਘੇ। ਜਦੋਂ ਗੁਰੂ ਰਵਿਦਾਸ ਮਹਾਰਾਜ ਜੀ ਰਾਹ ਦੇ ਵਿੱਚ ਜਾ ਰਹੇ ਨੇ, ਸਤਨਾਮ ਸਤਨਾਮ ਜਪਦੇ ਹੋਏ, ਆਤਮਾ ਰਾਮ ਰਾਹ ਦੇ ਵਿੱਚ ਨੂੰ ਆਇਆ ਤੇ ਗੁਰੂ ਰਵਿਦਾਸ ਮਹਾਰਾਜ ਜੀ ਦੇ ਚਰਨ ਫੜ ਲਏ। ਉਸ ਸਮੇਂ ਗੁਰੂ ਰਵਿਦਾਸ ਮਹਾਰਾਜ ਜੀ ਨੇ ਕਿਹਾ, ਭਾਈ ਤੂੰ ਕੌਣ ਹੈ। ਗੁਰੂ ਰਵਿਦਾਸ ਮਹਾਰਾਜ ਜੀ ਨੂੰ ਆਤਮਾ ਰਾਮ ਕਹਿੰਦਾ, ਮਹਾਰਾਜ ਜੀ ਮੇਰਾ ਨਾਮ ਆਤਮਾ ਰਾਮ ਹੈ ਤੇ ਮੇਰੀ ਆਤਮਾ ਬੜੀ ਦੁਖੀ ਹੈ। ਮਹਾਰਾਜ ਤਨ ਤੇ ਕੋੜ ਹੋਇਆ। ਸੱਚੇ ਪਾਤਸ਼ਾਹ ਤੁਸੀਂ ਤੇ ਪਾਣੀ ਤੇ ਪੱਥਰ ਤਾਰ ਦਿੱਤੇ, ਇਸ ਗਰੀਬ ਨੂੰ ਵੀ ਤਾਰ ਨਾ ਕਰੋ। ਗੁਰੂ ਰਵਿਦਾਸ ਮਹਾਰਾਜ ਕਹਿੰਦੇ, ਆਤਮਾ ਰਾਮ ਜੈਸਾ ਬੀਜੈ ਸੋ ਲੁਣੈ, ਕਰਮਾ ਸੰਦੜਾ ਖੇਤ। ਜਿਹੋ ਜਿਹਾ ਜੀਵ ਬੀਜਦਾ ਹੈ ਨਾ, ਉਹੋ ਜਿਹਾ ਫਲ ਫਿਰ ਵੱਢਣਾ ਪੈਂਦਾ। ਆਤਮਾ ਰਾਮ ਤੂੰ ਕੋਈ ਮਾੜਾ ਕਰਮ ਬੀਜਿਆ ਹੋਣਾ ਸੱਜਣਾ, ਇਹ ਉਸ ਮਾੜੇ ਕਰਮ ਦਾ ਫਲ ਤੂੰ ਹੁਣ ਭੋਗ ਰਿਹਾ। ਆਖੋ ਸਤਨਾਮ। ਸ੍ਰੀ ਵਾਹਿਗੁਰੂ। ਅਸੀਂ ਇਹਦੇ ਵਿੱਚ ਸ਼ਾਮਲ ਨਹੀਂ ਹੁੰਦੇ। ਸਾਧ ਸੰਗਤ ਜੀ ਮਹਾਰਾਜ ਜੀ ਦੀ ਬਾਣੀ ਦਾ ਵੀ ਫਰਮਾਨ ਹੈ, ਨਰ ਅਚੇਤ ਪਾਪ ਤੇ ਡਰ ਰਹੇ। ਮਹਾਰਾਜ ਕਹਿੰਦੇ ਪਾਪ ਕਰਨਾ ਤੇ ਬੜੀ ਦੂਰ ਦੀ ਗੱਲ ਹੈ, ਕਰਨ ਬਾਰੇ ਸੋਚਿਆ ਵੀ ਨਾ ਕਰੋ, ਡਰਿਆ ਕਰੋ ਕਿ ਮੇਰੇ ਤੋਂ ਕਿਤੇ ਮਾੜਾ ਕਰਮ ਨਾ ਹੋ ਜੇ। ਆਖੋ ਸਤਨਾਮ। ਸ੍ਰੀ ਵਾਹਿਗੁਰੂ। ਨਰ ਅਚੇਤ ਪਾਪ ਤੇ ਡਰ ਰਹੇ, ਮਹਾਰਾਜ ਜੀ ਦੀ ਬਾਣੀ ਦਾ ਫਰਮਾਨ ਹੈ, ਪੜ੍ਹ ਵੀ ਲਿਓ ਸਾਧ ਸੰਗਤ ਜੀ। ਡਰ ਰੇ ਡਰ ਰੇ ਡਰ ਰੇ ਪਾਪਾਂ ਤੋਂ ਡਰ, ਡਰ ਰੇ ਡਰ ਰੇ ਡਰ ਰੇ ਪਾਪਾਂ ਤੋਂ ਡਰ। ਡਰ ਰੇ ਡਰ ਰੇ ਡਰ ਰੇ ਪਾਪਾਂ ਤੋਂ ਡਰ, ਡਰ ਰੇ ਡਰ ਰੇ ਡਰ ਰੇ ਪਾਪਾਂ ਤੋਂ ਡਰ। ਡਰ ਰੇ ਡਰ ਰੇ ਡਰ ਰੇ ਪਾਪਾਂ ਤੋਂ ਡਰ, ਡਰ ਰੇ ਡਰ ਰੇ ਡਰ ਰੇ ਪਾਪਾਂ ਤੋਂ ਡਰ। ਡਰ ਰੇ ਡਰ ਰੇ ਡਰ ਰੇ ਪਾਪਾਂ ਤੋਂ ਡਰ, ਡਰ ਰੇ ਡਰ ਰੇ ਡਰ ਰੇ ਪਾਪਾਂ ਤੋਂ ਡਰ। ਡਰ ਰੇ ਡਰ ਰੇ ਡਰ ਰੇ ਪਾਪਾਂ ਤੋਂ ਡਰ, ਡਰ ਰੇ ਡਰ ਰੇ ਡਰ ਰੇ ਪਾਪਾਂ ਤੋਂ ਡਰ। ਡਰ ਰੇ ਡਰ ਰੇ ਡਰ ਰੇ ਪਾਪਾਂ ਤੋਂ ਡਰ, ਡਰ ਰੇ ਡਰ ਰੇ ਡਰ ਰੇ ਪਾਪਾਂ ਤੋਂ ਡਰ। ਲੇਖਾਂ ਦੇਣਾ ਪੈਣਾ ਤੈਨੂੰ, ਲੇਖਾਂ ਦੇਣਾ ਪੈਣਾ
ਅਚੇਤ ਪਾਪ ਤੇ ਡਰ ਰੇ। ਗੁਰੂ ਰਵਿਦਾਸ ਮਹਾਰਾਜ ਜੀ ਕਹਿੰਦੇ ਆਤਮਾ ਰਾਮ, ਤੂੰ ਕੋਈ ਮਾੜਾ ਕਰਮ ਬੀਜਿਆ ਹੋਣਾ ਜਿਹਦਾ ਫਲ ਤੂੰ ਹੁਣ ਭੋਗ ਰਿਹਾ। ਗੁਰੂ ਰਵਿਦਾਸ ਮਹਾਰਾਜ ਜੀ ਦੇ ਚਰਨ ਫੜੇ, ਕਿਹਾ ਮਹਾਰਾਜ ਤੁਸੀਂ ਬਖਸ਼ਣਹਾਰ ਹੋ, ਸਾਧੂ ਬਖਸ਼ਣਹਾਰ ਹੁੰਦੇ, ਕਿਰਪਾ ਕਰੋ ਆ ਮਹਾਰਾਜ ਮੇਰਾ ਰੋਗ ਕੱਟ ਦਿਓ। ਆਖੋ ਸਤਿਨਾਮ। ਸ੍ਰੀ ਵਾਹਿਗੁਰੂ। ਗੁਰੂ ਰਵਿਦਾਸ ਮਹਾਰਾਜ ਜੀ ਨੇ ਫਿਰ ਆਤਮਾ ਰਾਮ ਨੂੰ ਆਪਣੇ ਉੱਤੇ ਜਿਹੜੀ ਮਹਾਰਾਜ ਨੇ ਚਾਦਰ ਲਈ ਸੀ ਨਾ ਉਹ ਲਾ ਕੇ ਦਿੱਤੀ। ਕਹਿੰਦੇ ਉੱਪਰ ਬੁੱਕਲ ਮਾਰ ਕੇ ਬਹਿ ਜਾ। ਚੌਂਕੜਾ ਮਾਰ ਕੇ ਆਤਮਾ ਰਾਮ ਬਹਿ ਗਿਆ। ਮਹਾਰਾਜ ਜੀ ਦੀ ਚਾਦਰ ਦੀ ਬੁੱਕਲ ਮਾਰ ਲਈ। ਉਸ ਸਮੇਂ ਆਤਮਾ ਰਾਮ ਗੁਰੂ ਰਵਿਦਾਸ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਜਦੋਂ ਬੈਠਾ, ਚਾਦਰ ਦੀ ਬੁੱਕਲ ਮਾਰੀ ਤੇ ਗੁਰੂ ਰਵਿਦਾਸ ਮਹਾਰਾਜ ਜੀ ਨੇ ਸਿਰ ਤੇ ਹੱਥ ਰੱਖਿਆ, ਕਿਹਾ ਬੋਲ ਆਤਮਾ ਰਾਮ ਸਤਨਾਮ ਸੋਹੰ। ਆਤਮਾ ਰਾਮ ਨੇ ਸਤਨਾਮ ਸੋਹੰ ਜਦੋਂ ਸ਼ਬਦ ਬੋਲਿਆ ਤੇ ਸਾਧ ਸੰਗਤ ਜੀ ਸੁੰਨ ਸਮਾਧੀ ਲੱਗ ਗਈ। ਆਤਮਾ ਰਾਮ ਚੌਂਕੜਾ ਮਾਰ ਕੇ ਬਹਿ ਗਿਆ, ਸੁੰਨ ਸਮਾਧ ਲੱਗ ਗਈ। ਗੁਰੂ ਰਵਿਦਾਸ ਮਹਾਰਾਜ ਜੀ ਆਪਣੇ ਆਸ਼ਰਮ ਵਿੱਚ ਆ ਗਏ। ਆਤਮਾ ਰਾਮ ਨੂੰ ਹੁਣ ਪਤਾ ਨਹੀਂ ਕਿਹੜਿਆਂ ਬ੍ਰਹਿਮੰਡਾਂ ਵਿੱਚ ਉਡਾਰੀਆਂ ਮਾਰਿਆ, ਸਮਾਧੀ ਲੱਗੀ ਹੋਈ ਹੈ। ਸ਼ਾਮ ਦਾ ਸਮਾਂ ਹੋ ਗਿਆ। ਸ਼ਾਮ ਦੇ ਸਮੇਂ ਆਤਮਾ ਰਾਮ ਦੀ ਸਮਾਧੀ ਖੁੱਲੀ ਤੇ ਜਦੋਂ ਆਪਣੇ ਉੱਤੋਂ ਚਾਦਰ ਲਾ ਕੇ ਵੇਖਿਆ ਨਾ ਤੇ ਸਾਧ ਸੰਗਤ ਜੀ ਜਿਹੜਾ ਤਨ ਤੇ ਕੋੜ ਹੋਇਆ ਸੀ ਉਹ ਵੇਖਣ ਨੂੰ ਵੀ ਨਾ ਰਿਹਾ, ਬਿਲਕੁਲ ਸਰੀਰ ਤੰਦਰੁਸਤ ਹੋ ਗਿਆ। ਆਖੋ ਸਤਿਨਾਮ। ਸ੍ਰੀ ਵਾਹਿਗੁਰੂ। ਆਤਮਾ ਰਾਮ ਸਾਧ ਸੰਗਤ ਜੀ ਬੜਾ ਖੁਸ਼ ਹੋਇਆ, ਤਨ ਦਾ ਰੋਗ ਦੂਰ ਹੋ ਗਿਆ। ਗੁਰੂ ਰਵਿਦਾਸ ਮਹਾਰਾਜ ਦੀ ਜੈ ਜੈਕਾਰ ਕਰਦਾ ਹੋਇਆ ਮਹਾਰਾਜ ਜੀ ਦੇ ਆਸ਼ਰਮ ਵਿੱਚ ਪਹੁੰਚਿਆ। ਅੱਗੇ ਸੰਗਤਾਂ ਬੈਠੀਆਂ, ਸਤਸੰਗ ਹੋ ਰਿਹਾ। ਗੁਰੂ ਰਵਿਦਾਸ ਮਹਾਰਾਜ ਜੀ ਬੈਠੇ ਨੇ। ਆਤਮਾ ਰਾਮ ਨੇ ਮਹਾਰਾਜ ਜੀ ਨੂੰ ਭੱਜ ਕੇ ਜਾ ਕੇ ਨਮਸਕਾਰ ਕੀਤੀ, ਚਰਨਾਂ ਤੇ ਸਿਰ ਰੱਖਿਆ ਤੇ ਰੋਈ ਜਾਂਦਾ। ਮਹਾਰਾਜ ਨੇ ਬਚਨ ਕੀਤਾ, ਕਹਿੰਦੇ ਆਤਮਾ ਰਾਮ ਹੁਣ ਤੇਰੀ ਆਤਮਾ ਸੁਖੀ ਹੈ। ਉਸ ਸਮੇਂ ਆਤਮਾ ਰਾਮ ਨੇ ਹੱਥ ਜੋੜੇ ਕਿਹਾ, ਗੁਰੂ ਰਵਿਦਾਸ ਮਹਾਰਾਜ ਜੀ ਤੁਹਾਡੀ ਕਿਰਪਾ ਹੋ ਗਈ, ਤੁਸੀਂ ਨਿਗਾਹ ਮਿਹਰ ਦੀ ਮੇਰੇ ਤੇ ਕੀਤੀ ਤੇ ਮੇਰੇ ਤਨ ਦਾ ਰੋਗ ਦੂਰ ਹੋ ਗਿਆ। ਹੁਣ ਮੇਰੀ ਆਤਮਾ ਮਹਾਰਾਜ ਤੁਹਾਡੀ ਕਿਰਪਾ ਨਾਲ ਸੁਖੀ ਹੈ। ਆਖੋ ਸਤਿਨਾਮ। ਸ੍ਰੀ ਵਾਹਿਗੁਰੂ। ਮਹਾਰਾਜ ਕਹਿੰਦੇ ਜੇ ਤੂੰ ਤੰਦਰੁਸਤ ਹੋ ਗਿਆ, ਠੀਕ ਹੋ ਗਿਆ, ਜਾਂ ਫਿਰ ਆਪਣੇ ਘਰ ਜਾ ਆਪਣੇ ਪਿੰਡ ਜਾ। ਉਸ ਸਮੇਂ ਫਿਰ ਜਦੋਂ ਆਤਮਾ ਰਾਮ ਨੇ ਸੁਣਿਆ, ਆਤਮਾ ਰਾਮ ਕਹਿੰਦਾ ਗੁਰੂ ਰਵਿਦਾਸ ਮਹਾਰਾਜ ਜੀ ਕਿਹੜਾ ਨਗਰ ਕਿਹੜਾ ਘਰ, ਜੇ ਮੇਰਾ ਘਰ ਹੁੰਦਾ ਤੇ ਮੇਰੇ ਘਰ ਦੇ ਮੈਨੂੰ ਘਰ ਤੋਂ ਬਾਹਰ ਨਾ ਕੱਢਦੇ। ਜੇ ਮੇਰਾ ਨਗਰ ਹੁੰਦਾ ਤੇ ਮੇਰੇ ਨਗਰ ਦੇ ਮੈਨੂੰ ਆਪਣੇ ਨਗਰ ਤੋਂ ਬਾਹਰ ਨਾ ਕੱਢਦੇ। ਹੁਣ ਤੇ ਮਹਾਰਾਜ ਜੀ ਤੁਹਾਡੇ ਚਰਨ ਹੀ ਮੇਰੇ ਘਰ ਨੇ, ਹੁਣ ਤੇ ਮੈਨੂੰ ਆਪਣੇ ਚਰਨਾਂ ਵਿੱਚ ਹੀ ਰੱਖੋ। ਆਖੋ ਸਤਿਨਾਮ। ਸ੍ਰੀ ਵਾਹਿਗੁਰੂ। ਉਸ ਸਮੇਂ ਤੋਂ ਫਿਰ ਸਾਧ ਸੰਗਤ ਜੀ ਆਤਮਾ ਰਾਮ ਗੁਰੂ ਰਵਿਦਾਸ ਮਹਾਰਾਜ ਦੀ ਸ਼ਰਨ ਆਇਆ ਸੀ। 40-42 ਸਾਲ ਇਹਨੇ ਗੁਰੂ ਰਵਿਦਾਸ ਮਹਾਰਾਜ ਜੀ ਦੀ ਲਗਾਤਾਰ ਸੇਵਾ ਕੀਤੀ। 110 ਸਾਲ ਦੀ ਉਸ ਸਮੇਂ ਉਮਰ ਸੀ ਗੁਰੂ ਰਵਿਦਾਸ ਮਹਾਰਾਜ ਦੀ ਜਦੋਂ ਆਤਮਾ ਰਾਮ ਮਹਾਰਾਜ ਦੀ ਸ਼ਰਨ ਆਇਆ ਸੀ। ਜਦੋਂ ਗੁਰੂ ਰਵਿਦਾਸ ਮਹਾਰਾਜ ਜੀ ਨੇ ਸਰੀਰ ਰੂਪੀ ਚੋਲਾ ਛੱਡਿਆ, ਉਸ ਸਮੇਂ ਮਹਾਰਾਜ ਜੀ ਦੇ ਕੋਲ ਆਤਮਾ ਰਾਮ ਸੀ ਤੇ ਆਤਮਾ ਰਾਮ ਨੂੰ ਗੁਰੂ ਰਵਿਦਾਸ ਮਹਾਰਾਜ ਨੇ ਬਚਨ ਕੀਤਾ, ਕਹਿੰਦੇ ਆਤਮਾ ਰਾਮ ਅਸੀਂ ਆਪਣਾ ਸਰੀਰ ਰੂਪੀ ਚੋਲਾ ਛੱਡ ਦੇਣਾ, ਜੇ ਤੇਰੀ ਕੋਈ ਮਨ ਦੀ ਇੱਛਾ ਤੇ ਦੱਸ। ਉਸ ਸਮੇਂ ਆਤਮਾ ਰਾਮ ਨੇ ਗੁਰੂ ਰਵਿਦਾਸ ਮਹਾਰਾਜ ਜੀ ਦੇ ਮੁਖ ਤੋਂ ਜਦੋਂ ਇਦਾਂ ਸੁਣਿਆ ਤੇ ਮਨ ਭਰ ਆਇਆ। ਕਿਹਾ ਗੁਰੂ ਰਵਿਦਾਸ ਮਹਾਰਾਜ ਜੀ ਤੁਸੀਂ ਮੇਰੀ ਇੱਛਾ ਪੂਰੀ ਕਰ ਦੋਗੇ। ਮਹਾਰਾਜ ਕਹਿੰਦੇ ਤੂੰ ਮੰਗ ਤੇ ਸਹੀ। ਉਸ ਸਮੇਂ ਆਤਮਾ ਰਾਮ ਮਹਾਰਾਜ ਨੂੰ ਕਹਿਣ ਲੱਗਾ, ਮਹਾਰਾਜ ਜੀ ਜਦੋਂ ਤੁਸੀਂ ਸੱਚਖੰਡ ਜਾਓਗੇ ਨਾ ਫਿਰ ਮੈਨੂੰ ਵੀ ਨਾਲ ਹੀ ਲੈ ਜਿਓ। ਆਖੋ ਸਤਿਨਾਮ। ਸ੍ਰੀ ਵਾਹਿਗੁਰੂ। ਮੈਂ ਵੀ ਤੁਹਾਡੇ ਬਗੈਰ ਰਹਿ ਨਹੀਂ ਸਕਦਾ, ਮਹਾਰਾਜ ਜੀ ਮੈਨੂੰ ਵੀ ਆਪਣੇ ਨਾਲ ਹੀ ਲੈ ਜਿਓ। ਆਖੋ ਸਤਿਨਾਮ। ਸ੍ਰੀ ਵਾਹਿਗੁਰੂ। ਇੰਨਾ ਪ੍ਰੇਮ ਕਰਦਾ ਸੀ ਆਤਮਾ ਰਾਮ। ਗੁਰੂ ਰਵਿਦਾਸ ਮਹਾਰਾਜ ਸਾਧ ਸੰਗਤ ਜੀ ਆਓ ਮਨ ਬਿਰਤੀਆਂ ਉੱਥੇ ਲੈ ਆਓ। ਆਪਣੇ ਆਸ਼ਰਮ ਦੇ ਵਿੱਚ ਟਹਿਲ ਰਹੇ ਨੇ, ਕਦੇ ਸੱਜੇ ਨੂੰ ਕਦੇ ਖੱਬੇ ਨੂੰ। ਜਦੋਂ ਮਹਾਰਾਜ ਜੀ ਵਾਪਸ ਮੁੜੇ, ਆਤਮਾ ਰਾਮ ਮਹਾਰਾਜ ਜੀ ਦੇ ਚਰਨਾਂ ਵਿੱਚ ਨਮਸਕਾਰ ਕੀਤੀ, ਕਿਹਾ ਸੱਚੇ ਪਾਤਸ਼ਾਹ ਪ੍ਰਸ਼ਾਦਾ ਛਕ ਲਓ, ਭੋਗ ਲਾ ਲਓ। ਗੁਰੂ ਰਵਿਦਾਸ ਮਹਾਰਾਜ ਜੀ ਕਹਿੰਦੇ ਆਤਮਾ ਰਾਮ ਸਾਨੂੰ ਅਜੇ ਭੁੱਖ ਨਹੀਂ, ਜਾ ਤੂੰ ਪ੍ਰਸ਼ਾਦਾ ਲੈ ਜਾ, ਜਦੋਂ ਭੁੱਖ ਲੱਗੇਗੀ ਮੈਂ ਤੈਨੂੰ ਆਵਾਜ਼ ਦੇਵਾਂਗਾ ਫਿਰ ਤੂੰ ਲੈ ਆਵੇਂ। ਕਹਿੰਦੇ ਮਹਾਰਾਜ ਜੀ ਇੱਕ ਗੱਲ ਦੱਸੋ, ਨਾ ਤੁਸੀਂ ਪੰਜਵੇਂ ਪ੍ਰਸ਼ਾਦਾ ਛਕਿਆ, ਨਾ ਚੌਥੇ, ਨਾ ਪਰਸੋਂ, ਨਾ ਸਾਰਾ ਦਿਨ ਕੱਲ, ਨਾ ਅੱਜ ਸਵੇਰੇ, ਨਾ ਦੁਪਹਿਰੇ। ਮਹਾਰਾਜ ਜੀ ਹੁਣ ਸ਼ਾਮ ਦਾ ਸਮਾਂ ਹੋਣ ਵਾਲਾ, ਤੁਸੀਂ ਹੁਣ ਤੇ ਪ੍ਰਸ਼ਾਦਾ ਛਕ ਲਓ। ਮਹਾਰਾਜ ਕਹਿੰਦੇ ਆਤਮਾ ਰਾਮ ਜਾ ਪ੍ਰਸ਼ਾਦਾ ਲੈ ਜਾ, ਮੈਨੂੰ ਅਜੇ ਭੁੱਖ ਨਹੀਂ, ਜਦੋਂ ਭੁੱਖ ਲੱਗੇਗੀ ਮੈਂ ਤੈਨੂੰ ਆਵਾਜ਼ ਦੇਵਾਂਗਾ ਫਿਰ ਪ੍ਰਸ਼ਾਦਾ ਲੈ ਕੇ ਆਵੀਂ। ਹੁਣ ਸਾਧ ਸੰਗਤ ਜੀ 7 ਬਚਨ ਕਹਿ ਕੇ ਆਤਮਾ ਰਾਮ ਬਾਹਰ ਖੜ ਗਿਆ। ਉਧਰ ਬਾਬਾ ਧੰਨਾ ਤੇ ਦੇਵੀਆ ਜੀ ਪੁੱਛਦੇ ਗੁਰੂ ਰਵਿਦਾਸ ਮਹਾਰਾਜ ਜੀ ਦੇ ਆਸ਼ਰਮ ਕੋਲ ਪਹੁੰਚੇ। ਆਤਮਾ ਰਾਮ ਬਾਹਰ ਖੜਾ ਏ।
ਬਾਬਾ ਧੰਨਾ ਤੇ ਦੇਵੀਆ ਜੀ ਨੇ ਆਤਮਾ ਰਾਮ ਨੂੰ ਕਿਹਾ, ਮਹਾਤਮਾ ਜੀ, ਅਸੀਂ ਗੁਰੂ ਰਵਿਦਾਸ ਮਹਾਰਾਜ ਜੀ ਦੇ ਦਰਸ਼ਨ ਕਰਨੇ ਹੈ। ਮਹਾਰਾਜ ਜੀ ਨੂੰ ਮਿਲਣ ਵਾਸਤੇ ਅਸੀਂ ਪੰਜਾਬ ਤੋਂ ਚੱਲ ਕੇ ਆਏ, ਬੜੀ ਦੂਰ ਤੋਂ। ਆਤਮਾ ਰਾਮ ਕਹਿੰਦਾ, ਮਹਾਰਾਜ ਆਪਣੇ ਆਸ਼ਰਮ ਵਿੱਚ ਨੇ, ਤੁਸੀਂ ਉਹਨਾਂ ਦੇ ਦਰਸ਼ਨ ਕਰ ਸਕਦੇ ਹੋ। ਬਾਬਾ ਧੰਨਾ ਤੇ ਦੇਵੀਆ ਜੀ ਦਾ ਮਨ ਬੜਾ ਬੈਰਾਗੀ, ਮਨ ਵਿੱਚ ਬੜਾ ਪਿਆਰ ਹੈ। ਸਾਧ ਸੰਗਤ ਜੀ, ਆਸ਼ਰਮ ਦੇ ਬੂਹੇ ਦੇ ਅੱਗੇ ਜਾ ਕੇ ਬਾਬਾ ਧੰਨਾ ਜੀ ਦੇਵੀਆ ਜੀ ਖੜ ਗਏ। ਉਧਰ ਆਸ਼ਰਮ ਦੇ ਵਿੱਚ ਗੁਰੂ ਰਵਿਦਾਸ ਮਹਾਰਾਜ ਜੀ ਟਹਿਲ ਰਹੇ ਨੇ, ਕਦੇ ਸੱਜੇ ਨੂੰ ਕਦੇ ਖੱਬੇ ਨੂੰ। ਜਦੋਂ ਮਹਾਰਾਜ ਵਾਪਸ ਮੁੜੇ ਤੇ ਬਾਬਾ ਧੰਨਾ ਤੇ ਦੇਵੀਆ ਜੀ ਨੇ ਗੁਰੂ ਰਵਿਦਾਸ ਮਹਾਰਾਜ ਜੀ ਨੂੰ ਭੱਜ ਕੇ ਨਮਸਕਾਰ ਕੀਤੀ, ਚਰਨਾਂ ਤੇ ਨਮਸਕਾਰ ਕੀਤੀ, ਰੋ ਰੋ ਚਰਨ ਧੋ ਦਿੱਤੇ। ਸਾਧ ਸੰਗਤ ਜੀ, ਗੁਰੂ ਰਵਿਦਾਸ ਮਹਾਰਾਜ ਜੀ ਦੇ ਚਿਹਰੇ ਵੱਲ ਨੂੰ ਬਾਬਾ ਧੰਨਾ ਜੀ ਤੱਕਦੇ ਨੇ ਤੇ ਕਿਹਾ, ਦੇਵੀਆ, ਸਾਧੂ ਸੰਤ ਤੇ ਮੈਂ ਬੜੇ ਵੇਖੇ, ਪੀਰ ਫਕੀਰ ਬੜੇ ਵੇਖੇ, ਪਰ ਐਦਾਂ ਦਾ ਨਹੀਂ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹਨਾਂ ਦੇ ਚਿਹਰੇ ਤੇ ਵੱਖਰਾ ਹੀ ਨੂਰ ਹੈ। ਗੁਰੂ ਰਵਿਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬੰਦਗੀ ਬੜੀ ਸੀ। ਜਿੱਥੇ ਚਰਨ ਧਰਦੇ ਸਨ ਉਹ ਧਰਤੀ ਵੀ ਸਤਨਾਮ ਸਤਨਾਮ ਜਪਦੀ ਸੀ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਆਤਮਾ ਰਾਮ ਬਾਹਰ ਖੜਾ ਵੇਖਦਾ, ਉਧਰ ਬਾਬਾ ਧੰਨਾ ਜੀ ਦੇਵੀਆ ਜੀ ਚਰਨਾਂ ਤੇ ਸਿਰ ਰੱਖਿਆ ਰੋ ਰਹੇ ਨੇ। ਗੁਰੂ ਰਵਿਦਾਸ ਮਹਾਰਾਜ ਜੀ ਨੇ ਬਾਬਾ ਧੰਨਾ ਤੇ ਦੇਵੀਆ ਜੀ ਨੂੰ ਚਰਨਾਂ ਤੋਂ ਚੁੱਕਿਆ, ਆਪਣੀ ਗਲਵਕੜੀ ਵਿੱਚ ਲੈ ਲਿਆ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਗਲਵਕੜੀ ਵਿੱਚ ਲੈ ਕੇ ਗੁਰੂ ਰਵਿਦਾਸ ਮਹਾਰਾਜ ਜੀ ਨੇ ਪ੍ਰੇਮ ਕੀਤਾ, ਪਿਆਰ ਕੀਤਾ। ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਰੱਬ ਨੂੰ ਪਾਇਆ ਉਹਨੇ ਜਿਹਨੇ ਪ੍ਰੇਮ ਕੀਤਾ। ਧੰਨ ਬਾਬਾ ਧੰਨਾ ਜੀ ਤੇ ਦੇਵੀਆ ਜੀ, ਜਿਨ੍ਹਾਂ ਦੀ ਸ਼ਰਧਾ, ਜਿਨ੍ਹਾਂ ਦਾ ਪ੍ਰੇਮ ਸੱਚਾ ਹੈ, ਜਿਨ੍ਹਾਂ ਦੇ ਪ੍ਰੇਮ ਸਦਕੇ ਗੁਰੂ ਰਵਿਦਾਸ ਮਹਾਰਾਜ ਜੀ ਦੇ ਦਰਸ਼ਨ ਹੋਏ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਦਰਸ਼ਨ ਸਾਧ ਸੰਗਤ ਜੀ ਉਹਨਾਂ ਨੂੰ ਹੁੰਦੇ ਨੇ ਜਿਨ੍ਹਾਂ ਦਾ ਪ੍ਰੇਮ, ਜਿਨ੍ਹਾਂ ਦੀ ਮਨ ਦੀ ਪ੍ਰੀਤ ਸੱਚੀ ਹੁੰਦੀ ਹੈ। ਜਿਨ੍ਹਾਂ ਦਾ ਮਨ ਨਹੀਂ ਸੱਚਾ, ਜਿਨ੍ਹਾਂ ਦਾ ਸਾਧ ਸੰਗਤ ਜੀ ਮਨ ਅੰਦਰ ਪ੍ਰੇਮ ਨਾ ਹੋਵੇ, ਉਹਨਾਂ ਨੂੰ ਕਦੇ ਸਤਿਪੁਰਸ਼ਾਂ ਦੇ ਦਰਸ਼ਨ ਨਹੀਂ ਹੁੰਦੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਤਿਗੁਰ ਜਾਣਦੇ ਪ੍ਰੀਤਾਂ ਸੱਚੀਆਂ ਨੂੰ, ਸਤਿਗੁਰ ਜਾਣਦੇ ਪ੍ਰੀਤਾਂ ਸੱਚੀਆਂ ਨੂੰ, ਸਤਿਗੁਰ ਜਾਣੇ ਪ੍ਰੀਤਾਂ ਸੱਚੀਆਂ ਨੂੰ, ਸਤਿਗੁਰ ਜਾਣਦੇ 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 ਪ੍ਰੀਤਾਂ ਸੱਚੀਆਂ ਨੂੰ। ਕਦੇ ਹੁੰਦਾ ਨੀ ਦੀਦਾਰ, 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 ਕਦੇ ਹੁੰਦਾ ਨੀ ਦੀਦਾਰ ਰੂਹਾਂ ਕੱਚੀਆਂ ਨੂੰ, 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 ਕਦੇ ਹੁੰਦਾ ਨੀ ਦੀਦਾਰ ਰੂਹਾਂ ਕੱਚੀਆਂ ਨੂੰ। ਸਤਿਗੁਰ ਜਾਣਦੇ ਪ੍ਰੀਤਾਂ ਸੱਚੀਆਂ ਨੂੰ, 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 ਸਤਿਗੁਰ ਜਾਣਦੇ ਪ੍ਰੀਤਾਂ ਸੱਚੀਆਂ ਨੂੰ। ਸਤਿਗੁਰ ਜਾਣਦੇ ਪ੍ਰੀਤਾਂ ਸੱਚੀਆਂ ਨੂੰ, ਕਦੇ ਹੁੰਦਾ ਨਹੀਂ ਦੀਦਾਰ ਰੂਹਾਂ ਕੱਚੀਆਂ ਨੂੰ। ਧੰਨ ਬਾਬਾ ਧੰਨਾ ਤੇ ਦੇਵੀਆ ਜੀ, ਜਿਨ੍ਹਾਂ ਦੀ ਮਨ ਦੀ ਪ੍ਰੀਤ ਸੱਚੀ ਸੀ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਗੁਰੂ ਰਵਿਦਾਸ ਮਹਾਰਾਜ ਜੀ ਨੇ ਬਾਬਾ ਧੰਨਾ ਤੇ ਦੇਵੀਆ ਜੀ ਨੂੰ ਗਲਵਕੜੀ ਦੇ ਵਿੱਚ ਲਿਆ। ਉਸੇ ਸਮੇਂ ਆਵਾਜ਼ ਦਿੱਤੀ, ਕਹਿੰਦੇ ਆਤਮਾ ਰਾਮ ਜਾ ਭੱਜ ਕੇ ਜਾ ਪ੍ਰਸ਼ਾਦਾ ਲੈ ਕੇ ਆ, ਬੜੀ ਭੁੱਖ ਲੱਗੀ ਹੈ। ਆਤਮਾ ਰਾਮ ਮਹਾਰਾਜ ਜੀ ਦੇ ਕੋਲ ਆਇਆ,
ਕਹਿਣ ਲੱਗਾ, ਗੁਰੂ ਰਵਿਦਾਸ ਮਹਾਰਾਜ ਜੀ, ਮੈਂ ਤੁਹਾਡੇ ਹੁਕਮ ਵਿੱਚ ਹਾਂ। ਮੈਂ ਹੁਣੇ ਜਾ ਕੇ ਪ੍ਰਸ਼ਾਦਾ ਲੈ ਆਉਣਾ ਮਹਾਰਾਜ ਜੀ। ਮੈਂ ਉੱਦਾਂ ਤੁਹਾਡੇ ਹੁਕਮ ਵਿੱਚ ਹਾਂ, ਪਰ ਮੈਨੂੰ ਇਹ ਤੇ ਦੱਸੋ, ਨਾ ਤੁਸੀਂ ਪੰਜਵੇਂ ਪ੍ਰਸ਼ਾਦਾ ਛਕਿਆ, ਨਾ ਚੌਥੇ, ਨਾ ਪਰਸੋਂ ਸਾਰਾ ਦਿਨ, ਨਾ ਸਾਰਾ ਦਿਨ ਕੱਲ, ਨਾ ਮਹਾਰਾਜ ਅੱਜ ਸਵੇਰੇ, ਨਾ ਦੁਪਹਿਰੇ। ਅੱਜ ਸ਼ਾਮ ਦਾ ਸਮਾਂ ਹੋ ਗਿਆ ਮਹਾਰਾਜ, ਹੁਣ ਅਚਾਨਕ ਭੁੱਖ ਕਿਵੇਂ ਲੱਗ ਗਈ? ਉਸ ਸਮੇਂ ਗੁਰੂ ਰਵਿਦਾਸ ਮਹਾਰਾਜ ਕਹਿੰਦੇ, ਆਤਮਾ ਰਾਮ ਸੱਚ ਪੁੱਛਦਾ। ਕਹਿੰਦੇ, ਮਹਾਰਾਜ ਜੀ ਸੱਚ ਦੱਸੋ ਵੀ ਤੁਸੀਂ ਇੰਨੇ ਦਿਨ ਪ੍ਰਸ਼ਾਦਾ ਕਿਉਂ ਨਹੀਂ ਛਕੇ? ਉਸ ਸਮੇਂ ਫਿਰ ਗੁਰੂ ਰਵਿਦਾਸ ਮਹਾਰਾਜ ਜੀ ਕਹਿਣ ਲੱਗੇ, ਆਤਮਾ ਰਾਮ, ਆ ਮੇਰੇ ਪਿਆਰੇ ਧੰਨਾ ਤੇ ਦੇਵੀਆਂ ਇੰਨੀ ਦੂਰੋਂ ਚੱਲ ਕੇ ਆਏ ਨੇ। ਜਦ ਇਹਨਾਂ ਨੇ ਕਈ ਦਿਨਾਂ ਤੋਂ ਪ੍ਰਸ਼ਾਦਾ ਨਹੀਂ ਛਕਿਆ, ਜਦ ਇਹ ਭੁੱਖੇ ਪਿਆਸੇ ਨੇ, ਫਿਰ ਮੈਂ ਕਿਵੇਂ ਪ੍ਰਸ਼ਾਦਾ ਛਕ ਲੈਂਦਾ? ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਇਹ ਤੇ ਭੁੱਖੇ ਪਿਆਸੇ ਨੇ, ਮੈਂ ਕਿਵੇਂ ਪ੍ਰਸ਼ਾਦਾ ਛਕ ਲੈਂਦਾ? ਸਾਧ ਸੰਗਤ ਜੀ, ਇਹ ਮਤ ਸੋਚੀਏ ਕਿ ਅਸੀਂ ਗੁਰੂ ਨੂੰ ਪਿਆਰ ਕਰਦੇ ਹਾਂ। ਜੇ ਅਸੀਂ ਮਹਾਰਾਜ ਨੂੰ ਪਿਆਰ ਕਰਦੇ ਤੇ ਗੁਰੂ ਵੀ ਆਪਣੇ ਪਿਆਰਿਆਂ ਨੂੰ ਪਿਆਰ ਕਰਦਾ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਪ੍ਰੇਮ ਦੀ ਖੇਡ ਹੈ ਸਾਰੀ। ਉਸੇ ਸਮੇਂ ਫਿਰ ਆਤਮਾ ਰਾਮ ਦੀਆਂ ਅੱਖਾਂ ਭਰ ਆਈਆਂ। ਧੰਨ ਮਹਾਰਾਜ ਜੀ ਤੁਹਾਡੇ ਸੇਵਕ ਤੇ ਧੰਨ ਤੁਹਾਡਾ ਪਿਆਰ। ਉਸੇ ਸਮੇਂ ਆਤਮਾ ਰਾਮ ਪ੍ਰਸ਼ਾਦਾ ਲੈ ਕੇ ਆਇਆ। ਗੁਰੂ ਰਵਿਦਾਸ ਮਹਾਰਾਜ ਜੀ ਨੇ ਬਾਬਾ ਧੰਨਾ ਤੇ ਦੇਵੀਆ ਜੀ ਨੂੰ ਆਪਣੇ ਹੱਥੀਂ ਪ੍ਰਸ਼ਾਦਾ ਛਕਾਇਆ। ਧੰਨ ਬਾਬਾ ਧੰਨਾ ਤੇ ਦੇਵੀਆ ਜੀ, ਜਿਨ੍ਹਾਂ ਨੇ ਗੁਰੂ ਰਵਿਦਾਸ ਮਹਾਰਾਜ ਜੀ ਦੇ ਹੱਥੋਂ ਪ੍ਰਸ਼ਾਦਾ ਛਕਿਆ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਪ੍ਰਸ਼ਾਦਾ ਛਕਿਆ, ਆਰਾਮ ਕੀਤਾ, ਅੰਮ੍ਰਿਤ ਵੇਲਾ ਹੋਇਆ, ਸਤਸੰਗ ਹੋਇਆ। ਬਾਬਾ ਧੰਨਾ ਤੇ ਦੇਵੀਆ ਜੀ ਨੇ ਗੁਰੂ ਰਵਿਦਾਸ ਮਹਾਰਾਜ ਜੀ ਪਾਸੋਂ ਨਾਮ ਦੀ ਦਾਤ ਲਈ। ਕਾਫੀ ਸਮਾਂ ਮਹਾਰਾਜ ਜੀ ਦੇ ਕੋਲ ਰਹਿ ਕੇ ਗੁਰੂ ਰਵਿਦਾਸ ਮਹਾਰਾਜ ਦੀ ਸੇਵਾ ਕੀਤੀ। ਨਾਮ ਦੀ ਦਾਤ ਲਈ, ਨਾਮ ਜਪਣ ਦੀਆਂ ਜੁਗਤੀਆਂ ਪੁੱਛੀਆਂ। ਧੰਨ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਸਤਸੰਗ ਕਰਦੇ ਸਨ। ਬਾਬਾ ਧੰਨਾ ਤੇ ਦੇਵੀਆ ਜੀ ਬੈਠੇ ਨੇ, ਸਤਸੰਗ ਹੋਇਆ। ਉਪਰੰਤ ਗੁਰੂ ਰਵਿਦਾਸ ਮਹਾਰਾਜ ਜੀ ਕਹਿੰਦੇ, ਧੰਨਿਆ ਤੇਰੀ ਸ਼ਰਧਾ, ਤੇਰੀ ਭਾਵਨਾ ਬੜੀ ਏ, ਤੇਰੇ ਮਨ ਅੰਦਰ ਪਿਆਰ ਬੜਾ। ਤੇਰੀ ਕੋਈ ਮਨ ਦੀ ਇੱਛਾ ਤੇ ਦੱਸ, ਤੇਰੀ ਮਨ ਦੀ ਇੱਛਾ ਮੈਂ ਪੂਰੀ ਕਰਾਂਗਾ। ਬਾਬਾ ਧੰਨਾ ਜੀ ਨੇ ਨੇਤਰ ਭਰੇ, ਕਿਹਾ, ਗੁਰੂ ਰਵਿਦਾਸ ਮਹਾਰਾਜ ਜੀ, ਮੇਰੇ ਮਨ ਦੀ ਇੱਛਾ ਸੀ ਕਿ ਮੈਨੂੰ ਤੁਹਾਡੇ ਦਰਸ਼ਨ ਹੋ ਜਾਣ। ਮਹਾਰਾਜ ਤੁਹਾਡੀ ਕਿਰਪਾ ਸਦਕਾ ਮੈਨੂੰ ਹੁਣ ਤੁਹਾਡੇ ਦਰਸ਼ਨ ਹੋ ਗਏ। ਮੈਨੂੰ ਹੁਣ ਕਿਸੇ ਚੀਜ਼ ਦੀ ਲੋੜ ਨਹੀਂ। ਹੁਣ ਤੇ ਮੈਂ ਮਰ ਵੀ ਜਾਵਾਂ ਮਹਾਰਾਜ ਤਾਂ ਵੀ ਕੋਈ ਫਰਕ ਨਹੀਂ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਬਾਬਾ ਧੰਨਾ ਜੀ ਦੀ ਸ਼ਰਧਾ ਬੜੀ ਸੀ। ਦੂਜਾ ਬਚਨ ਮਹਾਰਾਜ ਨੇ ਕੀਤਾ, ਕਹਿੰਦੇ ਦਰਸ਼ਨ ਤੇ ਤੈਨੂੰ ਹੋ ਗਏ, ਤੇਰੀ ਮਨ ਦੀ ਕੋਈ ਹੋਰ ਇੱਛਾ? ਕਹਿੰਦੇ ਮਹਾਰਾਜ ਜਿਹੜਾ ਆਨੰਦ ਤੁਹਾਡੇ ਦਰਸ਼ਨਾਂ ਵਿੱਚ ਆਇਆ ਨਾ, ਇਹ ਕਿਰਪਾ ਕਰ ਦਿਓ, ਇਹ ਆਨੰਦ ਕਦੇ ਵਿਸਰੇ ਨਾ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਗੁਰੂ ਰਵਿਦਾਸ ਮਹਾਰਾਜ ਜੀ ਕਹਿੰਦੇ, ਧੰਨਿਆ ਤੇਰਾ ਪਿਆਰ ਇੰਨਾ ਹੈ, ਤੇਰੀ ਬੰਦਗੀ ਇੰਨੀ ਹੈ, ਤੇਰੇ ਮਨ ਅੰਦਰ ਸ਼ਰਧਾ ਇੰਨੀ ਹੈ, ਜਿੱਧਰ ਵੇਖੇਗਾ ਨਾ ਸਾਡੇ ਹੀ ਦਰਸ਼ਨ ਹੋਣਗੇ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਮੇਰੇ ਹੀ ਦਰਸ਼ਨ ਹੋਣਗੇ ਤੈਨੂੰ ਜਿੱਧਰ ਵੇਖੇਗਾ। ਤੇਰੀ ਮਨ ਦੀ ਕੋਈ ਹੋਰ ਇੱਛਾ ਤੇ ਦੱਸ। ਉਸ ਸਮੇਂ ਫਿਰ ਜਦੋਂ ਤੀਜਾ ਬਚਨ ਗੁਰੂ ਰਵਿਦਾਸ ਮਹਾਰਾਜ ਜੀ ਨੇ ਕੀਤਾ, ਬਾਬਾ ਧੰਨਾ ਜੀ ਨੇ ਗੁਰੂ ਰਵਿਦਾਸ ਮਹਾਰਾਜ ਜੀ ਦੇ ਚਰਨ ਫੜੇ, ਚਰਨਾਂ ਤੇ ਸਿਰ ਰੱਖਿਆ। ਕਹਿੰਦੇ ਮਹਾਰਾਜ ਤੁਸੀਂ ਖੁਸ਼ ਹੋ? ਜੇ ਤੁਸੀਂ ਖੁਸ਼ ਹੋ ਤੇ ਫਿਰ ਆ ਕਿਰਪਾ ਕਰ ਦਿਓ। ਆਵੀਂ ਮਾਲਕਾ ਕਦੇ ਘਰ ਵੀ ਗਰੀਬ ਦੇ, 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 ਆਵੀਂ ਦਾਤਿਆ ਕਦੇ ਘਰ ਵੀ ਗਰੀਬ ਦੇ, ਆਵੀਂ ਮਾਲਕਾ 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 ਕਦੇ ਘਰ ਵੀ ਗਰੀਬ ਦੇ, ਘਰ ਵੀ ਗਰੀਬ ਦੇ ਜੀ, ਘਰ ਵੀ ਗਰੀਬ ਦੇ, ਘਰ ਵੀ ਗਰੀਬ ਦੇ, ਘਰ ਵੀ ਗਰੀਬ ਦੇ,
ਗਰੀਬ ਦੇ ਘਰ ਵੀ ਗਰੀਬ ਦੇ ਘਰ ਵੀ ਗਰੀਬ ਦੇ ਘਰ ਵੀ ਗਰੀਬ ਦੇ ਘਰ ਵੀ ਗਰੀਬ ਦੇ ਆਵੀਂ ਮਾਲਕਾ ਆਵੀਂ ਮਾਲਕਾ ਕਦੇ ਘਰ ਵੀ ਗਰੀਬ ਦੇ 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 ਬਾਬਾ ਧੰਨਾ ਜੀ ਕਹਿੰਦੇ ਗੁਰੂ ਰਵਿਦਾਸ ਮਹਾਰਾਜ ਜੀ, ਜੇ ਤੁਸੀਂ ਨਿਹਾਲ ਹੋਏ ਹੋ, ਖੁਸ਼ ਹੋਏ ਹੋ, ਕਿਰਪਾ ਕਰ ਦਿਓ, ਕਦੇ ਸਮਾਂ ਬਣਿਆ ਤੇ ਗਰੀਬ ਦੇ ਘਰ ਚਰਨ ਪਾ ਦਿਓ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਉਸ ਸਮੇਂ ਫਿਰ ਗੁਰੂ ਰਵਿਦਾਸ ਮਹਾਰਾਜ ਜੀ ਨੇ ਬਚਨ ਕੀਤਾ, ਕਹਿੰਦੇ ਧੰਨਿਆ ਤੂੰ ਮੈਨੂੰ ਪਿਆਰ ਇੰਨਾ ਕਰਦਾ, ਮੈਂ ਤੇਰਾ ਕਿਹਾ ਮੋੜ ਨਹੀਂ ਸਕਦਾ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਜਦੋਂ ਵੀ ਸਮਾਂ ਬਣਿਆ ਮੈਂ ਤੇਰੇ ਘਰ ਜ਼ਰੂਰ ਆਵਾਂਗਾ, ਮੈਂ ਤੇਰੇ ਨਾਲ ਵਚਨ ਕਰਦਾ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਜਾਓ ਹੁਣ ਤੁਸੀਂ ਆਪਣੇ ਘਰ ਜਾਓ, ਆਪਣੇ ਵਿਹੜੇ ਮਹੱਲੇ ਦੀਆਂ ਸੰਗਤਾਂ ਨੂੰ ਇਕੱਠੇ ਕਰਕੇ ਸ਼ਾਮ ਦੇ ਸਮੇਂ ਆ ਧੁਰ ਕੀ ਬਾਣੀ ਦਾ ਕੀਰਤਨ ਕਰਿਆ ਕਰੋ। ਇਹ ਧੁਰ ਕੀ ਬਾਣੀ ਨੂੰ ਗਾਇਆ ਕਰੋ। ਜਦੋਂ ਵੀ ਤੁਹਾਡਾ ਪਿਆਰ ਮਨ ਅੰਦਰੋਂ ਜਾਗੇਗਾ ਮੈਂ ਆ ਜਾਵਾਂਗਾ ਤੇਰੇ ਘਰ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਉਸ ਸਮੇਂ ਫਿਰ ਸਾਧ ਸੰਗਤ ਜੀ ਬਾਬਾ ਧੰਨਾ ਤੇ ਦੇਵੀ ਜੀ ਨੇ ਕਿਹਾ, ਮਹਾਰਾਜ ਮਨ ਤੇ ਨਹੀਂ ਕਰਦਾ ਘਰ ਨੂੰ ਜਾਣ ਨੂੰ, ਪਰ ਮਹਾਰਾਜ ਪਰਿਵਾਰ ਦੇ ਵੀ ਫਿਕਰ ਕਰਦੇ ਹੋਣਗੇ। ਮਹਾਰਾਜ ਜੀ ਨੂੰ ਨਮਸਕਾਰ ਕੀਤੀ ਤੇ ਬਾਬਾ ਧੰਨਾ ਜੀ ਦੇ ਮਨ ਵਿੱਚ ਖਿਆਲ ਆਇਆ ਕਿ ਮਨਾ, ਜਦੋਂ ਅਸੀਂ ਪਿੰਡ ਖੁਰਾਲੀ ਤੋਂ ਮਹਾਰਾਜ ਜੀ ਦੇ ਚਰਨਾਂ ਵਿੱਚ ਆਏ ਤੇ ਬੜਾ ਸਮਾਂ ਲੱਗਿਆ, ਹੁਣ ਜਦੋਂ ਜਾਵਾਂਗੇ ਉਸ ਸਮੇਂ ਫਿਰ ਜ਼ਿਆਦਾ ਸਮਾਂ ਲੱਗੇਗਾ। ਉਸ ਸਮੇਂ ਸਾਧ ਸੰਗਤ ਜੀ ਗੁਰੂ ਰਵਿਦਾਸ ਮਹਾਰਾਜ ਜੀ ਨੇ ਬਚਨ ਕੀਤਾ, ਕਹਿੰਦੇ ਧੰਨਿਆ ਤੇਰੇ ਮਨ ਵਿੱਚ ਕੀ ਖਿਆਲ ਆਇਆ? ਕਹਿੰਦੇ ਮਹਾਰਾਜ ਜਦੋਂ ਤੁਹਾਨੂੰ ਇਹ ਪਤਾ ਕਿ ਮੇਰੇ ਮਨ ਵਿੱਚ ਕੀ ਖਿਆਲ ਆਇਆ ਤੇ ਤੁਹਾਨੂੰ ਇਹ ਵੀ ਪਤਾ ਹੋਣਾ ਉਹ ਖਿਆਲ ਕਿਹੜਾ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਗੁਰੂ ਰਵਿਦਾਸ ਮਹਾਰਾਜ ਕਹਿੰਦੇ ਫਿਰ ਇੱਥੇ ਹੀ ਬਹਿ ਜਾਓ ਚੌਂਕੜੀ ਮਾਰ ਕੇ। ਬਾਬਾ ਧੰਨਾ ਤੇ ਦੇਵੀ ਜੀ ਚੌਂਕੜਾ ਮਾਰ ਕੇ ਬਹਿ ਗਏ। ਗੁਰੂ ਰਵਿਦਾਸ ਮਹਾਰਾਜ ਜੀ ਨੇ ਐਸਾ ਧੁਰ ਕੀ ਬਾਣੀ ਦਾ ਸ਼ਬਦ ਪੜ੍ਹਿਆ, ਜਦੋਂ ਨੇਤਰ ਖੋਲੇ ਕੀ ਵੇਖਿਆ? ਬਾਬਾ ਧੰਨਾ ਤੇ ਦੇਵੀ ਜੀ ਆਪਣੇ ਘਰ ਪਿੰਡ ਖੁਰਾਲਗੜ੍ਹ ਬੈਠੇ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਹੁਣ ਬਾਬਾ ਧੰਨਾ ਤੇ ਦੇਵੀ ਜੀ ਨੂੰ ਚਾਅ ਚੜ੍ਹ ਗਿਆ। ਚਾਅ ਕੱਲੇ ਕੱਲੇ ਨੂੰ ਦੱਸਦੇ ਫਿਰਦੇ ਨੇ ਕਿ ਗੁਰੂ ਰਵਿਦਾਸ ਮਹਾਰਾਜ ਜੀ ਨੇ ਸਾਡੇ ਘਰ ਆਉਣਾ। ਮਹਾਰਾਜ ਜੀ ਇੱਦਾਂ ਸਾਸਾਂ ਕਰਦੇ ਨੇ, ਮਹਾਰਾਜ ਇੱਦਾਂ ਚੱਲਦੇ ਨੇ, ਮਹਾਰਾਜ ਜੀ ਦੀ ਉਸਤਤ ਵਡਿਆਈ ਸਭਨਾਂ ਦੇ ਕੋਲ ਕਰਦੇ ਨੇ। ਹੁਣ ਸਾਧ ਸੰਗਤ ਜੀ ਮੈਂ ਪਹਿਲਾਂ ਬੇਨਤੀ ਕੀਤੀ, ਇਹ ਜਿੱਥੇ ਤੁਸੀਂ ਖੁਰਾਲਗੜ੍ਹ ਸਾਹਿਬ ਹੁਣ ਹਾਜ਼ਰੀ ਭਰਦੇ ਹੋ, ਆਹ ਬਰਾਂਡੇ ਦੇ ਵਿੱਚ ਛੋਟਾ ਨਿਸ਼ਾਨ ਸਾਹਿਬ ਲੱਗਾ ਨਾ ਜੀ, ਜਿੱਥੇ ਇੱਥੇ ਪਹਿਲਾਂ ਪਿੱਪਲ ਦਾ ਦਰਖਤ ਹੁੰਦਾ ਸੀ, ਕੱਚਾ ਚੌਂਤਾ। ਬਾਬਾ ਧੰਨਾ ਜੀ ਨੇ ਇਸ ਪਿੱਪਲ ਦੇ ਕੱਚੇ ਚੌਂਤੇ ਤੇ ਗੁਰੂ ਰਵਿਦਾਸ ਮਹਾਰਾਜ ਜੀ ਦਾ ਆਸਣ ਵਿਛਾ ਦੇਣਾ। ਆਸਣ ਵਿਛਾ ਕੇ ਬਾਬਾ ਧੰਨਾ ਤੇ ਦੇਵੀਆਂ ਜੀ ਨੇ ਗੁਰੂ ਰਵਿਦਾਸ ਮਹਾਰਾਜ ਜੀ ਨੂੰ ਯਾਦ ਕਰਨਾ, ਗੁਰੂ ਰਵਿਦਾਸ ਮਹਾਰਾਜ ਜੀ ਦੀ ਧੁਰ ਕੀ ਬਾਣੀ ਦਾ ਕੀਰਤਨ ਕਰਨਾ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਜਦੋਂ 2-4 ਮਹੀਨੇ ਲੰਘ ਗਏ, ਸੰਗਤਾਂ ਨੇ ਕਿਹਾ, ਕਹਿੰਦੇ ਬਾਬਾ ਜੀ ਤੁਸੀਂ ਤੇ ਕਹਿੰਦੇ ਸੀ ਗੁਰੂ ਰਵਿਦਾਸ ਮਹਾਰਾਜ ਸਾਡੇ ਘਰ ਆਉਣਗੇ, ਪਰ ਮਹਾਰਾਜ ਅਜੇ ਆਏ ਤੇ ਨਹੀਂ। 2-4 ਮਹੀਨੇ ਤੁਹਾਨੂੰ ਵੀ ਹੋ ਗਏ ਆਇਆਂ ਨੂੰ। ਫਿਰ ਕਹਿੰਦੇ ਬਾਬਾ ਧੰਨਾ ਜੀ ਦਾ ਮਨ ਬੈਰਾਗੀ ਹੋਇਆ। ਬਾਬਾ ਧੰਨਾ ਜੀ ਨੇ ਗੁਰੂ ਰਵਿਦਾਸ ਮਹਾਰਾਜ ਜੀ ਨੂੰ ਯਾਦ ਕੀਤਾ ਤੇ ਮਹਾਰਾਜ ਜੀ ਦੀ ਇਹ ਧੁਰ ਕੀ ਬਾਣੀ ਦਾ ਸ਼ਬਦ ਪੜ੍ਹਿਆ ਤੇ ਨਾਲ ਨਾਲ ਸਾਰੇ ਨਗਰ ਦੀਆਂ ਸੰਗਤਾਂ ਬੋਲੀਆਂ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਨਾਮ ਤੇਰੋ ਆਰਤੀ ਮਜਨ ਮੁਰਾਰੇ, ਨਾਮ ਤੇਰੋ ਆਰਤੀ ਮਜਨ ਮੁਰਾਰੇ, ਨਾਮ ਤੇਰੋ ਆਰਤੀ ਮਜਨ ਮੁਰਾਰੇ, ਨਾਮ ਤੇਰੋ ਆਰਤੀ ਮਜਨ ਮੁਰਾਰੇ। ਹਰ ਕੇ ਨਾਮ ਬਿਨ ਝੂਠੇ ਸਗਲ ਪਸਾਰੇ, ਹਰ ਕੇ ਨਾਮ ਬਿਨ ਝੂਠੇ ਸਗਲ ਪਸਾਰੇ, ਹਰ ਕੇ ਨਾਮ ਬਿਨ ਝੂਠੇ ਸਗਲ ਪਸਾਰੇ, ਹਰ ਕੇ ਨਾਮ ਬਿਨ ਝੂਠੇ
छुटकारे, नाम तेरो आरती मजन मुरारे। नाम तेरो आरती मजन मुरारे, नाम तेरो आरती मजन मुरारे। नाम तेरा अंबोला, नाम तेरो चंदनो, नाम तेरा अंबोला, नाम तेरो चंदनो। नाम तेरा अंबला, नाम तेरो चंदनो, नाम तेरा अंबला, नाम तेरो चंदनो। रस जपे नाम ले तुझे को चारे, नाम तेरो आरती मजन मुरारे। नाम तेरो आरती मजन मुरारे, नाम तेरो आरती मजन मुरारे। नाम तेरा दीवा, नाम तेरो माती, नाम तेरा दीवा, नाम तेरो बाती। नाम तेरा दीवा, नाम तेरो बाती, नाम तेरा दीवा, नाम तेरो बाती। नाम तेरो तेल ले माहे पसारे, नाम तेरो आरती मजन मुरारे। नाम तेरो आरती मजन मुरारे, नाम तेरो आरती मजन मुरारे। नाम तेरे की जोत लगाई, नाम तेरे की जोत लगाई। नाम तेरे की जोत लगाई, नाम तेरे की जोत लगाई। भयो उजियारो पवन सगलारे, नाम तेरो आरती मजन मुरारे। नाम तेरो आरती मजन मुरारे, नाम तेरो आरती मजन मुरारे। नाम तेरो तागा, नाम फूलमाला, नाम तेरो तागा, नाम फूलमाला। नाम तेरो तागा, नाम फूलवाला, नाम तेरो तागा, नाम फूलवाला। पारी 18 सगल जुठारे, नाम तेरो आरती मजन मुरारे। नाम तेरो आरती मजन मुरारे, नाम तेरो आरती मजन मुरारे। तेरो किया तुझे क्या यारी पो, तेरो किया तुझे क्या यारी पो। तेरो किया तुझे क्या यार पो, तेरो किया तुझे क्या यार पो। नाम तेरा तू ही चवर टुलारे, नाम तेरो आरती मजन मुरारे। नाम तेरो आरती मजन मुरारे, नाम तेरो आरती मजन मुरारे। 10 8 8 सठे चारे खाणी, 10 8 8 सठे चारे खाणी। 10 8 8 सठे चारे खाणी, 10 8
ਸੰਸਾਰੇ ਨਾਮ ਤੇਰੋ ਆਰਤੀ ਮਜਨ ਮੁਰਾਰੇ ਨਾਮ ਤੇਰੋ ਆਰਤੀ ਮਜਨ ਮੁਰਾਰੇ ਨਾਮ ਤੇਰੋ ਆਰਤੀ ਮਜਨ ਮੁਰਾਰੇ ਕਹਿ ਰਵਿਦਾਸ ਨਾਮ ਤੇਰੋ ਆਰਤੀ 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 ਸਤਨਾਮ ਹੈ ਹਰੀ ਭੋਗ ਤੁਹਾਰੇ ਨਾਮ ਤੇਰੋ ਆਰਤੀ ਮਜਨ ਮੁਰਾਰੇ ਨਾਮ ਤੇਰੋ ਆਰਤੀ ਮਜਨ ਮੁਰਾਰੇ ਨਾਮ ਤੇਰੋ ਆਰਤੀ ਮਜਨ ਮੁਰਾਰੇ ਹਰ ਕੇ ਨਾਮ ਬਿਨ ਝੂਠੇ ਸਗਲ ਪਸਾਰੇ 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 ਨਾਮ ਤੇਰੋ ਆਰਤੀ ਮਜਨ ਮੁਰਾਰੇ 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 ਜਦੋਂ ਬਾਬਾ ਧੰਨਾ ਤੇ ਦੇਵੀਆ ਜੀ ਨੇ ਸਾਧ ਸੰਗਤ ਜੀ ਇਹ ਤੁਰਕੀ ਬਾਣੀ ਦਾ ਸ਼ਬਦ ਪੜਿਆ, ਜਿਹੜਾ ਆਸਣ ਨਿਤ ਗੁਰੂ ਰਵਿਦਾਸ ਮਹਾਰਾਜ ਜੀ ਵਾਸਤੇ ਲਾਉਂਦੇ ਸਨ ਨਾ ਪਿੱਪਲ ਦੇ ਕੱਚੇ ਚੌਂਤੇ ਤੇ, ਜਦੋਂ ਨੇਤਰ ਖੋਲੇ ਕੀ ਵੇਖਿਆ, ਜਿਹੜਾ ਆਸਣ ਨਿਤ ਗੁਰੂ ਰਵਿਦਾਸ ਮਹਾਰਾਜ ਵਾਸਤੇ ਲਾਉਂਦੇ ਸੀ, ਅੱਜ ਉਸ ਆਸਣ ਤੇ ਗੁਰੂ ਰਵਿਦਾਸ ਮਹਾਰਾਜ ਆ ਕੇ ਬੈਠੇ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਗੁਰੂ ਰਵਿਦਾਸ ਮਹਾਰਾਜ ਜੀ ਨੂੰ ਬੈਠਿਆਂ ਤੱਕਿਆ ਤੇ ਦਰਸ਼ਨ ਕੀਤੇ। ਬਾਬਾ ਧੰਨਾ ਤੇ ਦੇਵੀਆ ਜੀ ਨੇ ਮਹਾਰਾਜ ਨੂੰ ਨਮਸਕਾਰ ਕੀਤੀ, ਰੋ ਰੋ ਚਰਨ ਧੋ ਦਿੱਤੇ। ਗੁਰੂ ਰਵਿਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਾਬਾ ਧੰਨਾ ਤੇ ਦੇਵੀਆ ਜੀ ਨੂੰ ਬੜਾ ਪਿਆਰ ਕੀਤਾ। 1515 ਈਸਵੀ ਵਿੱਚ ਮਹਾਰਾਜ ਜੀ ਇੱਥੇ ਆਏ ਤੇ ਪਿੰਡ ਖੁਰਾਲੀ ਨੂੰ ਖੁਰਾਲਗੜ੍ਹ ਸਾਹਿਬ ਬਣਾਇਆ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਪੜ੍ਹ ਲਿਓ ਧਾਰਨਾ ਸਾਧ ਸੰਗਤ ਜੀ। ਚਰਨ ਗੁਰਾਂ ਨੇ ਖੁਰਾਲਗੜ੍ਹ ਪਾਏ, ਧਰਤੀ ਦਾ ਮੁੱਲ ਪੈ ਗਿਆ। ਚਰਨ ਗੁਰਾਂ ਨੇ ਖੁਰਾਲਗੜ੍ਹ ਪਾਏ, ਧਰਤੀ ਦਾ ਮੁੱਲ ਪੈ ਗਿਆ। ਚਰਨ ਗੁਰਾਂ ਨੇ ਖੁਰਾਲਗੜ੍ਹ ਪਾਏ, ਧਰਤੀ ਦਾ ਮੁੱਲ ਪੈ ਗਿਆ। ਚਰਨ ਗੁਰਾਂ ਨੇ ਖੁਰਾਲਗੜ੍ਹ ਪਾਏ, ਧਰਤੀ ਦਾ ਮੁੱਲ ਪੈ ਗਿਆ। ਚਰਨ ਗੁਰਾਂ ਨੇ ਖੁਰਾਲਗੜ੍ਹ ਪਾਏ, ਧਰਤੀ ਦਾ ਮੁੱਲ ਪੈ ਗਿਆ। ਚਰਨ ਗੁਰਾਂ ਨੇ ਖੁਰਾਲਗੜ੍ਹ ਪਾਏ, ਧਰਤੀ ਦਾ ਮੁੱਲ ਪੈ ਗਿਆ। ਸਾਰੀ ਦੁਨੀਆ ਨੇ ਸੀਸ ਨਿਵਾਏ, ਧਰਤੀ ਦਾ ਮੁੱਲ ਪੈ ਗਿਆ। ਸਾਰੀ ਦੁਨੀਆ ਨੇ ਸੀਸ ਨਿਵਾਏ, ਧਰਤੀ ਦਾ ਮੁੱਲ ਪੈ ਗਿਆ। ਸਾਰੀ ਦੁਨੀਆ ਨੇ ਸੀਸ ਨਿਵਾਏ, ਧਰਤੀ ਦਾ ਮੁੱਲ ਪੈ ਗਿਆ। ਸਾਰੀ ਦੁਨੀਆ ਨੇ ਸੀਸ ਨਿਵਾਏ, ਧਰਤੀ ਦਾ ਮੁੱਲ ਪੈ ਗਿਆ। ਸਾਰੀ ਦੁਨੀਆ ਨੇ ਸੀਸ ਨਿਵਾਏ, ਧਰਤੀ ਦਾ ਮੁੱਲ ਪੈ ਗਿਆ। ਸਾਰੀ ਦੁਨੀਆ ਨੇ ਸੀਸ ਨਿਵਾਏ, ਧਰਤੀ ਦਾ ਮੁੱਲ ਪੈ ਗਿਆ। ਚਰਨ ਗੁਰਾਂ ਨੇ ਖੁਰਾਲਗੜ੍ਹ ਪਾਏ, ਧਰਤੀ ਦਾ ਮੁੱਲ ਪੈ
ਮਹਾਰਾਜ ਜੀ ਨੇ ਚਰਨ ਪਾਏ ਤੇ ਪਿੰਡ ਖੁਰਾਲੀ ਨੂੰ ਖੁਰਾਲਗੜ੍ਹ ਸਾਹਿਬ ਬਣਾਇਆ। ਆਖੋ ਸਤਨਾਮ। ਸ੍ਰੀ ਵਾਹਿਗੁਰੂ। ਬਾਬਾ ਧੰਨਾ ਤੇ ਦੇਵੀਆ ਜੀ ਨੇ ਗੁਰੂ ਰਵਿਦਾਸ ਮਹਾਰਾਜ ਜੀ ਦੀ ਟਹਿਲ ਸੇਵਾ ਕੀਤੀ। ਮਹਾਰਾਜ ਜੀ ਨੂੰ ਲੰਗਰ ਪ੍ਰਸ਼ਾਦਾ ਛਕਾਇਆ, ਆਰਾਮ ਕੀਤਾ। ਅੰਮ੍ਰਿਤ ਵੇਲੇ ਬਾਬਾ ਧੰਨਾ ਤੇ ਦੇਵੀਆ ਜੀ ਨੇ, ਜਿੱਥੇ ਸਾਧ ਸੰਗਤ ਜੀ ਅੱਜ ਤੁਸੀਂ ਹਾਜ਼ਰੀ ਭਾ ਰਹੇ ਹੋ ਨਾ, ਇਹ ਤਪ ਸਥਾਨ ਜਿੱਥੇ ਤੁਸੀਂ ਮੱਥਾ ਟੇਕ ਰਹੇ ਹੋ, ਇੱਥੇ ਬਾਬਾ ਧੰਨਾ ਜੀ ਨੇ ਗੁਰੂ ਰਵਿਦਾਸ ਮਹਾਰਾਜ ਜੀ ਨੂੰ ਰਹਿਣ ਵਾਸਤੇ ਛੱਪਰੀ ਬੰਨ੍ਹ ਦਿੱਤੀ ਸੀ ਨਵੀਂ। ਆਖੋ ਸਤਨਾਮ। ਸ੍ਰੀ ਵਾਹਿਗੁਰੂ। ਇਸੇ ਸੋਹਣੀ ਛੱਪਰੀ ਦੇ ਵਿੱਚ ਮਹਾਰਾਜ ਇੱਥੇ ਬਹਿ ਕੇ ਰਹਿੰਦੇ ਸਨ। ਇੱਥੇ ਹੀ ਮਹਾਰਾਜ ਨੇ ਬਹਿ ਕੇ ਸਤਸੰਗ ਕਰਨਾ, ਸੰਗਤਾਂ ਨੂੰ ਨਾਮ ਬਾਣੀ ਦੇ ਨਾਲ ਜੋੜਨਾ। ਆਖੋ ਸਤਨਾਮ। ਸ੍ਰੀ ਵਾਹਿਗੁਰੂ। ਸੋ ਸਾਧ ਸੰਗਤ ਜੀ 2 ਮਹੀਨੇ ਨਹੀਂ ਲੰਘੇ, ਮਗਰੇ ਮੀਰਾਂ ਬਾਈ ਨੇ ਹੱਥ ਵਿੱਚ ਤੂੰਬਾ ਫੜਿਆ, ਉਹ ਵੀ ਸਤਨਾਮ ਸਤਨਾਮ ਜਪਦੀ ਮਹਾਰਾਜ ਜੀ ਦੀ ਧੁਰ ਕੀ ਬਾਣੀ ਦਾ ਕੀਰਤਨ ਕਰਦੀ। ਮੀਰਾਂ ਬਾਈ ਵੀ ਮਗਰੇ ਆ ਗਈ ਸੀ। ਆਖੋ ਸਤਨਾਮ। ਸ੍ਰੀ ਵਾਹਿਗੁਰੂ। ਕਿਉਂਕਿ ਮੀਰਾਂ ਬਾਈ ਦੀ ਲਗਨ ਸੱਚੀ ਲੱਗੀ ਸੀ। ਸਾਚੀ ਪ੍ਰੀਤ ਹਮ ਤੁਮ ਸਿਓ ਜੋਰੀ, ਤੁਮ ਸਿਓ ਜੋਰ ਅਵਰ ਸੰਗ ਤੋਰੀ। ਮੀਰਾਂ ਬਾਈ ਦੀ ਸੱਚੀ ਲਗਨ, ਹੱਥ ਵਿੱਚ ਤੂੰਬਾ ਫੜਿਆ, ਸ਼ਬਦ ਪੜ੍ਹਦੀ ਏ। ਚਿਰ ਹੋ ਗਿਆ ਦਰਸ਼ਨ ਦੇਖੇ ਨੂੰ, 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 ਚਿਰ ਹੋ ਗਿਆ ਦਰਸ਼ਨ ਦੇਖੇ ਨੂੰ। ਮੈਂ ਆਸਾਂ ਕਰ ਕਰ ਜੀਵਾ, ਚਿਰ ਹੋ ਗਿਆ ਦਰਸ਼ਨ ਦੇਖੇ ਨੂੰ, ਚਿਰ ਹੋ ਗਿਆ ਦਰਸ਼ਨ ਦੇਖੇ ਨੂੰ। ਮੈਂ ਆਸਾਂ ਕਰ ਕਰ ਜੀਵਾ, ਚਿਰ ਹੋ ਗਿਆ ਦਰਸ਼ਨ ਦੇਖੇ ਨੂੰ, ਚਿਰ ਹੋ ਗਿਆ ਦਰਸ਼ਨ ਦੇਖੇ ਨੂੰ। ਆਸਾਂ ਕਰ ਕਰ ਜੀਵਾ, ਚਿਰ ਹੋ ਗਿਆ ਦਰਸ਼ਨ ਦੇਖੇ ਨੂੰ, ਚਿਰ ਹੋ ਗਿਆ ਦਰਸ਼ਨ ਦੇਖੇ ਨੂੰ। ਪੀਰਾਂ ਨੇ ਹੱਥ ਵਿੱਚ ਤੂੰਬਾ ਫੜਿਆ, ਸ਼ਬਦ ਪੜ੍ਹਦੀ ਏ। ਬਹੁਤ ਜਨਮ ਵਿਛਰੇ ਥੇ ਮਾਧੋ, ਇਹੋ ਜਨਮ ਤੁਮਾਰੇ ਲੇਖੇ। ਕਹਿ ਰਵਿਦਾਸ ਆਸ ਲਗ ਜੀਵੋ, ਚਿਰ ਪਿਓ ਦਰਸ਼ਨ ਦੇਖੇ। ਗੁਰੂ ਰਵਿਦਾਸ ਮਹਾਰਾਜ ਨੂੰ ਮੱਥਾ ਟੇਕਿਆ। ਗੁਰੂ ਮਹਾਰਾਜ ਜੀ ਕਹਿੰਦੇ ਨੇ, ਬੱਚੀਏ ਮੀਰਾਂ ਧੀਏ, ਤੂੰ ਵੀ ਮਗਰੇ ਹੱਥ ਵਿੱਚ ਤੂੰਬਾ ਫੜੀ ਆ ਗਈ। ਉਸ ਸਮੇਂ ਮੀਰਾਂ ਨੇ ਬਚਨ ਕੀਤਾ, ਕਿਹਾ, ਗੁਰੂ ਪਿਤਾ ਜੀ ਹੁਣ ਤੁਹਾਡੇ ਦਰਸ਼ਨਾਂ ਤੋਂ ਬਗੈਰ ਰਿਹਾ ਨਹੀਂ ਜਾਂਦਾ। ਆਖੋ ਸਤਨਾਮ। ਸ੍ਰੀ ਵਾਹਿਗੁਰੂ। ਮੀਰਾਂ ਨੇ ਵੀ ਸਾਧ ਸੰਗਤ ਜੀ ਸਤਸੰਗ ਕੀਤਾ ਇਸ ਸਥਾਨ ਤੇ। ਜਦੋਂ ਫਿਰ ਰਾਜੇ ਬੈਨ ਨੂੰ ਪਤਾ ਲੱਗਿਆ ਕਿ ਮੀਰਾਂ ਵੀ ਸਤਸੰਗ ਕਰਦੀ, ਉਹਨੇ ਆਪਣੇ ਸਿਪਾਹੀ ਭੇਜੇ ਤੇ ਖੁਰਾਲਗੜ੍ਹ ਸਾਹਿਬ, ਜਿੱਥੇ ਤਪ ਸਥਾਨ ਸਾਧ ਸੰਗਤ ਜੀ ਹੁਣ ਤੁਸੀਂ ਹਾਜ਼ਰੀ ਭਰ ਰਹੇ ਹੋ, ਇੱਥੇ ਰਾਜੇ ਬੈਨ ਦੇ ਸਿਪਾਹੀ ਆਏ। ਮੀਰਾਂ ਨੂੰ ਫਿਰ ਇੱਥੋਂ ਲੈ ਗਏ ਗੜੀ ਮਾਨਸਵਾਲ ਨਗਰ, ਜਿੱਥੇ ਰਾਜੇ ਬੈਨ ਦੀ ਰਿਹਾਇਸ਼ ਸੀ। ਰਾਜੇ ਬੈਨ ਦੇ ਦਰਬਾਰ ਵਿੱਚ ਮੀਰਾਂ ਨੂੰ ਜਦੋਂ ਪੇਸ਼ ਕੀਤਾ, ਉਸ ਸਮੇਂ ਰਾਜੇ ਬੈਨ ਨੇ ਮੀਰਾਂ ਨੂੰ ਕਿਹਾ, ਮੀਰਾਂ ਤੇਰਾ ਗੁਰੂ ਤੇ ਸੁਣਿਆ ਆਪ ਜੋੜੇ ਗੰਢ ਕੇ ਗੁਜ਼ਾਰਾ ਕਰਦਾ, ਉਹ ਤੈਨੂੰ ਪਾਰ ਕਿਨਾਰੇ ਕਿੱਥੋਂ ਲਾ ਦੂੰ? ਤੂੰ ਰਾਣਿਆਂ ਦੀ ਧੀ ਹੋ ਕੇ ਇੱਕ ਸ਼ੂਦਰ ਨੂੰ ਆਪਣਾ ਗੁਰੂ ਬਣਾ ਕੇ ਬੈਠੀ ਐ, ਤੂੰ ਇਹ ਚੰਗਾ ਨਹੀਂ ਕੀਤਾ। ਜਦੋਂ ਇਦਾਂ ਦੇ ਬਚਨ ਸਾਧ ਸੰਗਤ ਜੀ ਮੀਰਾਂ ਨੇ ਸੁਣੇ ਤੇ ਉਸੇ ਸਮੇਂ ਰਾਜੇ ਬੈਨ ਨੂੰ ਕਿਹਾ, ਗੱਲ ਸੁਣ ਰਾਜਨ, ਮੇਰੇ ਗੁਰੂ ਕੱਲੇ ਜੋੜੇ ਨਹੀਂ ਗੰਢਦੇ, ਜਿਹੜਾ ਜੋੜਾ ਗੰਢਾਣ ਆ ਜਾਂਦਾ ਉਹਨੂੰ ਸਿੱਧਾ ਰੱਬ ਨਾਲ ਹੀ ਗੰਢ ਦਿੰਦੇ ਨੇ। ਆਖੋ ਸਤਨਾਮ। ਸ੍ਰੀ ਵਾਹਿਗੁਰੂ। ਉਹ ਤੇ ਟੁੱਟੀਆਂ ਰੂਹਾਂ ਨੂੰ ਰੱਬ ਨਾਲ ਜੋੜਦੇ ਨੇ। ਰਾਜਨਾ ਟੁੱਟੀਆਂ ਰੂਹਾਂ ਨੂੰ ਉਹ ਤਾਂ ਰੱਬ ਨਾਲ ਜੋੜਦੇ, 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 ਟੁੱਟੀਆਂ ਰੂਹਾਂ ਨੂੰ ਉਹ ਤਾਂ ਰੱਬ ਨਾਲ ਜੋੜਦੇ, ਟੁੱਟੀਆਂ ਰੂਹਾਂ ਨੂੰ ਉਹ ਤਾਂ ਰੱਬ ਨਾਲ ਜੋੜਦੇ, ਟੁੱਟੀਆਂ ਰੂਹਾਂ ਨੂੰ ਉਹ ਤਾਂ ਰੱਬ ਨਾਲ ਜੋੜਦੇ,
ਰੱਬ ਨਾਲ ਜੋੜ ਦੇ। ਮੇਰੇ ਗੁਰੂ ਤੇ ਟੁੱਟੀਆਂ ਰੂਹਾਂ ਨੂੰ ਰੱਬ ਨਾਲ ਜੋੜਦੇ ਨੇ, ਆਖੋ ਸਤਨਾਮ। ਸ਼੍ਰੀ ਵਾਹਿਗੁਰੂ। ਉਸੇ ਸਮੇਂ ਰਾਜਾ ਬੈਨ ਕਹਿੰਦਾ, ਮੀਰਾ ਮੈਂ ਤੇਰੇ ਗੁਰੂ ਨੂੰ ਇੱਥੇ ਬੁਲਾਵਾਂਗਾ, ਉਹਦੀ ਪਰਖ ਕਰਾਂਗਾ ਉਹ ਪੂਰੇ ਨੇ ਜਾਂ ਅਧੂਰੇ ਨੇ। ਉਸੇ ਸਮੇਂ ਸਿਪਾਹੀ ਭੇਜੇ ਰਾਜੇ ਬੈਨ ਨੇ। ਕੜੀ ਮਾਨਸਵਾਲ ਨਗਰ ਤੋਂ ਸਾਧ ਸੰਗਤ ਜੀ ਸਿਪਾਹੀ ਤਪ ਸਥਾਨ ਤੇ ਆਏ। ਗੁਰੂ ਰਵਿਦਾਸ ਮਹਾਰਾਜ ਜੀ ਬੈਠੇ ਨੇ। ਸਿਪਾਹੀਆਂ ਨੇ ਨਮਸਕਾਰ ਕੀਤੀ, ਕਿਹਾ ਸਤਿਗੁਰੂ ਮਹਾਰਾਜ ਅਸੀਂ ਰਾਜੇ ਬੈਨ ਦੇ ਹੁਕਮ ਦੇ ਬੱਧੇ ਆਏ ਹਾਂ, ਕਿਰਪਾ ਕਰੋ ਮਹਾਰਾਜ ਜੀ ਤੁਸੀਂ ਰਾਜੇ ਬੈਨ ਦੇ ਦਰਬਾਰ ਵਿੱਚ ਪੇਸ਼ ਹੋਵੋ। ਬਾਬਾ ਧੰਨਾ ਤੇ ਦੇਵੀਆ ਜੀ ਨੇ ਕਿਹਾ, ਮਹਾਰਾਜ ਰਾਜਾ ਬੈਨ ਹੰਕਾਰੀ ਪੁਰਸ਼ ਏ, ਤੁਹਾਡੀ ਚੜ੍ਹਦੀ ਕਲਾ ਉਹ ਤੋਂ ਬਰਦਾਸ਼ਤ ਨਹੀਂ ਹੁੰਦੀ। ਤੇ ਦੂਜਾ ਮਹਾਰਾਜ ਉਹ ਗਰੀਬਾਂ ਤੇ ਜ਼ੁਲਮ ਕਰਦਾ ਹੈ। ਜਿਹੜੇ ਗਰੀਬ ਲੋਕ ਉਹਦੇ ਰਾਜ ਦਰਬਾਰ ਵਿੱਚ ਕੰਮਕਾਜ ਕਰਦੇ ਨੇ ਉਹਨਾਂ ਨੂੰ ਉਹਨਾਂ ਦੀ ਮਿਹਨਤ ਨਹੀਂ ਦਿੰਦਾ, ਇੱਕ ਟਾਈਮ ਦਾ ਪ੍ਰਸ਼ਾਦਾ ਦਿੰਦਾ ਜੀ, ਜਿਹੜਾ ਮਸਾਂ ਹੀ ਪਰਿਵਾਰ ਨੂੰ ਪੂਰਾ ਹੁੰਦਾ। ਆਖੋ ਸਤਨਾਮ। ਸ਼੍ਰੀ ਵਾਹਿਗੁਰੂ। ਜੇ ਮਹਾਰਾਜ ਜੀ ਤੁਸੀਂ ਆਏ ਹੋ ਤੇ ਹੁਣ ਕਿਰਪਾ ਕਰੋ ਰਾਜੇ ਬੈਨ ਨੂੰ ਸਿੱਧੇ ਰਾਹ ਪਾ ਦਿਓ। ਆਖੋ ਸਤਨਾਮ। ਸ਼੍ਰੀ ਵਾਹਿਗੁਰੂ। ਸਿਪਾਹੀਆਂ ਦੇ ਨਾਲ ਗੁਰੂ ਰਵਿਦਾਸ ਮਹਾਰਾਜ ਜੀ ਤੁਰ ਪਏ, ਨਾਲ ਬਾਬਾ ਧੰਨਾ ਜੀ, ਦੇਵੀਆ ਜੀ, ਹੋਰ ਹਜੂਰੀ ਸੇਵਾਦਾਰ ਮਹਾਰਾਜ ਜੀ ਦੇ। ਇਲਾਕੇ ਦੀਆਂ ਸੰਗਤਾਂ ਨੂੰ ਪਤਾ ਲੱਗਿਆ, ਇਲਾਕੇ ਦੀਆਂ ਸੰਗਤਾਂ ਤੁਰ ਪਈਆਂ। ਕਈ ਨਾਲ ਸਾਧ ਸੰਗਤ ਜੀ ਤਮਾਸ਼ਕੀ ਲੋਕ ਤੁਰ ਪਏ ਕਿ ਤਮਾਸ਼ਾ ਵੇਖਾਂਗੇ ਕਿ ਗੁਰੂ ਰਵਿਦਾਸ ਮਹਾਰਾਜ ਗੁਰੂ ਬਣੀ ਬੈਠੇ ਨੇ। ਹੁਣ ਪਤਾ ਲੱਗੇਗਾ ਜਦੋਂ ਰਾਜਾ ਬੈਨ ਇਹਨਾਂ ਨੂੰ ਸਖਤ ਸਜ਼ਾ ਦੇਵੇਗਾ। ਸਾਧ ਸੰਗਤ ਜੀ ਗੁਰੂ ਰਵਿਦਾਸ ਮਹਾਰਾਜ ਜੀ, ਬਾਬਾ ਧੰਨਾ ਜੀ, ਦੇਵੀਆ ਜੀ ਸੰਗਤਾਂ ਨਾਲ ਤੁਰੇ ਹੋਏ ਸਤਨਾਮ ਸਤਨਾਮ ਜਪਦੇ। ਹੁਣ ਤੇ ਸਾਧ ਸੰਗਤ ਜੀ ਪੱਕੇ ਰਾਹ ਬਣ ਗਏ। ਉਸ ਸਮੇਂ ਇਸ ਜੰਗਲ ਦੇ ਵਿੱਚੋਂ ਕੱਚੇ ਰਾਹ, ਕੱਚੀਆਂ ਪੱਗ ਡੰਡੀਆਂ। ਮਹਾਰਾਜ ਇੱਥੋਂ ਦੀ ਲੰਘੇ, ਗੜੀ ਮਾਨਸਵਾਲ ਨਗਰ ਪੁੱਜੇ। ਰਾਜੇ ਬੈਨ ਦੇ ਦਰਬਾਰ ਵਿੱਚ ਮਹਾਰਾਜ ਜਦੋਂ ਪੇਸ਼ ਹੋਏ, ਸਤਨਾਮ ਸਤਨਾਮ ਜਪਦੇ ਹੋਏ। ਰਾਜੇ ਬੈਨ ਨੇ ਮਹਾਰਾਜ ਜੀ ਨੂੰ ਵੇਖਿਆ, ਮਹਾਰਾਜ ਜੀ ਦੇ ਦਰਸ਼ਨ ਕੀਤੇ। ਬਜ਼ੁਰਗ ਅਵਸਥਾ, ਸਾਦੇ ਜਿਹੇ ਵਸਤਰ ਮਹਾਰਾਜ ਜੀ ਨੇ ਪਹਿਨੇ ਹੋਏ। ਆਪਣੀ ਰਸਨਾ ਤੋਂ ਮਹਾਰਾਜ ਜੀ ਸਤਨਾਮ ਸਤਨਾਮ ਜਪਦੇ ਸੀ। ਰਾਜੇ ਬੈਨ ਨੇ ਗੁਰੂ ਰਵਿਦਾਸ ਮਹਾਰਾਜ ਜੀ ਦੇ ਜਦੋਂ ਦਰਸ਼ਨ ਕੀਤੇ ਤੇ ਸਾਧ ਸੰਗਤ ਜੀ ਮੀਰਾ ਬਾਈ ਨੇ ਰਾਜੇ ਬੈਨ ਨੂੰ ਕਿਹਾ, ਰਾਜਾ ਬੈਨ ਇਹ ਗੁਰੂ ਰਵਿਦਾਸ ਮਹਾਰਾਜ ਮੇਰੇ ਸਤਿਗੁਰ ਨੇ, ਜਿਨ੍ਹਾਂ ਨੇ ਇੱਕ ਨੂੰ ਨਹੀਂ ਅਨੇਕਾਂ ਪ੍ਰਾਣੀਆਂ ਨੂੰ ਉਸ ਅਕਾਲ ਪੁਰਖ ਦੇ ਨਾਲ ਜੋੜਿਆ। ਰਾਜਾ ਬੈਨ ਤੂੰ ਵੀ ਮਹਾਰਾਜ ਜੀ ਦੀ ਸ਼ਰਨ ਪੈ ਜਾ, ਤੇਰਾ ਵੀ ਮਹਾਰਾਜ ਭਲਾ ਕਰ ਦੇਣਗੇ। ਆਖੋ ਸਤਨਾਮ। ਸ਼੍ਰੀ ਵਾਹਿਗੁਰੂ। ਰਾਜਾ ਬੈਨ ਉਸ ਸਮੇਂ ਸਾਧ ਸੰਗਤ ਜੀ ਮਨ ਜਿਹੜਾ ਲੋਹਾ ਲਾਖਾ ਹੋ ਗਿਆ, ਗੁੱਸੇ ਦੇ ਵਿੱਚ ਆਇਆ ਤੇ ਕਹਿਣ ਲੱਗਾ ਕਿ ਤੁਸੀਂ ਤੇ ਸ਼ੂਦਰ ਹੋ, ਤੁਹਾਨੂੰ ਕੋਈ ਅਧਿਕਾਰ ਨਹੀਂ ਨਾਮ ਜਪਣ ਤੇ ਜਪਾਉਣ ਦਾ। ਮੈਂ ਤੁਹਾਡੀ ਸ਼ਰਨ ਨਹੀਂ ਪੈਣਾ, ਤੁਸੀਂ ਮੇਰੀ ਸ਼ਰਨ ਪੈ ਜਾਓ, ਮੈਂ ਤੁਹਾਨੂੰ ਬਖਸ਼ ਦੇਵਾਂਗਾ, ਕਿਉਂਕਿ ਤੁਸੀਂ ਬਜ਼ੁਰਗ ਹੋ। ਮੇਰੇ ਕੋਲ ਪ੍ਰਮਾਤਮਾ ਨੇ ਮੈਨੂੰ ਸਾਰੀਆਂ ਦਾਤਾਂ ਦਿੱਤੀਆਂ, ਧਨ ਦੌਲਤ ਜਿੰਨਾ ਮੇਰੇ ਕੋਲ ਇੰਨਾ ਕਿਸੇ ਕੋਲ ਨਹੀਂ। ਜਿੰਨੀ ਮੇਰੇ ਕੋਲ ਜ਼ਮੀਨ ਹੈ ਇੰਨੀ ਕਿਸੇ ਕੋਲ ਜ਼ਮੀਨ ਨਹੀਂ। ਸਭ ਤੋਂ ਉੱਚੇ ਮੇਰੇ ਮੰਦਰ ਨੇ, ਧਨ ਦੌਲਤ ਦੀ ਕੋਈ ਵੀ ਕਮੀ ਨਹੀਂ ਮੇਰੇ ਕੋਲ। ਤੁਸੀਂ ਤੇ ਜੋੜੇ ਗੰਢ ਕੇ ਆਪਣਾ ਗੁਜ਼ਾਰਾ ਕਰਦੇ ਹੋ। ਤੁਸੀਂ ਤੇ ਸ਼ੂਦਰ ਲੋਕ ਹੋ, ਤੁਹਾਨੂੰ ਕੋਈ ਅਧਿਕਾਰ ਨਹੀਂ ਨਾਮ ਜਪਣ ਤੇ ਜਪਾਉਣ ਦਾ। ਤੁਸੀਂ ਮੇਰੀ ਸ਼ਰਨ ਪੈ ਜਾਓ, ਮੈਂ ਤੁਹਾਡਾ ਭਲਾ ਕਰਾਂਗਾ। ਉਸ ਸਮੇਂ ਗੁਰੂ ਰਵਿਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਰਾਜੇ ਬੈਨ ਨੂੰ ਸਮਝਾਉਣਾ ਕੀਤਾ। ਮਹਾਰਾਜ ਨੇ ਧੁਰ ਕੀ ਬਾਣੀ ਦਾ ਸ਼ਬਦ ਉਚਾਰਨ ਕੀਤਾ। ਮਹਾਰਾਜ ਕਹਿੰਦੇ, ਜਲ ਕੀ ਭੀਤ ਪਵਨ ਕਾ ਥੰਬਾ ਰਖਤ ਬੁੰਦ ਕਾ ਗਾਰਾ। ਮਹਾਰਾਜ ਕਹਿੰਦੇ ਜਿਹੜਾ ਇਹ ਸਰੀਰ ਹੈ ਨਾ, ਜਲ ਕਹਿੰਦੇ ਸਾਧ ਸੰਗਤ ਜੀ ਪਾਣੀ ਨੂੰ, ਭੀਤ ਕਹਿੰਦੇ ਕੰਧ ਨੂੰ। ਇਹ ਜਿਹੜਾ ਸਰੀਰ ਇੱਕ ਪਾਣੀ ਦੀ ਕੰਧ ਦੀ ਤਰ੍ਹਾਂ ਹੈ। ਰਖਤ ਬੁੰਦ ਕਾ ਗਾਰਾ, ਇਸ ਸਰੀਰ ਨੂੰ ਮਾਤਾ ਪਿਤਾ ਦੇ ਰਕਤ ਦਾ ਗਾਰਾ ਚੜਿਆ ਹੋਇਆ ਹੈ। ਹਾੜ ਮਾਸ ਨਾੜੀ ਕੋ ਪਿੰਜਰ ਪੰਖੀ ਬਸੈ ਵਿਚਾਰਾ। ਪ੍ਰਾਨੀ ਕਿਆ ਮੇਰਾ ਕਿਆ ਤੇਰਾ। ਹੱਡ ਮਾਸ ਨਾੜੀਆਂ ਦਾ ਪਿੰਜਰ ਬਣਾ ਕੇ ਰਾਜਾ ਬੈਨ ਅਕਾਲ ਪੁਰਖ ਨੇ ਇਹਦੇ ਵਿੱਚ ਜੀਵ ਰੂਪੀ ਆਤਮਾ ਟਿਕਾਤੀ, ਜੋ ਅੱਖਾਂ ਰਾਹੀਂ ਵੇਖਦਾ, ਕੰਨਾਂ ਰਾਹੀਂ ਸੁਣਦਾ, ਰਸਨਾ ਤੋਂ ਬੋਲਦਾ ਏ। ਤੂੰ ਕਿਆ ਮੇਰਾ ਤੇਰਾ ਕਰੀ ਜਿੰਨਾ ਕਿ ਆ ਧਨ ਦੌਲਤ ਮੇਰਾ ਏ, ਮੇਰੇ ਨਾਲ ਦਾ ਕੋਈ ਤਕੜਾ ਸੂਰਮਾ ਨਹੀਂ, ਮੇਰੀ ਜਿੰਨੀ ਕਿਸੇ ਕੋਲ ਜ਼ਮੀਨ ਨਹੀਂ। ਰਾਜਾ ਬੈਨ ਮੇਰਾ ਤੇਰਾ ਨਾ ਕਰ, ਇੱਥੇ ਤੇਰਾ ਕੁਝ ਵੀ ਨਹੀਂ। ਆਖੋ ਸਤਨਾਮ। ਸ੍ਰੀ ਵਾਹਿਗੁਰੂ। ਪ੍ਰਾਨੀ ਕਿਆ ਮੇਰਾ ਕਿਆ ਤੇਰਾ, ਜੈਸੇ ਤਰਵਰ ਪੰਖ ਬਸੇਰਾ। ਜਿਵੇਂ ਪੰਛੀ ਸ਼ਾਮ ਦੇ ਸਮੇਂ ਆਉਂਦਾ ਹੈ ਨਾ ਸਾਧ ਸੰਗਤ ਜੀ, ਦਰਖਤ ਦੀ ਟਹਿਣੀ ਤੇ ਬਹਿੰਦਾ ਏ, ਰਾਤ ਬੀਤ ਜਾਂਦੀ, ਦਿਨ ਚੜੇ ਤੇ ਪੰਛੀ ਉੱਡ ਜਾਂਦਾ। ਇਸੇ ਤਰ੍ਹਾਂ ਮਹਾਰਾਜ ਕਹਿੰਦੇ ਜੀਵ ਰੂਪੀ ਆਤਮਾ ਸਰੀਰ ਵਿੱਚ ਟਿਕਾ ਦਿੱਤੀ। ਜਦੋਂ
ਜੀਵ ਰੂਪੀ ਆਤਮਾ ਸਰੀਰ ਵਿੱਚ ਟਿਕਾ ਦਿੱਤੀ। ਜਦੋਂ ਉਮਰ ਰੂਪੀ ਰਾਤ ਲੰਘ ਜਾਂਦੀ ਹੈ, ਇਹ ਫਿਰ ਜੀਵ ਰੂਪੀ ਆਤਮਾ ਪੰਛੀ ਉੱਡ ਜਾਂਦਾ। ਆਖੋ ਸਤਿਨਾਮ। ਸ੍ਰੀ ਵਾਹਿਗੁਰੂ। ਜੀਵ ਰੂਪੀ ਆਤਮਾ ਸਰੀਰ ਵਿੱਚ ਟਿਕਾਈ ਹੋਈ ਹੈ ਪ੍ਰਮਾਤਮਾ ਨੇ। ਅੱਗੇ ਮਹਾਰਾਜ ਬਚਨ ਕਰਦੇ ਨੇ, ਰਾਜਾ ਬੈਨ ਰਾਖੋ ਕੰਧ ਉਸਾਰੋ ਨੀਵਾ, 3.5 ਹਾਥ ਤੇਰੀ ਸੀਮਾ। ਤੂੰ ਡੂੰਘੀਆਂ ਨੀਹਾਂ ਕੱਢ ਕੇ ਉੱਚੇ ਉੱਚੇ ਮਹਿਲ ਉਸਾਰ ਲੇ। ਕਹਿੰਦਾ ਏ ਕਿ ਸਾਰਿਆਂ ਤੋਂ ਵੱਧ ਮੇਰੇ ਕੋਲ ਜ਼ਮੀਨ ਹੈ। ਮਹਾਰਾਜ ਕਹਿੰਦੇ ਇਹਨਾਂ ਮਹਿਲਾਂ ਦਾ, ਇਹਨਾਂ ਘਰਾਂ ਦਾ ਮਾਣ ਨਾ ਕਰ, ਕਿਉਂਕਿ ਸਾਧ ਸੰਗਤ ਜੀ ਇਹ ਜਿਹੜੇ ਸਾਨੂੰ ਘਰ-ਬਾਰ ਮਿਲੇ ਨੇ, ਕਿਸੇ ਨੂੰ 50 ਸਾਲ ਵਾਸਤੇ, ਕਿਸੇ ਨੂੰ 60 ਸਾਲ ਵਾਸਤੇ। ਜਿੰਨੇ ਕਿਸੇ ਦੀ ਉਮਰ ਏ ਉਨੇ ਸਮੇਂ ਵਾਸਤੇ ਸਾਨੂੰ ਆ ਘਰ-ਬਾਰ ਜ਼ਮੀਨਾਂ ਮਿਲੀਆਂ। ਜਦੋਂ ਇਹ ਉਮਰ ਬੀਤ ਜਾਂਦੀ ਏ, ਪੰਛੀ ਸਰੀਰ ਵਿੱਚੋਂ ਉੱਡ ਜਾਂਦਾ, ਫਿਰ ਇਹ ਸਾਰਾ ਕੁਝ ਹੀ ਇੱਥੇ ਹੀ ਰਹਿ ਜਾਂਦਾ। ਆਖੋ ਸਤਿਨਾਮ। ਸ੍ਰੀ ਵਾਹਿਗੁਰੂ। ਰਾਖੋ ਕੰਧ ਉਸਾਰੋ ਨੀਵਾਂ, ਤੂੰ ਡੂੰਘੀਆਂ ਨੀਹਾਂ ਕੱਢ ਕੇ ਉੱਚੇ ਉੱਚੇ ਮਹਿਲ ਉਸਾਰ ਲੇ। ਮਹਾਰਾਜ ਕਹਿੰਦੇ 3.5 ਹਾਥ ਤੇਰੀ ਸੀਮਾ। ਇਹਨਾਂ ਜ਼ਮੀਨਾਂ ਦਾ ਮਾਣ ਨਾ ਕਰ, 3.5 ਹਾਥੀ ਧਰਤੀ ਤੈਨੂੰ ਨਸੀਬ ਹੋਣੀ। ਆਖੋ ਸਤਿਨਾਮ। ਸ੍ਰੀ ਵਾਹਿਗੁਰੂ। ਬੰਕੇ ਬਾਲ ਪਾਗ ਸਿਰ ਡੇਰੀ, ਇਹੋ ਤਨ ਹੋਏਗੋ ਭਸਮ ਕੀ ਢੇਰੀ। ਇਨਸਾਨ ਨੂੰ ਵੀ ਨਾਲ ਨਾਲ ਸਮਝਾਉਂਦੇ ਨੇ ਮਹਾਰਾਜ। ਮਹਾਰਾਜ ਕਹਿੰਦੇ ਨੇ ਇਨਸਾਨ ਬੰਕੇ ਬਾਲ, ਆਪਣੇ ਬਾਲਾਂ ਨੂੰ ਸਵਾਰਦਾ ਏ, ਟੇਢੀ ਪੱਗ ਬੰਨ੍ਹਦਾ ਕਿ ਮੈਂ ਸਾਰਿਆਂ ਨੂੰ ਸੋਹਣਾ ਲੱਗਾ। ਮਹਾਰਾਜ ਕਹਿੰਦੇ ਚੰਗੀ ਗੱਲ ਹੈ ਭਾਈ, ਤੂੰ ਤਨ ਨੂੰ ਸਵਾਰਦਾ, ਪਰ ਕੱਲੇ ਤਨ ਸਵਾਰਿਆਂ ਗੱਲ ਨਹੀਂ ਬਣਦੀ, ਨਾਲ ਨਾਲ ਆਪਣੇ ਮਨ ਨੂੰ ਵੀ ਸਵਾਰਨਾ ਕਰ। ਆਖੋ ਸਤਿਨਾਮ। ਸ੍ਰੀ ਵਾਹਿਗੁਰੂ। ਕਿਉਂਕਿ ਇਹੋ ਤਨ ਹੋਏਗੋ ਭਸਮ ਕੀ ਢੇਰੀਏ, ਤੇ ਸਰੀਰ ਸੱਜਣਾ ਮਿੱਟੀ ਦੀ ਢੇਰੀ ਹੋ ਜਾਣਾ। ਆਖੋ ਸਤਿਨਾਮ। ਸ੍ਰੀ ਵਾਹਿਗੁਰੂ। ਮਹਾਰਾਜ ਕਹਿੰਦੇ ਉੱਚੇ ਮੰਦਰ ਸੁੰਦਰ ਨਾਰੀ, ਰਾਮ ਨਾਮ ਬਿਨ ਬਾਜੀ ਹਾਰੀ। ਤੂੰ ਆਪਣੇ ਉੱਚੇ ਮੰਦਰਾਂ ਦਾ ਮਾਣ ਕਰਦਾ ਹੈ, ਤੈਨੂੰ ਇਹ ਵੀ ਮਾਣ ਹੈ ਕਿ ਮੇਰੀ ਘਰ ਵਾਲੀ ਸੁੰਦਰ ਏ, ਆਗਿਆਕਾਰ ਏ। ਮਹਾਰਾਜ ਕਹਿੰਦੇ ਮੰਨਦੇ ਹਾਂ ਕਿ ਤੇਰੇ ਕੋਲ ਸਾਰਾ ਦੁਨੀਆ ਦਾ ਸੁੱਖ ਹੈ, ਤੇਰੇ ਕੋਲ ਉੱਚੇ ਮੰਦਰ ਨੇ, ਤੇਰੀ ਘਰ ਵਾਲੀ ਸੁੰਦਰ ਔਰਤ ਏ, ਕਹਿਣੇਕਾਰ ਏ। ਮਹਾਰਾਜ ਕਹਿੰਦੇ ਮੰਨਦੇ ਹਾਂ ਤੇਰੇ ਕੋਲ ਸਾਰਾ ਸੁੱਖ ਹੈ ਦੁਨੀਆ ਦਾ, ਪਰ ਤੇਰੇ ਕੋਲ ਜੇ ਰਾਮ ਦਾ ਨਾਮ ਨਹੀਂ ਨਾ, ਸੱਜਣਾ ਜ਼ਿੰਦਗੀ ਦੀ ਬਾਜੀ ਹਾਰ ਜਾਏਗਾ। ਆਖੋ ਸਤਿਨਾਮ। ਸ੍ਰੀ ਵਾਹਿਗੁਰੂ। ਇਹ ਜੀਵਨ ਵਾਲੀ ਬਾਜੀ ਹਾਰ ਜਾਏਗਾ, ਜਿੱਤੇਗਾ ਨਹੀਂ। ਤੂੰ ਮੈਨੂੰ ਕਹਿੰਦਾ ਮੈਂ ਸ਼ੂਦਰ ਹਾਂ, ਮਹਾਰਾਜ ਕਹਿੰਦੇ ਮੈਂ ਮੰਨਦਾ ਮੇਰੀ ਜਾਤ ਕਮੀਨੀ, ਮੇਰੀ ਜਾਤ ਨੀਵੀਂ ਹੈ, ਮੇਰੀ ਜਾਤ ਕਮੀਨੀ, ਪਾਤ ਕਮੀਨੀ, ਓਛਾ ਜਨਮ ਹਮਾਰਾ। ਮੇਰੀ ਜਾਤ ਨੀਵੀਂ ਹੈ, ਮੇਰਾ ਗੋਤ ਨੀਵਾਂ, ਮੇਰਾ ਜਨਮ ਵੀ ਨੀਵਿਆਂ ਦੇ ਘਰ ਵਿੱਚ ਹੋਇਆ, ਪਰ ਮੈਂ ਤੇਰੇ ਵਰਗੇ ਝੂਠੇ ਰਾਜੀ ਦੀ ਸ਼ਰਨ ਵਿੱਚ ਨਹੀਂ ਪੈਂਦਾ। ਮੈਂ ਤੇ ਉਸ ਮਾਲਕ ਦਾ ਡਰ ਆਪਣੇ ਮਨ ਵਿੱਚ ਰੱਖਦਾ, ਹਮੇਸ਼ਾ ਉਸ ਪਰਮਾਤਮਾ ਦੀ ਬੰਦਗੀ ਕਰਦਾ। ਉਹਦੀ ਬੰਦਗੀ ਸਦਕਾ, ਪਰਮਾਤਮਾ ਦੇ ਭਜਨ ਸਦਕਾ, ਤੁਮ ਸਰਨਾਗਤ ਰਾਜਾ ਰਾਮਚੰਦ ਕਹਿ ਰਵਿਦਾਸ ਚਮਾਰਾ। ਗੁਰੂ ਰਵਿਦਾਸ ਮਹਾਰਾਜ ਜੀ ਆਪਣੇ ਆਪ ਨੂੰ ਚਮਾਰ ਕਹਿ ਕੇ ਬਚਨ ਕਰਦੇ ਨੇ ਕਿ ਇਹ ਚਮਾਰ ਜ਼ਰੂਰ ਏ, ਇਹ ਸ਼ੂਦਰ ਜ਼ਰੂਰ ਏ, ਪਰ ਰਾਜਾ ਬੈਨ ਤੇਰੇ ਵਰਗੇ ਝੂਠੇ ਰਾਜੇ ਦੀ ਸ਼ਰਨ ਵਿੱਚ ਨਹੀਂ। ਮੈਂ ਤੇ ਹਮੇਸ਼ਾ ਉਸ ਪਰਮਾਤਮਾ ਦਾ ਨਾਮ ਜਪਦਾ, ਆਪਣੇ ਰੱਬ ਦਾ, ਆਪਣੇ ਮਾਲਕ ਦਾ ਡਰ ਆਪਣੇ ਮਨ ਵਿੱਚ ਰੱਖਦਾ। ਜਿਹੜਾ ਜੀਵ ਆਪਣੇ ਮਨ ਦੇ ਵਿੱਚ ਆਪਣੇ ਗੁਰੂ ਦਾ ਡਰ ਰੱਖਦਾ ਤੇ ਹਮੇਸ਼ਾ ਭਜਨ ਕਰਦਾ, ਉਹ ਹਮੇਸ਼ਾ ਹੀ ਪਰਮਾਤਮਾ ਦੀ ਸ਼ਰਨ ਵਿੱਚ ਰਹਿੰਦਾ। ਆਖੋ ਸਤਿਨਾਮ। ਸ੍ਰੀ ਵਾਹਿਗੁਰੂ। ਮੈਂ ਉਸ ਸੱਚੇ ਰਾਜੇ ਰਾਮਚੰਦ ਦੀ ਸ਼ਰਨ ਵਿੱਚ ਆ, ਉਹਦਾ ਨਾਮ ਜਪਣ ਕਰਕੇ ਤੈਨੂੰ ਵੀ ਸਲਾਹ ਦਿੰਦਾ, ਤੂੰ ਵੀ ਉਹਦਾ ਨਾਮ ਜਪਿਆ ਕਰ, ਤੇਰਾ ਭਲਾ ਹੋ ਜਾਏਗਾ। ਆਖੋ ਸਤਿਨਾਮ। ਸ੍ਰੀ ਵਾਹਿਗੁਰੂ। ਜਿਹੜੇ ਰਾਜ ਦਾ ਤੂੰ ਮਾਣ ਕਰਦਾ ਨਾ ਰਾਜਾ ਬੈਨ, ਇਹ ਤੇਰਾ ਰਾਜ ਸਦਾ ਨਹੀਂ ਰਹਿਣਾ। ਆਖੋ ਸਤਿਨਾਮ। ਸ੍ਰੀ ਵਾਹਿਗੁਰੂ। ਤੇਰਾ ਰਾਜ ਸਦਾ ਨਹੀਂ ਰਹਿਣਾ, ਪਾਪ ਕਮਾਉਣ ਵਾਲਿਆ, ਤੇਰਾ ਰਾਜ ਸਦਾ ਨਹੀਂ ਰਹਿਣਾ, ਪਾਪ ਕਮਾਉਣ ਵਾਲਿਆ। ਤੇਰਾ ਰਾਜ ਸਦਾ ਨਹੀਂ ਰਹਿਣਾ, ਪਾਪ ਕਮਾਉਣ ਵਾਲਿਆ। ਤੇਰਾ ਰਾਜ ਸਦਾ ਨਹੀਂ ਰਹਿਣਾ, ਪਾਪ ਕਮਾਉਣ ਵਾਲਿਆ। ਤੇਰਾ ਰਾਜ ਸਦਾ ਨਹੀਂ ਰਹਿਣਾ, ਪਾਪ ਕਮਾਉਣ
ਆਪ ਨਾ ਕਮਾਇਆ ਕਰ, ਗਰੀਬਾਂ ਦਾ ਭਲਾ ਕਰਿਆ ਕਰ, ਆਖੋ ਸਤਨਾਮ। ਸ੍ਰੀ ਵਾਹਿਗੁਰੂ। ਇਹਨਾਂ ਤੇ ਜੋਲੋਂ ਕਮਾ ਕੇ ਕਹਿਣਾ ਤੂੰ ਮੈਂ ਰਾਜ ਕਰਦਾ, ਇਹ ਤੇਰਾ ਰਾਜ ਸਦਾ ਨਹੀਂ ਰਹਿਣਾ, ਆਖੋ ਸਤਨਾਮ। ਸ੍ਰੀ ਵਾਹਿਗੁਰੂ। ਇਹਨਾਂ ਗਰੀਬਾਂ ਦਾ ਭਲਾ ਕਰਿਆ ਕਰ, ਜੇ ਤੂੰ ਗਰੀਬ ਲੋਕਾਂ ਦਾ ਭਲਾ ਕਰੇਗਾ ਕਰਤਾਰ ਤੇਰਾ ਭਲਾ ਕਰੇਗਾ, ਆਖੋ ਸ੍ਰੀ ਸਤਨਾਮ। ਵਾਹਿਗੁਰੂ। ਕਿਉਂਕਿ ਸਾਧ ਸੰਗਤ ਜੀ ਜਿੱਥੇ ਇਹ ਗੱਲ ਨੋਟ ਕਰਿਓ, ਜਿੱਥੇ ਰਾਜੇ ਮਹਾਰਾਜੇ ਦੀ ਸਿਫਾਰਿਸ਼ ਨਹੀਂ ਨਾ ਕੰਮ ਕਰਦੀ, ਉੱਥੇ ਇੱਕ ਗਰੀਬ ਦੀ ਅਸੀਸ ਕੰਮ ਕਰ ਦਿੰਦੀ, ਆਖੋ ਸਤਨਾਮ। ਸ੍ਰੀ ਵਾਹਿਗੁਰੂ। ਸੋ ਇਸ ਕਰਕੇ ਮਹਾਰਾਜ ਨੇ ਬਚਨ ਕੀਤਾ, ਰਾਜਾ ਬੈਨ ਗਰੀਬਾਂ ਦਾ ਭਲਾ ਕਰਿਆ ਕਰ। ਰਾਜਾ ਬੈਨ ਨੂੰ ਸਾਧ ਸੰਗਤ ਜੀ ਮਹਾਰਾਜ ਅੱਗੇ ਕੋਈ ਜਵਾਬ ਨਾ ਆਇਆ। ਉਸ ਸਮੇਂ ਰਾਜਾ ਬੈਨ ਕਹਿਣ ਲੱਗਾ, ਜੇ ਤੁਹਾਡੇ ਵਿੱਚ ਇੰਨੀਆਂ ਸ਼ਕਤੀਆਂ, ਜੇ ਤੁਹਾਡੀ ਇੰਨੀ ਬੰਦਗੀ ਏ, ਆ ਜਿਹੜੀ ਖਰਾਸ ਚੱਕੀ ਏ, 2 ਬਲਦਾਂ ਦੇ ਨਾਲ ਚੱਲਦਾ ਏ ਖਰਾਸ, ਇਹਨੂੰ ਫਿਰ ਚਲਾਓ, ਇਹ ਤੁਹਾਨੂੰ ਸਜ਼ਾ ਏ। ਗੁਰੂ ਰਵਿਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਫਿਰ ਉੱਥੇ ਸਮਾਧੀ ਲਾ ਕੇ ਬਹਿ ਗਏ, ਚੌਂਕੜਾ ਲਾ ਕੇ ਬਹਿ ਗਏ ਤੇ ਸੁਰਤ ਆਪਣੀ ਅਕਾਲ ਪੁਰਖ ਦੇ ਚਰਨਾਂ ਨਾਲ ਜੋੜੀ। ਗੁਰੂ ਰਵਿਦਾਸ ਮਹਾਰਾਜ ਜੀ ਨੇ ਧੁਰ ਕੀ ਬਾਣੀ ਦਾ ਸ਼ਬਦ ਪੜ੍ਹਿਆ। ਉਹ ਖਰਾਸ ਸਾਧ ਸੰਗਤ ਜੀ ਜਿਹੜਾ 2 ਬਲਦਾਂ ਨਾਲ ਜੋੜ ਕੇ ਚੱਲਦਾ ਨਾ ਖਰਾਸ ਚੱਕੀ, ਉਹ ਮਹਾਰਾਜ ਨੇ ਜਦੋਂ ਸਮਾਧੀ ਲਾਈ ਤੇ ਖਰਾਸ ਆਪਣੇ ਆਪ ਹੀ ਚੱਲਣ ਲੱਗ ਪਿਆ, ਆਖੋ ਸਤਨਾਮ। ਸ੍ਰੀ ਵਾਹਿਗੁਰੂ। ਸਤਿਗੁਰ ਬੈਠ ਕੇ ਸਮਾਧੀ ਲਾ ਕੇ, ਚੱਕੀ ਆਪੇ ਜਾਵੇ ਚੱਲਦੀ। ਸਤਿਗੁਰ ਬੈਠ ਕੇ ਸਮਾਧੀ ਲਾ ਕੇ, ਚੱਕੀ ਆਪੇ ਜਾਵੇ ਚੱਲਦੀ। ਸਤਿਗੁਰ ਬੈਠ ਕੇ ਸਮਾਧੀ ਲਾ ਕੇ, ਚੱਕੀ ਆਪੇ ਜਾਵੇ ਚੱਲਦੀ। ਸਤਿਗੁਰ ਬੈਠ ਕੇ ਸਮਾਧੀ ਲਾ ਕੇ, ਚੱਕੀ ਆਪੇ ਜਾਵੇ ਚੱਲਦੀ। ਸਤਿਗੁਰ ਬੈਠ ਕੇ ਸਮਾਧੀ ਲਾ ਕੇ, ਚੱਕੀ ਆਪੇ ਜਾਵੇ ਚੱਲਦੀ। ਸਤਿਗੁਰ ਬੈਠ ਕੇ ਸਮਾਧੀ ਲਾ ਕੇ, ਚੱਕੀ ਆਪੇ ਜਾਵੇ ਚੱਲਦੀ। ਵਾਹ 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 ਵਾਹ, ਚੱਕੀ ਆਪੇ ਜਾਵੇ ਚੱਲਦੀ। ਵਾਹ 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 ਵਾਹ, ਚੱਕੀ ਆਪੇ ਜਾਵੇ ਚੱਲਦੀ। ਵਾਹ ਵਾਹ ਵਾਹ, ਚੱਕੀ ਆਪੇ ਜਾਵੇ ਚੱਲਦੀ। ਵਾਹ 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 ਵਾਹ, ਚੱਕੀ ਆਪੇ ਜਾਵੇ ਚੱਲਦੀ। ਵਾਹ 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 ਵਾਹ, ਚੱਕੀ ਆਪੇ ਜਾਵੇ ਚੱਲਦੀ। ਵਾਹ 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 ਵਾਹ, ਚੱਕੀ ਆਪੇ ਜਾਵੇ ਚੱਲਦੀ। ਸਤਿਗੁਰ ਬੈਠ ਕੇ ਸਮਾਧੀ ਲਾ ਕੇ, ਚੱਕੀ ਆਪੇ ਜਾਵੇ ਚੱਲਦੀ। ਸਤਿਗੁਰ ਬੈਠ ਕੇ ਸਮਾਧੀ ਲਾ ਕੇ, ਚੱਕੀ ਆਪੇ ਜਾਵੇ ਚੱਲਦੀ। ਸਤਿਗੁਰ ਬੈਠ ਕੇ ਸਮਾਧੀ ਲਾ ਕੇ, ਚੱਕੀ ਆਪੇ ਜਾਵੇ ਚੱਲਦੀ। ਸਤਿਗੁਰ ਬੈਠ ਕੇ ਸਮਾਧੀ ਲਾ ਕੇ, ਚੱਕੀ ਆਪੇ ਜਾਵੇ ਚੱਲਦੀ। ਗੁਰੂ ਰਵਿਦਾਸ ਮਹਾਰਾਜ ਜੀ ਸਮਾਧੀ ਲਾ ਕੇ ਬੈਠੇ, ਧੁਰ ਕੀ ਬਾਣੀ ਦਾ ਸ਼ਬਦ ਉਚਾਰਨ ਕੀਤਾ। ਸਗਲ ਭਵਨ ਕੇ ਨਾਇਕਾ, ਇੱਕ ਛਿਨ ਦਰਸ਼ ਦਿਖਾਏ ਜੀ। ਜਦੋਂ ਸੁਰਤ ਜੁੜੀ ਕਹਿੰਦੇ ਉਹ ਖਰਾਸ ਚੱਕੀ ਆਪਣੇ ਆਪ ਹੀ ਚੱਲਣ ਲੱਗ ਪਈ, ਆਖੋ ਸਤਨਾਮ। ਸ੍ਰੀ ਵਾਹਿਗੁਰੂ। ਆਪਣੇ ਆਪ ਖਰਾਸ ਚੱਲਿਆ। ਸਾਧ ਸੰਗਤ ਜੀ ਜਦੋਂ ਖਰਾਸ ਚੱਕੀ ਆਪਣੇ ਆਪ ਚੱਲੀ ਤੇ ਰਾਜੇ ਬੈਨ ਨੂੰ ਗੁਰੂ ਰਵਿਦਾਸ ਮਹਾਰਾਜ ਜੀ ਦੇ ਚਰਨੀ ਝੁਕਣਾ ਪਿਆ, ਆਖੋ ਸਤਨਾਮ। ਸ੍ਰੀ ਵਾਹਿਗੁਰੂ। ਮੱਥਾ ਟੇਕਿਆ ਫਿਰ ਰਾਜੇ ਬੈਨ ਨੇ। ਰਾਜਾ ਬੈਨ ਰਾਜਾ ਤੇ ਬਣ ਕੇ ਬਾਅਦ ਵਿੱਚ ਰਿਹਾ, ਪਰ ਸਾਧ ਸੰਗਤ ਜੀ ਬਾਣ ਵੱਟ ਕੇ ਗੁਜ਼ਾਰਾ ਕਰਦਾ ਸੀ। ਬਾਣ ਵੱਟਣਾ, ਉਹ ਬਾਣ ਵੱਟ ਕੇ ਫਿਰ ਸਾਧ ਸੰਗਤ ਜੀ ਬਾਣ ਵੇਚਣਾ, ਉਹਦੀ ਮਾਇਆ ਪੈਸੇ ਜੋ ਆਣੇ ਉਹਦਾ ਰਾਸ਼ਨ ਲਿਆ ਕੇ ਫਿਰ ਲੰਗਰ ਪ੍ਰਸ਼ਾਦਾ ਛਕਦਾ ਸੀ। 10 ਨੋਹਾਂ ਦੀ ਕਿਰਤ ਕਰਨੀ ਗੁਰੂ ਰਵਿਦਾਸ ਮਹਾਰਾਜ ਨੇ ਰਾਜੇ ਬੈਨ ਨੂੰ ਵੀ ਸਿਖਾਤੀ ਸੀ, ਆਖੋ ਸਤਨਾਮ। ਸ੍ਰੀ ਵਾਹਿਗੁਰੂ। ਬਾਅਦ ਵਿੱਚ ਲੋਕਾਂ ਨੇ ਰਾਜੇ ਬੈਨ ਨੂੰ ਸੰਤ ਕਹਿ ਕੇ ਸਨਮਾਨ ਦਿੱਤਾ। ਰਾਜੇ ਬੈਨ ਨੂੰ ਜੇ ਸੰਤ ਬਣਾਇਆ ਤੇ ਬਣਾਇਆ ਗੁਰੂ ਰਵਿਦਾਸ ਮਹਾਰਾਜ ਜੀ ਨੇ, ਆਖੋ ਸਤਨਾਮ। ਸ੍ਰੀ ਵਾਹਿਗੁਰੂ। ਹਿਮਾਚਲ ਦੇ ਵਿੱਚ ਸਾਧ ਸੰਗਤ ਜੀ ਨੰਗੜਾ ਪਿੰਡ ਪੈਂਦਾ, ਉੱਥੇ ਰਾਜੇ ਬੈਨ ਦਾ ਮੰਦਿਰ ਬਣਿਆ ਹੋਇਆ ਹੈ। ਉੱਥੋਂ ਦੇ ਲੋਕ ਰਾਜੇ ਬੈਨ ਨੂੰ ਸੰਤ ਕਰਕੇ ਪੂਜਦੇ ਨੇ। ਜੇ ਰਾਜੇ ਬੈਨ ਨੂੰ ਸੰਤ ਬਣਾਇਆ ਤੇ ਬਣਾਉਣ ਵਾਲੇ ਨੇ ਸਾਹਿਬ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ, ਆਖੋ ਸਤਨਾਮ। ਸ੍ਰੀ ਵਾਹਿਗੁਰੂ। ਰਾਜੇ ਬੈਨ ਨੇ ਮਹਾਰਾਜ ਨੂੰ ਨਮਸਕਾਰ ਕੀਤੀ, ਮਹਾਰਾਜ ਜੀ ਦੇ ਚਰਨੀ ਝੁਕਿਆ ਤੇ ਸਾਧ ਸੰਗਤ ਜੀ ਮਹਾਰਾਜ ਤੋਂ ਫਿਰ ਨਾਮ ਦੀ ਦਾਤ ਵੀ ਲਈ। ਉਹ ਖਰਾਸ ਚੱਕੀ
ਜੋ ਮਹਾਰਾਜ ਨੇ ਖੁਰਾਲਗੜ੍ਹ ਸਾਹਿਬ ਸਾਧ ਸੰਗਤ ਜੀ ਤੁਸੀਂ ਹੁਣ ਆ ਦਰਸ਼ਨ ਕਰ ਰਹੇ ਹੋ ਨਾ ਜੀ ਖਰਾਸ ਦੇ, ਇਹ ਖਰਾਸ ਚੱਕੀ ਤੇ ਜਿਹੜਾ ਫਿਰ ਅਨਾਜ ਪਾਇਆ ਤੇ ਆਟਾ ਬਣਿਆ, ਉਹ ਅਨਾਜ ਤੋਲਣ ਵਾਲੇ ਪੱਥਰ ਤੇ ਆ ਖਰਾਸ ਚੱਕੀ ਉਸ ਸਮੇਂ ਦੀ ਹੈ ਜੋ ਤੁਸੀਂ ਅੱਜ ਦਰਸ਼ਨ ਕਰ ਰਹੇ ਹੋ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਇਹ ਕੌਤਕ ਜਦੋਂ ਵੇਖਿਆ ਤੇ ਇਲਾਕੇ ਦੀਆਂ ਸੰਗਤਾਂ ਨੇ ਗਲੀ ਗਲੀ ਚੋਂ ਆਈ ਆਵਾਜ਼ ਜੈ ਰਵਿਦਾਸ ਧੰਨ ਰਵਿਦਾਸ, ਸਭ ਪਾਸੇ ਜੈ ਜੈਕਾਰ ਹੋ ਗਈ। ਕਈਆਂ ਨੇ ਕਿਹਾ ਕਿ ਇਲਾਕੇ ਦੇ ਵਿੱਚ ਪਾਣੀ ਦੀ ਕਮੀ ਸੀ। ਸੰਗਤਾਂ ਨੇ ਬੇਨਤੀ ਕੀਤੀ ਕਿ ਮਹਾਰਾਜ ਇਲਾਕੇ ਵਿੱਚ ਪਾਣੀ ਦੀ ਕਮੀ ਹੈ, ਤੁਸੀਂ ਆਏ ਹੋ ਤਾਂ ਕਿਰਪਾ ਕਰ ਦਿਓ। ਪਰ ਕਈਆਂ ਨੇ ਇਦਾਂ ਜ਼ਿਕਰ ਕੀਤਾ ਕਿ ਬਾਬਾ ਧੰਨਾ ਤੇ ਦੇਵੀਆ ਜੀ ਨੇ ਗੁਰੂ ਰਵਿਦਾਸ ਮਹਾਰਾਜ ਨੂੰ ਬੇਨਤੀ ਕੀਤੀ, ਸੱਚੇ ਪਾਤਸ਼ਾਹ ਤੁਸੀਂ ਇਸ ਇਲਾਕੇ ਵਿੱਚ ਚਰਨ ਪਾਏ ਨੇ, ਸੱਚੇ ਪਾਤਸ਼ਾਹ ਅਬੀਚ ਨਛੱਤਰ ਦੇ ਪੁਰਬ ਜਦੋਂ ਲੱਗਦੇ ਨੇ ਵਿਸਾਖ ਦੇ, ਅਸੀਂ ਲੋਕ ਕਿਤੇ ਇਸ਼ਨਾਨ ਨਹੀਂ ਕਰ ਸਕਦੇ। ਲੋਕੀ ਮਹਾਰਾਜ ਛਿੱਟਾ ਲੈ ਕੇ ਲੰਘਦੇ ਨੇ, ਇਸ਼ਨਾਨ ਕਰਨ ਤਾਂ ਬੜੀ ਦੂਰ ਦੀ ਗੱਲ ਹੈ। ਮਹਾਰਾਜ ਜੇ ਤੁਸੀਂ ਇੱਥੇ ਆਏ ਹੋ ਤੇ ਇੱਥੇ ਇੱਕ ਤੀਰਥ ਪ੍ਰਗਟ ਕਰ ਦਿਓ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਡੂੰਗੀ ਖੱਡ ਦੇ ਵਿੱਚ ਸਾਧ ਸੰਗਤ ਜੀ ਫਿਰ ਮਹਾਰਾਜ ਆਏ, ਆਪਣੇ ਸੱਜੇ ਪੈਰ ਦੇ ਅੰਗੂਠੇ ਨਾਲ ਭਾਰੀ ਪੱਥਰ ਪਾਸੇ ਕੀਤਾ। ਮਹਾਰਾਜ ਜੀ ਦੇ ਚਰਨ ਛੋਹਣ ਨਾਲ ਫਿਰ ਹੇਠੋਂ ਗੰਗਾ ਪ੍ਰਗਟ ਹੋ ਗਈ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਇੱਥੇ ਨਾ ਸਾਡੇ ਇਲਾਕੇ ਦੇ ਵਿੱਚ ਸਾਧ ਸੰਗਤ ਜੀ ਬੜਾ ਡੂੰਘਾ ਪਾਣੀ ਹੈ, 1200 ਫੁੱਟ ਤੇ ਕਿਤੇ 1400 ਫੁੱਟ ਤੇ ਪਾਣੀ। ਪਰ ਧੰਨ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਜਿਨ੍ਹਾਂ ਦੀ ਇੰਨੀ ਬੰਦਗੀ, ਮਹਾਰਾਜ ਜੀ ਨੇ ਜਦੋਂ ਸੱਜੇ ਪੈਰ ਦਾ ਅੰਗੂਠਾ ਲਾਇਆ ਭਾਰੀ ਪੱਥਰ ਪਾਸੇ ਹੋਇਆ, ਹੇਠੋਂ ਚਰਨ ਛੋਹ ਗੰਗਾ ਪ੍ਰਗਟ ਹੋ ਗਈ। ਜਿੰਨੇ ਕਦਮ ਮਹਾਰਾਜ ਜੀ ਚੱਲੇ ਮਗਰ ਮਗਰ ਮਹਾਰਾਜ ਜੀ ਦੇ ਇਹ ਜਲ ਵਹਿ ਤੁਰੇ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਜਿੱਥੇ ਮਹਾਰਾਜ ਜੀ ਰੁਕੇ ਉੱਥੇ ਸਾਧ ਸੰਗਤ ਜੀ ਜਲ ਵੀ ਰੁਕ ਗਿਆ। ਥੋੜੀ ਕੁ ਦੂਰੀ ਦੇ ਵਿੱਚ ਹੀ ਜਲ ਪ੍ਰਗਟ ਹੁੰਦਾ ਤੇ ਉੱਥੇ ਹੀ ਅਲੋਪ ਹੋ ਜਾਂਦਾ। ਬੜਿਆਂ ਲੋਕਾਂ ਨੇ ਯਤਨ ਕੀਤਾ ਕਿ ਇਹ ਪਾਣੀ ਆਪਣੇ ਬਾਗ ਨੂੰ ਲਾ ਲਈਏ। ਨੇੜੇ ਤੇੜੇ ਦੇ ਲੋਕਾਂ ਨੇ ਬਾਗ ਲਾਏ ਹੋਏ ਨੇ ਫਲਾਂ ਦੇ, ਉਹਨਾਂ ਨੇ ਬੜਾ ਯਤਨ ਕੀਤਾ ਕਿ ਅਸੀਂ ਆਪਣੇ ਬਾਗ ਨੂੰ ਇਹ ਪਾਣੀ ਲਾ ਲਈਏ, ਪਰ ਪਾਣੀ ਅੱਗੇ ਗਿਆ ਹੀ ਨਹੀਂ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਗੁਰੂ ਰਵਿਦਾਸ ਮਹਾਰਾਜ ਜੀ ਨੇ ਫਿਰ ਉੱਥੇ ਵਰ ਦਿੱਤਾ, ਜਿਹੜਾ ਜੀਵ ਇਸ ਪਵਿੱਤਰ ਜਲ ਤੇ ਇਸ਼ਨਾਨ ਕਰੇਗਾ, ਇਸ ਜਲ ਨੂੰ ਛਕੇਗਾ, ਉਹਨੂੰ 68 ਤੀਰਥਾਂ ਦਾ ਫਲ ਮਿਲ ਜਾਊ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਚਰਨ ਛੋਹ ਗੰਗਾ, ਮਹਾਰਾਜ ਜੀ ਦੇ ਚਰਨ ਛੋਹਣ ਕਰਕੇ ਹੇਠੋਂ ਗੰਗਾ ਪ੍ਰਗਟ ਹੋਈ। ਗੰਗਾ ਨੂੰ ਪਵਿੱਤਰ ਕਿਉਂ ਮੰਨਿਆ ਜਾਂਦਾ? 68 ਤੀਰਥ ਸਾਧ ਸੰਗਤ ਜੀ ਗੰਗਾ ਦੇ ਕਿਨਾਰੇ ਤੇ ਪੈਂਦੇ ਨੇ। ਗੰਗਾ ਦੇ ਕਿਨਾਰੇ ਤੇ 68 ਤੀਰਥ, ਮਹਾਰਾਜ ਕਹਿੰਦੇ 68 ਤੀਰਥਾਂ ਦਾ ਫਲ ਮਿਲ ਜੂ ਜਿਹੜਾ ਇੱਥੇ ਖੁਰਾਲਗੜ੍ਹ ਸਾਹਿਬ ਚਰਨ ਛੋਹ ਗੰਗਾ ਤੇ ਇਸ਼ਨਾਨ ਕਰ ਗਿਆ ਤੇ ਇਸ ਜਲ ਨੂੰ ਛਕ ਗਿਆ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਇਸ ਜਲ ਦਾ ਸਾਧ ਸੰਗਤ ਜੀ ਵੱਧ ਤੋਂ ਵੱਧ ਸਤਿਕਾਰ ਕਰਿਆ ਕਰੋ। ਆ ਵਿਸਾਖੀ ਤੇ ਸੰਗਤਾਂ ਆਉਣੀਆਂ ਨਾ ਜਦੋਂ, ਤੇ ਸਾਧ ਸੰਗਤ ਜੀ ਸੰਗਤਾਂ ਨੂੰ ਪਤਾ ਕਹਿਣ ਦੀ ਤੇ ਲੋੜ ਪੈਂਦੀ ਨਹੀਂ, ਪਰ ਜਦੋਂ ਵੀ ਤੁਸੀਂ ਆਓ ਇਸ ਜਲ ਦਾ ਸਤਿਕਾਰ ਕਰਿਆ ਕਰੋ ਭਾਈ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਇਹ ਉਸ ਸਮੇਂ ਤੋਂ ਨਿਰੰਤਰ ਜਲ ਚੱਲਦਾ ਆ ਰਿਹਾ ਗੁਰੂ ਰਵਿਦਾਸ ਮਹਾਰਾਜ ਜੀ ਦੀ ਕਿਰਪਾ ਸਦਕਾ। ਜਦੋਂ ਸਾਧ ਸੰਗਤ ਜੀ ਚਰਨ ਛੋਹ ਗੰਗਾ ਪ੍ਰਗਟ ਹੋਈ, ਦੇਵੀ ਦੇਵਤਿਆਂ ਨੇ ਵੀ ਮਹਾਰਾਜ ਤੇ ਫੁੱਲਾਂ ਦੀ ਵਰਖਾ ਕੀਤੀ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਸਭ ਪਾਸੇ ਜੈ ਜੈਕਾਰ ਹੋ ਰਹੀ ਹੈ। ਗਲੀਆਂ ਗਲੀਆਂ ਦੇ ਵਿੱਚੋਂ ਮਹਾਰਾਜ ਜੀ ਦੇ ਨਾਂ ਦੇ ਜਕਾਰੇ ਲੱਗ ਰਹੇ। ਹੋ ਰਹੀ ਹੈ ਤੇਰੀ ਜੈ ਜੈਕਾਰ, 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 ਹੋ ਰਹੀ ਹੈ ਤੇਰੀ ਜੈ ਜੈਕਾਰ। ਦੇਵਤਿਆਂ ਨੇ ਫੁੱਲ ਬਰਸਾਏ, ਪਰੀਆਂ ਨੇ ਮੰਗਲ ਗਾਏ, ਤੇਰੀ ਜੈ ਜੈਕਾਰ, ਹੋ ਰਹੀ ਹੈ 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 ਤੇਰੀ ਜੈ ਜੈਕਾਰ। ਗੁਰੂ ਰਵਿਦਾਸ ਜੀ ਤੇਰੀ ਜੈ ਜੈਕਾਰ, ਕੰਚ
ਕਾਂਛੀ ਵਾਲਿਆ ਤੇਰੀ ਜੈ ਜੈਕਾਰ। ਰਵਿਦਾਸ ਜੀ ਤੇਰੀ ਜੈ ਜੈਕਾਰ, ਕਾਂਛੀ ਵਾਲਿਆ ਤੇਰੀ ਜੈ ਜੈਕਾਰ। ਰਵਿਦਾਸ ਜੀ ਤੇਰੀ ਜੈ ਜੈਕਾਰ, ਕਾਂਛੀ ਵਾਲਿਆ ਤੇਰੀ ਜੈ ਜੈਕਾਰ। ਹੋ ਰਹੀ ਹੈ ਤੇਰੀ ਜੈ ਜੈਕਾਰ, ਹੋ ਰਹੀ ਹੈ ਤੇਰੀ ਜੈ ਜੈਕਾਰ। ਹੋ ਰਹੀ ਹੈ ਤੇਰੀ ਜੈ ਜੈਕਾਰ, ਹੋ ਰਹੀ ਹੈ ਤੇਰੀ ਜੈ ਜੈਕਾਰ। ਹੋ ਰਹੀ ਹੈ ਤੇਰੀ ਜੈ ਜੈਕਾਰ, ਹੋ ਰਹੀ ਹੈ ਤੇਰੀ ਜੈ ਜੈਕਾਰ। ਆ ਸੰਗ ਜੀ ਹਰ ਮਨ ਤਨ ਵਸਿਆ ਸੋਈ, ਜੈ ਜੈਕਾਰ ਕਰੇ ਸਭ ਕੋਈ। ਅੱਜ ਸਭ ਪਾਸੇ ਗੁਰੂ ਰਵਿਦਾਸ ਮਹਾਰਾਜ ਦੀ ਜੈ ਜੈਕਾਰ ਹੋ ਰਹੀ ਹੈ, ਕਿਉਂਕਿ ਉਹਨਾਂ ਨੇ ਆਪਣੇ ਮਨ ਵਿੱਚ ਹਰੀ ਪਰਮੇਸ਼ਰ ਨੂੰ ਵਸਾ ਲਿਆ ਸੀ। ਆਖੋ ਸਤਨਾਮ। ਸ਼੍ਰੀ ਵਾਹਿਗੁਰੂ। ਜਿਹੜਾ ਜੀਵ ਪਰਮਾਤਮਾ ਦੀ ਬੰਦਗੀ ਕਰਦਾ, ਭਜਨ ਕਰਦਾ, ਸਾਧ ਸੰਗਤ ਜੀ ਉਹਦੀ ਜੈ ਜੈਕਾਰ ਫਿਰ ਪ੍ਰਮਾਤਮਾ ਆਪੇ ਹੀ ਕਰਾ ਦਿੰਦਾ। ਆਖੋ ਸਤਨਾਮ। ਸ਼੍ਰੀ ਵਾਹਿਗੁਰੂ। ਸਭ ਪਾਸੇ ਜੈ ਜੈਕਾਰ ਹੋ ਰਹੀ ਹੈ। ਚਰਨ ਛੋ ਗੰਗਾ ਤੋਂ ਫਿਰ ਮਹਾਰਾਜ ਜੀ ਤਪ ਸਥਾਨ ਆਏ, ਜਿੱਥੇ ਹੁਣ ਤੁਸੀਂ ਸਾਧ ਸੰਗਤ ਜੀ ਹਾਜ਼ਰੀ ਭਰ ਰਹੇ ਹੋ। ਜਿੱਥੇ ਹੁਣ ਇਹ ਤਪ ਸਥਾਨ ਨੂੰ ਤੁਸੀਂ ਸਾਧ ਸੰਗਤ ਜੀ ਮੱਥਾ ਟੇਕਦੇ ਹੋ ਨਾ, ਇਹ ਪੁਰਾਤਨ ਵੱਡੀਆਂ ਵੱਡੀਆਂ ਕੰਧਾਂ ਦਾ ਬਣਿਆ ਹੋਇਆ ਤਪ ਸਥਾਨ। ਇੱਥੋਂ ਦੀਆਂ ਇਲਾਕੇ ਦੀਆਂ ਸੰਗਤਾਂ ਸੰਤਾਂ ਦੀ ਕੁਟੀਆ ਵੀ ਕਹਿ ਦਿੰਦੀਆਂ ਸੀ ਕਿ ਇੱਥੇ ਸੰਤ ਰਹਿੰਦੇ ਸਨ। ਸੋ ਸਾਧ ਸੰਗਤ ਜੀ, ਇਹ ਤਪ ਸਥਾਨ ਦੀ ਜਿਹੜੀ ਸੇਵਾ ਏ ਉਸ ਸਮੇਂ ਰਾਜੇ ਬੈਨ ਨੇ ਆਪਣੇ ਹੱਥੀਂ ਕਰਾਈ ਸੀ। ਆਖੋ ਸਤਨਾਮ। ਸ਼੍ਰੀ ਵਾਹਿਗੁਰੂ। ਜਿੰਨਾ ਇਹ ਤਪ ਸਥਾਨ ਬਣਿਆ ਹੋਇਆ। ਬਾਕੀ 1987 ਵਿੱਚ ਸੰਤ ਸੁੰਦਰ ਦਾਸ ਜੀ ਰਾਮ ਤੇ ਜੋਗੀ ਮਹਾਂਪੁਰਖ ਆਏ। ਉਹਨਾਂ ਨੇ ਸਾਰੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਫਿਰ 1987 ਵਿੱਚ 5 ਮੰਜ਼ਲਾ ਇਹ ਦਰਬਾਰ ਬਣਾਇਆ ਸੀ, ਸੰਗਤਾਂ ਦੇ ਸਹਿਯੋਗ ਨਾਲ। ਤੇ ਸਾਧ ਸੰਗਤ ਜੀ, ਗੁਰੂ ਰਵਿਦਾਸ ਮਹਾਰਾਜ ਜੀ 4 ਸਾਲ 2 ਮਹੀਨੇ 11 ਦਿਨ ਇਸ ਸਥਾਨ ਤੇ ਰਹੇ। ਗੁਰੂ ਰਵਿਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ 4 ਸਾਲ 2 ਮਹੀਨੇ 11 ਦਿਨ ਜਦੋਂ ਰਹੇ, ਆਖਰੀ ਦਿਨ ਸੀ ਮਹਾਰਾਜ ਜੀ ਦਾ। ਇੱਥੇ ਸਤਸੰਗ ਹੋਇਆ, ਇਲਾਕੇ ਦੀਆਂ ਸੰਗਤਾਂ ਬੈਠੀਆਂ। ਬਾਬਾ ਧੰਨਾ ਜੀ ਨੂੰ ਕੋਲ ਬੁਲਾਇਆ ਤੇ ਗੁਰੂ ਰਵਿਦਾਸ ਮਹਾਰਾਜ ਕਹਿੰਦੇ, ਧੰਨਿਆ, ਜਦੋਂ ਤੂੰ ਮੇਰੇ ਨਗਰ ਆਇਆ ਸੀ ਤੂੰ ਮੇਰੇ ਪਿੰਡ ਨੂੰ ਮੱਥਾ ਟੇਕਿਆ ਸੀ। ਜਦੋਂ ਬਾਬਾ ਧੰਨਾ ਜੀ ਗਏ ਸਨ ਨਾ ਸਾਧ ਸੰਗਤ ਜੀ ਬਨਾਰਸ ਸ਼ਹਿਰ, ਉੱਥੇ ਜਦੋਂ ਪਤਾ ਕੀਤਾ ਕਿ ਇਹ ਸੀਰ ਗੋਵਰਧਨਪੁਰ ਨਗਰ ਹੈ, ਉੱਥੋਂ ਦੇ ਵਾਸੀਆਂ ਨੇ ਦੱਸਿਆ ਜੀ ਇਹ ਸੀਰ ਗੋਵਰਧਨਪੁਰ ਨਗਰ ਹੈ। ਬਾਬਾ ਧੰਨਾ ਜੀ ਨੇ ਸੀਰ ਗੋਵਰਧਨਪੁਰ ਨਗਰ ਨੂੰ ਮੱਥਾ ਟੇਕਿਆ। ਬਾਬਾ ਦੇਵੀਆ ਜੀ ਪੁੱਛਦੇ ਸੀ ਕਿ ਤੁਸੀਂ ਇੱਥੇ ਮੱਥਾ ਕਿਉਂ ਟੇਕਦੇ? ਬਾਬਾ ਧੰਨਾ ਜੀ ਕਹਿੰਦੇ, ਦੇਵੀਆ, ਮੈਂ ਇਸ ਸਥਾਨ ਤੇ ਤਾਂ ਮੱਥਾ ਟੇਕਦਾ, ਇਸ ਨਗਰ ਨੂੰ ਤਾਂ ਮੱਥਾ ਟੇਕਦਾ, ਇੱਥੇ ਮੇਰੇ ਗੁਰੂ ਰਵਿਦਾਸ ਮਹਾਰਾਜ ਰਹਿੰਦੇ ਨੇ। ਆਖੋ ਸਤਨਾਮ। ਸ਼੍ਰੀ ਵਾਹਿਗੁਰੂ। ਗੁਰੂ ਰਵਿਦਾਸ ਮਹਾਰਾਜ ਜੀ ਕਹਿੰਦੇ, ਧੰਨਿਆ, ਤੂੰ ਮੇਰੇ ਪਿੰਡ ਨੂੰ ਮੱਥਾ ਟੇਕਿਆ ਸੀ ਕਿ ਮੇਰਾ ਗੁਰੂ ਇੱਥੇ ਰਹਿੰਦਾ। ਲੈ ਹੁਣ ਮੈਂ ਤੇਰੇ ਘਰ ਚਰਨ ਪਾ ਚੱਲਿਆ, ਰਹਿੰਦੀ ਦੁਨੀਆ ਤਾਈਂ ਇਹ ਲੋਕ ਤੇਰੇ ਘਰ ਨੂੰ ਮੱਥਾ ਟੇਕਣਗੇ। ਆਖੋ ਸਤਨਾਮ। ਸ਼੍ਰੀ ਵਾਹਿਗੁਰੂ। ਰਹਿੰਦੀ ਦੁਨੀਆ ਤਾਈਂ ਲੋਕ ਤੇਰੇ ਘਰ ਨੂੰ ਮੱਥਾ ਟੇਕਣਗੇ। ਅੱਜ ਵੇਖ ਲਓ ਸਾਧ ਸੰਗਤ ਜੀ, ਹਜ਼ਾਰਾਂ ਹੀ ਸੰਗਤਾਂ ਮੱਥਾ ਟੇਕਣ ਆਉਂਦੀਆਂ। ਬਾਬੇ ਧੰਨੇ ਜੀ ਦੇ ਘਰ ਨੂੰ ਅੱਜ ਨਮਸਕਾਰ ਹੋ ਰਹੀ ਹੈ, ਕਿਉਂਕਿ ਇੱਥੇ ਗੁਰੂ ਰਵਿਦਾਸ ਮਹਾਰਾਜ ਜੀ ਨੇ ਚਰਨ ਪਾਏ। ਆਖੋ ਸਤਨਾਮ। ਸ਼੍ਰੀ ਵਾਹਿਗੁਰੂ। ਤੇ ਇਸ ਤਪ ਸਥਾਨ ਨੂੰ ਮਹਾਰਾਜ ਜੀ ਨੇ ਵਰ ਦਿੱਤਾ, ਕਿਹਾ, ਧੰਨਿਆ, ਜਿਹੜਾ ਵੀ ਜੀਵ ਸ਼ਰਧਾ ਭਾਵਨਾ ਨਾਲ ਤੇਰੇ ਘਰ ਵਿੱਚ ਮੱਥਾ ਟੇਕਿਆ ਨਾ, ਇੱਥੇ ਹਾਜ਼ਰੀ ਭਰ ਗਿਆ, ਜਿਹੜਾ ਬਨਾਰਸ ਨਹੀਂ ਜਾ ਸਕਦਾ, ਇੱਕ ਵਾਰ ਵੀ ਇੱਥੇ ਖੁਰਾਲਗੜ੍ਹ ਸਾਹਿਬ ਆ ਗਿਆ, ਭੁੱਲ ਭੁਲੇਖੇ ਨਾਲ ਵੀ ਆ ਗਿਆ, ਉਹਦੀ ਹਾਜ਼ਰੀ ਵੀ ਅਸੀਂ ਆਪਣੇ ਚਰਨਾਂ ਵਿੱਚ ਲਾ ਲਵਾਂਗੇ। ਆਖੋ ਸਤਨਾਮ। ਸ਼੍ਰੀ ਵਾਹਿਗੁਰੂ। ਸੋ ਇਸ ਸਥਾਨ ਤੇ ਸਾਧ ਸੰਗਤ ਜੀ ਮੱਥਾ ਟੇਕਿਆ, ਗੁਰੂ ਰਵਿਦਾਸ ਮਹਾਰਾਜ ਜੀ ਦੇ ਚਰਨਾਂ ਵਿੱਚ ਹਾਜ਼ਰੀ ਲੱਗਦੀ ਪਾਈ। ਤੁਸੀਂ ਵਡਭਾਗੇ ਹੋ ਜੋ ਇੱਥੇ ਆਏ ਐਤਵਾਰ, ਜੇਠੇ ਐਤਵਾਰ, ਸੰਗਰਾਂਦ ਤੇ ਜਦੋਂ ਗੁਰਪੁਰਬ ਮਨਾਏ ਜਾਂਦੇ ਤੇ ਵਿਸਾਖੀ ਤੇ ਸੰਗਤਾਂ ਇੱਥੇ ਆਉਂਦੀਆਂ। ਵਡਭਾਗੇ ਹੋ, ਵੱਡਿਆਂ ਭਾਗਾਂ ਨਾਲ ਸਾਧ ਸੰਗਤ ਜੀ ਇਹੋ ਜਿਹੇ ਪਵਿੱਤਰ ਸਥਾਨਾਂ ਤੇ ਹਾਜ਼ਰੀ ਭਰੀ ਜਾਂਦੀ। ਆਖੋ ਸਤਨਾਮ। ਸ਼੍ਰੀ ਵਾਹਿਗੁਰੂ। ਇਸ ਧਰਤੀ ਦਾ ਕਣ ਕਣ ਪਵਿੱਤਰ ਏ। ਇੱਥੇ ਗੁਰੂ ਰਵਿਦਾਸ ਮਹਾਰਾਜ ਜੀ ਨੇ ਚਰਨ ਪਾਏ। 4 ਸਾਲ 2 ਮਹੀਨੇ 11 ਦਿਨ ਮਹਾਰਾਜ ਇੱਥੇ ਰਹੇ। ਇਸ ਧਰਤੀ ਦਾ ਕਣ ਕਣ ਪਵਿੱਤਰ ਏ। ਗੁਰੂ ਰਵਿਦਾਸ ਮਹਾਰਾਜ ਜੀ ਦੀ ਬੰਦਗੀ ਇੰਨੀ ਸੀ
ਜਿੱਥੇ ਮਹਾਰਾਜ ਚਰਨ ਧਰਦੇ ਸਨ ਉਹ ਧਰਤੀ ਵੀ ਸਤਨਾਮ ਸਤਨਾਮ ਜਪਦੀ ਸੀ। ਆਖੋ ਸਤਨਾਮ। ਸ੍ਰੀ ਵਾਹਿਗੁਰੂ। ਸੋ ਸਾਧ ਸੰਗਤ ਜੀ, ਇਹ ਪਿੰਡ ਖੁਰਾਲੀ ਨੂੰ ਖੁਰਾਲਗੜ੍ਹ ਸਾਹਿਬ ਬਣਾਇਆ ਗੁਰੂ ਰਵਿਦਾਸ ਮਹਾਰਾਜ ਜੀ ਨੇ। ਜਦੋਂ ਅੰਮ੍ਰਿਤ ਵੇਲਾ ਹੋਇਆ, ਬਾਬਾ ਧੰਨਾ ਤੇ ਦੇਵੀਆਂ ਜੀ ਨੇ ਮਹਾਰਾਜ ਜੀ ਦੇ ਇਸ਼ਨਾਨ ਕਰਾਏ। ਮਹਾਰਾਜ ਜੀ ਸਮਾਧੀ ਵਿੱਚ ਜੁੜੇ। ਮਹਾਰਾਜ ਭਜਨ ਕਰਦੇ ਸਨ। ਫਿਰ ਲੰਗਰ ਪ੍ਰਸ਼ਾਦੇ ਦਾ ਭੋਗ ਲਵਾਇਆ। ਮਹਾਰਾਜ ਜੀ ਨੇ ਜਦੋਂ ਪ੍ਰਸ਼ਾਦਾ ਛਕਿਆ ਤੇ ਬਾਬਾ ਧੰਨਾ ਜੀ ਨੂੰ ਕਿਹਾ ਕਿ ਅਸੀਂ ਤੇਰੇ ਘਰ 4 ਸਾਲ 2 ਮਹੀਨੇ 11 ਦਿਨ ਹੁਣ ਰਹਿ ਚੱਲੇ। ਜਦੋਂ ਵੀ ਤੂੰ ਸ਼ਰਧਾ ਭਾਵਨਾ ਨਾਲ ਯਾਦ ਕਰੇਗਾ, ਮੈਂ ਤੈਨੂੰ ਦਰਸ਼ਨ ਦੇਣ ਵਾਸਤੇ ਫਿਰ ਆ ਜਾਇਆ ਕਰਾਂਗਾ। ਆਖੋ ਸਤਨਾਮ। ਸ੍ਰੀ ਵਾਹਿਗੁਰੂ। ਉਸ ਸਮੇਂ ਫਿਰ ਜਦੋਂ ਮੱਥਾ ਟੇਕਿਆ, ਮੁੜ ਕੇ ਗੁਰੂ ਰਵਿਦਾਸ ਮਹਾਰਾਜ ਜੀ ਦੇ ਬਾਬਾ ਧੰਨਾ ਤੇ ਦੇਵੀਆ ਜੀ ਨੂੰ ਦਰਸ਼ਨ ਨਹੀਂ ਹੋਏ ਸਰੀਰ ਕਰਕੇ। ਮਹਾਰਾਜ ਫਿਰ ਉੱਥੋਂ ਚਲੇ ਗਏ। ਆਖੋ ਸਤਨਾਮ। ਸ੍ਰੀ ਵਾਹਿਗੁਰੂ। ਬਾਬਾ ਧੰਨਾ ਤੇ ਦੇਵੀਆ ਜੀ ਨੇ ਮਨ ਬੈਰਾਗੀ ਕਰ ਲੈਣਾ। ਹੁਣ ਵੀ ਸਾਧ ਸੰਗਤ ਜੀ ਮਰਿਆਦਾ ਚੱਲੀ ਆਉਂਦੀ ਏ। ਸਮੇਂ ਦੇ ਨਾਲ ਪ੍ਰਸ਼ਾਦਾ ਤਿਆਰ ਕਰਕੇ ਮਹਾਰਾਜ ਜੀ ਨੂੰ ਭੋਗ ਲਵਾਇਆ ਜਾਂਦਾ। ਕਹਿੰਦੇ ਜਦੋਂ ਮਹਾਰਾਜ ਜੀ ਉੱਥੋਂ ਫਿਰ ਚਲੇ ਗਏ, ਬਾਬਾ ਧੰਨਾ ਤੇ ਦੇਵੀਆ ਜੀ ਨੇ ਸਾਧ ਸੰਗਤ ਜੀ ਮਨ ਵਿੱਚ ਬੈਰਾਗ ਕਰਨਾ ਕਿ ਮੇਰੇ ਗੁਰੂ ਸਾਹਿਬ ਜੀ ਇਸ ਸਮੇਂ ਇੱਥੇ ਬੈਠੇ ਹੁੰਦੇ ਸੀ। ਇੱਥੇ ਬਹਿ ਕੇ ਮਹਾਰਾਜ ਪ੍ਰਸ਼ਾਦਾ ਛਕਦੇ ਸੀ। ਸੋ ਜਦੋਂ ਮਨ ਵਿੱਚ ਬੈਰਾਗ ਆਣਾ, ਉਸੇ ਸਮੇਂ ਗੁਰੂ ਮਹਾਰਾਜ ਜੀ ਨੇ ਬਾਬਾ ਧੰਨਾ ਜੀ ਨੂੰ ਫਿਰ ਦਰਸ਼ਨ ਦੇਣੇ। ਆਖੋ ਸਤਨਾਮ। ਸ੍ਰੀ ਵਾਹਿਗੁਰੂ। ਸੋ ਸਾਧ ਸੰਗਤ ਜੀ, ਤੁਸੀਂ ਵਡਭਾਗੇ ਹੋ, ਇਸ ਪਵਿੱਤਰ ਸਥਾਨ ਤੇ ਹਾਜ਼ਰੀ ਭਾ ਰਹੇ ਹੋ। ਜਦੋਂ ਵੀ ਤੁਸੀਂ ਆਵੋ ਤੇ ਸ਼ਰਧਾ ਭਾਵਨਾ ਨਾਲ ਹਾਜ਼ਰੀ ਭਰੋ। ਤੁਹਾਡੀ ਇੱਥੇ ਹਾਜ਼ਰੀ ਭਰੀ, ਮਹਾਰਾਜ ਜੀ ਆਪਣੇ ਚਰਨਾਂ ਵਿੱਚ ਹਾਜ਼ਰੀ ਲਾਉਂਦੇ ਨੇ। ਆਖੋ ਸਤਨਾਮ। ਸ੍ਰੀ ਵਾਹਿਗੁਰੂ। ਸੋ ਸਾਰੀਆਂ ਸੰਗਤਾਂ ਦਾ ਧੰਨਵਾਦ। ਜਿਹੜੀਆਂ ਸੰਗਤਾਂ ਆਈਆਂ ਲੰਗਰ ਪ੍ਰਸ਼ਾਦਾ ਛਕ ਕੇ ਜਾਇਓ ਭਾਈ। ਸਾਰੀਆਂ ਸੰਗਤਾਂ ਦਾ ਧੰਨਵਾਦ। ਆ ਵਿਸਾਖੀ ਦੇ ਪੁਰਬ ਤੇ ਸੰਗਤਾਂ ਇੱਥੇ ਖੁਰਾਲਗੜ੍ਹ ਸਾਹਿਬ ਜੋ ਆਉਂਦੀਆਂ, ਉਹਨਾਂ ਨੂੰ ਵੀ ਹੱਥ ਜੋੜ ਕੇ ਬੇਨਤੀ ਹੈ ਭਾਈ, ਜਦੋਂ ਵੀ ਤੁਸੀਂ ਖੁਰਾਲਗੜ੍ਹ ਸਾਹਿਬ ਆਓ, ਜੀ ਸਦਕੇ ਆਓ। ਤੁਹਾਨੂੰ ਜੀ ਆਇਆਂ ਨੂੰ ਇਸ ਪਵਿੱਤਰ ਸਥਾਨ ਤੇ ਆਉਣ ਲਈ। ਪਰ ਜਦੋਂ ਵੀ ਆਓ ਤੇ ਸ਼ਰਧਾ ਭਾਵਨਾ ਨਾਲ ਆਓ। ਜਦੋਂ ਵੀ ਆਉਣਾ, ਨਾਮ ਜਪਦਿਆਂ ਨੇ ਆਉਣਾ, ਨਾਮ ਜਪਦਿਆਂ ਨੇ ਜਾਣਾ, ਨਾ ਕਿ ਟਰੈਲੀਆਂ ਦੇ ਵਿੱਚ ਗੱਡੀਆਂ ਦੇ ਵਿੱਚ ਕੂਕਾਂ ਮਾਰਦਿਆਂ ਨੇ ਆਉਣਾ। ਕਿਉਂਕਿ ਸਾਧ ਸੰਗਤ ਜੀ, ਜਦੋਂ ਵੀ ਤੁਸੀਂ ਖੁਰਾਲਗੜ੍ਹ ਸਾਹਿਬ ਆਉਂਦੇ ਹੋ, ਡੀਜੇ ਲੱਗੇ ਆਉਂਦੇ ਨੇ। ਰਾਤ ਨੂੰ ਵੀ ਕਈ ਪਿੰਡਾਂ ਦੇ ਲੋਕ ਪਰੇਸ਼ਾਨ ਹੁੰਦੇ ਨੇ। ਇੱਦਾਂ ਦਾ ਕੰਮ ਨਾ ਕਰੋ ਕਿ ਜਿਹਦੇ ਵਿੱਚ ਸਾਡੇ ਗੁਰੂ ਰਵਿਦਾਸ ਮਹਾਰਾਜ ਜੀ ਦਾ ਅਪਮਾਨ ਹੋਵੇ। ਸੰਗਤਾਂ ਲੋਕ ਕਹਿਣ ਕਿ ਵਾਕਈ ਗੁਰੂ ਰਵਿਦਾਸ ਮਹਾਰਾਜ ਨੂੰ ਸੰਗਤਾਂ ਪਿਆਰ ਕਰਦੀਆਂ, ਨਾਮ ਜਪਦੇ ਜਾਂਦੇ ਨੇ ਤੇ ਨਾਮ ਜਪਦੇ ਹੀ ਆਉਂਦੇ ਨੇ। ਆਖੋ ਸਤਨਾਮ। ਸ੍ਰੀ ਵਾਹਿਗੁਰੂ। ਇੱਥੇ ਆ ਕੇ ਸਾਧ ਸੰਗਤ ਜੀ ਸੇਵਾ ਕਰੋ, ਤਨ ਮਨ ਧਨ ਨਾਲ। ਵੇਖੋ ਕਾਰ ਸੇਵਾਵਾਂ ਚੱਲ ਰਹੀਆਂ ਤੁਹਾਡੇ ਸੰਗਤਾਂ ਦੇ ਸਹਿਯੋਗ ਨਾਲ। ਸੰਗਤਾਂ ਦੇ ਰਹਿਣ ਵਾਸਤੇ ਇੱਥੇ ਰਹਿائش ਦਾ ਪ੍ਰਬੰਧ ਹੋ ਗਿਆ। ਹੇਠਾਂ ਸਾਧ ਸੰਗਤ ਜੀ 40 ਲੈਟਰਿੰਗ ਬਾਥਰੂਮ ਹੁਣ ਬਣਾਏ ਗਏ ਹਨ। 27 ਲੱਖ ਰੁਪਈਆ ਇਹਨਾਂ ਦਾ ਖਰਚਾ ਆਇਆ ਸੰਗਤਾਂ ਦੇ ਸਹਿਯੋਗ ਨਾਲ। ਚਲੋ ਸਾਰੀ ਸੇਵਾ ਹੋ ਰਹੀ ਹੈ। 24 ਘੰਟੇ ਲੰਗਰ ਚੱਲਦਾ। ਜਦੋਂ ਵੀ ਸੰਗਤ ਆਉਂਦੀ ਏ, ਸੇਵਾਦਾਰ ਝੱਟ ਲੰਗਰ ਤਿਆਰ ਕਰ ਦਿੰਦੇ ਨੇ। ਸੋ ਤਨ ਮਨ ਧਨ ਨਾਲ ਭਾਈ ਸੇਵਾ ਇੱਥੇ ਕਰੋ। ਮਹਾਰਾਜ ਤੁਹਾਡੀ ਸਭਨਾਂ ਦੀ ਹਾਜ਼ਰੀ ਦਰ ਪ੍ਰਵਾਨ ਕਰਨ। ਸੋ ਸਾਰੀਆਂ ਸੰਗਤਾਂ ਦਾ ਧੰਨਵਾਦ। ਇਹ ਧਾਰਨਾ ਪੜ੍ਹ ਕੇ ਫਿਰ ਸਾਧ ਸੰਗਤ ਜੀ ਸਪੂਰਨਤਾ ਹੀ ਹੈ। ਧਨ ਧਰਤੀ ਖੁਰਾਲਗੜ੍ਹ ਦੀ, ਜਿੱਥੇ ਚਰਨ ਗੁਰਾਂ ਨੇ ਪਾਏ। ਧਨ ਧਰਤੀ ਖੁਰਾਲਗੜ੍ਹ ਦੀ, ਜਿੱਥੇ ਚਰਨ ਸਾਹਿਬ ਨੇ ਪਾਏ। ਧਨ ਧਰਤੀ ਖੁਰਾਲਗੜ੍ਹ ਦੀ, ਜਿੱਥੇ ਚਰਨ ਗੁਰਾਂ ਨੇ ਪਾਏ। ਧਨ ਧਰਤੀ ਖੁਰਾਲਗੜ੍ਹ ਦੀ, ਜਿੱਥੇ ਚਰਨ ਸਾਹਿਬ ਨੇ ਪਾਏ। ਧਨ ਧਰਤੀ ਖੁਰਾਲਗੜ੍ਹ ਦੀ, ਜਿੱਥੇ ਚਰਨ ਗੁਰਾਂ ਨੇ ਪਾਏ। ਧਨ ਧਰਤੀ ਖੁਰਾਲਗੜ੍ਹ ਦੀ, ਜਿੱਥੇ ਚਰਨ ਸਾਹਿਬ ਨੇ ਪਾਏ। ਜਿੱਥੇ ਚਰਨ ਗੁਰਾਂ ਨੇ ਪਾਏ, ਜਿੱਥੇ ਚਰਨ ਸਾਹਿਬ ਨੇ ਪਾਏ। ਚਰਨ ਗੁਰਾਂ ਨੇ ਪਾਏ, ਚਰਨ ਸਾਹਿਬ ਨੇ ਪਾਏ। ਤੇ ਚਰਨ ਗੁਰਾਂ ਨੇ ਪਾਏ, ਜਿੱਥੇ ਚਰਨ ਸਾਹਿਬ ਨੇ ਪਾਏ। ਧਨ ਧਰਤੀ ਖੁਰਾਲਗੜ੍ਹ ਦੀ, ਜਿੱਥੇ ਚਰਨ ਗੁਰਾਂ ਨੇ ਪਾਏ। ਧਨ ਧਰਤੀ ਖੁਰਾਲਗੜ੍ਹ ਦੀ, ਜਿੱਥੇ ਚਰਨ ਸਾਹਿਬ ਨੇ ਪਾਏ।
ਸਾਧ ਸੰਗਤ ਜੀ, ਧੰਨ ਹੈ ਜਿੱਥੇ ਗੁਰੂ ਰਵਿਦਾਸ ਮਹਾਰਾਜ ਜੀ ਨੇ ਚਰਨ ਪਾਏ। ਆਖੋ ਸਤਨਾਮ। ਸ੍ਰੀ ਵਾਹਿਗੁਰੂ। ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪ੍ਰਕਾਸ਼ ਇਸ ਸਥਾਨ ਤੇ ਨੇ। ਸੰਗਤਾਂ ਨਾਮ ਬਾਣੀ ਦੇ ਨਾਲ ਜੁੜਦੀਆਂ, ਮਹਾਰਾਜ ਜੀ ਦੇ ਪਿਆਰ ਵਿੱਚ ਅਖੰਡ ਪਾਠ ਸੰਗਤਾਂ ਕਰਾਉਂਦੀਆਂ। ਸਾਰੀਆਂ ਸੰਗਤਾਂ ਦਾ ਧੰਨਵਾਦ। ਸੋ ਸਾਧ ਸੰਗਤ ਜੀ, ਵੱਧ ਤੋਂ ਵੱਧ ਸਤਿਕਾਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਕਰਿਆ ਕਰੋ। ਜੇ ਅੱਜ ਸਾਨੂੰ ਗੁਰੂ ਰਵਿਦਾਸ ਮਹਾਰਾਜ ਜੀ ਮਿਲਣੇ ਨੇ ਤੇ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚੋਂ ਮਿਲਣੇ ਨੇ। ਆਖੋ ਸਤਨਾਮ। ਸ੍ਰੀ ਵਾਹਿਗੁਰੂ। ਸਾਡੇ ਮਹਾਂਪੁਰਖ ਬਚਨ ਕਰਿਆ ਕਰਦੇ ਸਨ, ਕਹਿੰਦੇ ਜਿੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪ੍ਰਕਾਸ਼ ਹੁੰਦੇ ਆ ਨਾ, ਜਿਨ੍ਹਾਂ ਗੁਰੂ ਘਰਾਂ ਦੇ ਵਿੱਚ, ਉੱਥੇ ਗੁਰੂ ਰਵਿਦਾਸ ਮਹਾਰਾਜ ਵੀ ਹਾਜ਼ਰ ਨਾਜ਼ਰ ਰਹਿੰਦੇ ਨੇ। ਆਖੋ ਸਤਨਾਮ। ਸ੍ਰੀ ਵਾਹਿਗੁਰੂ। ਤੋਂ ਵੱਧ ਤੋਂ ਵੱਧ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸਤਿਕਾਰ ਕਰਿਆ ਕਰੋ। ਗੁਰੂ ਨਾਨਕ ਪਾਤਸ਼ਾਹ ਨੇ ਗੁਰੂ ਰਵਿਦਾਸ ਮਹਾਰਾਜ ਜੀ ਦੀ ਧੁਰ ਕੀ ਬਾਣੀ ਵਿੱਚ ਦਰਜ ਕੀਤੀ। ਐਸਾ ਮਿਲਾਪ ਹੋਇਆ ਗੁਰੂ ਨਾਨਕ ਪਾਤਸ਼ਾਹ ਜੀ ਦਾ ਗੁਰੂ ਰਵਿਦਾਸ ਮਹਾਰਾਜ ਜੀ ਦਾ, ਕਦੇ ਵੀ ਸਾਧ ਸੰਗਤ ਜੀ ਵਿਛੜੇ ਨਹੀਂ। ਆਖੋ ਸਤਨਾਮ। ਸ੍ਰੀ ਵਾਹਿਗੁਰੂ। ਸੋ ਸਭਨਾਂ ਦੇ ਵਿੱਚ ਇੱਕ ਜੋਤ ਸੀ। ਸੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਵੱਧ ਤੋਂ ਵੱਧ ਸਤਿਕਾਰ ਕਰਨਾ। ਸਾਰੀਆਂ ਸੰਗਤਾਂ ਦਾ ਧੰਨਵਾਦ। ਪੜਿਓ ਸ਼ਲੋਕ ਫਿਰ ਸਪੂਰਨਤਾ ਹੀ ਹੈ ਭਾਈ। ਸ਼ਲੋਕ ਪਵਣ ਗੁਰੂ ਪਾਣੀ ਪਿਤਾ, ਮਾਤਾ ਧਰਤ ਵਾਤ, ਦਿਵਸ ਰਾਤ ਦੋਇ ਦਾਈ ਦਾਇਆ, ਕਿਰੈ ਸਗਲ ਜਗਤ, ਚੰਗਿਆਈਆਂ ਬੁਰਿਆਈਆਂ, ਵਾਜੈ ਤਨ ਮਹਦੂਰ, ਧਰਮੀ ਆਪੋ ਆਪਣੀ, ਨੇੜੇ ਕੇ